ਬੀਇੰਗ ਅ ਟੀਚਰ ਪੇਜ ਤੇ ਸਾਡੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਡਾਕਟਰ ਸੁਰਜੀਤ ਪਾਤਰ ਨੇ। ਸੁਰਜੀਤ ਪਾਤਰ ਜੀ ਹੁਣਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਬਹੁਤ ਸਾਰੇ ਇੰਤਜ਼ਾਰ ਵੀ ਕਰ ਰਹੇ ਸੀ ਕਿ ਅਸੀਂ ਕਦੋਂ ਪਾਤਰ ਸਾਹਿਬ ਨੂੰ ਇਸ ਪੇਜ ਤੇ ਲੈ ਕੇ ਆਵਾਂਗੇ। ਸੋ ਅੱਜ ਸਾਡੇ ਉਹ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਖਤਮ ਹੋਈਆਂ ਨੇ। ਕੁਝ ਦੋਸਤ ਹੌਲੀ ਹੌਲੀ ਸਾਡੇ ਨਾਲ ਜੁੜ ਰਹੇ ਨੇ ਤੇ ਲਗਾਤਾਰ ਫਿਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਹੁੰਗਾਰਾ ਦਿਖਾਈ ਦੇਣਾ ਸ਼ੁਰੂ ਹੋ ਚੁੱਕਿਆ। ਸੋ ਸਾਥੀਓ, ਸਭ ਤੋਂ ਪਹਿਲਾਂ ਬੀਇੰਗ ਅ ਟੀਚਰ ਪੇਜ ਤੇ ਜਿਹੜੇ ਦੋਸਤ ਸਾਡੇ ਨਾਲ ਲਗਾਤਾਰ ਜੁੜਦੇ ਨੇ, ਅੱਜ ਮੈਂ ਉਹਨਾਂ ਨੂੰ ਇੱਕ ਭੇਦ ਭਰੀ ਗੱਲ ਦੱਸਣੀ ਆ ਪਾਤਰ ਸਾਹਿਬ ਦੀ ਹਜ਼ੂਰੀ ਦੇ ਵਿੱਚ। ਉਹ ਭੇਦ ਭਰੀ ਗੱਲ ਇਹ ਹੈ ਕਿ ਇਸ ਪੇਜ ਦੀ ਸੁਪਨ ਸਾਜੀ ਦੇ ਵਿੱਚ ਵੀ ਕਿਸੇ ਤਰ੍ਹਾਂ ਸੁਰਜੀਤ ਪਾਤਰ ਜੀ ਹੁਣਾਂ ਦਾ ਹੱਥ ਹੈ। ਅਸੀਂ ਇੱਕ ਦਿਨ ਜਿਵੇਂ ਐਵੇਂ ਗੱਲਾਂ ਕਰਦੇ ਪਏ ਸੀ ਤੇ ਉਹਨਾਂ ਗੱਲਾਂ ਚੋਂ ਇਹ ਗੱਲ ਨਿਕਲੀ ਕਿ ਅਸੀਂ ਬਾਅਦ ਚ ਜੈਂਡਰ ਸੈਂਸਿਟੀਵਿਟੀ ਦੇ ਮਸਲੇ ਤੇ ਗੱਲ ਕਰਦੇ ਹਾਂ, ਕਦੇ ਕਾਸਟ ਦਾ ਮਸਲਾ ਸਾਡੇ ਲਈ ਵੱਡਾ ਬਣ ਜਾਂਦਾ ਹੈ ਕਿ ਅਸੀਂ ਕਿਉਂ ਨਹੀਂ ਸਾਡੀ ਐਜੂਕੇਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਉਹਨਾਂ ਬੱਚਿਆਂ ਨੂੰ ਟ੍ਰੇਨਡ ਕਰਦੇ ਹੈਗੇ ਜਿਨ੍ਹਾਂ ਨੂੰ ਅਸੀਂ ਸੱਚੀ ਮੁੱਚੀ ਜਿਨ੍ਹਾਂ ਨੂੰ ਇਹ ਸਾਰਾ ਕੁਝ ਸਿਖਾਉਣਾ ਹੁੰਦਾ। ਤਾਂ ਉੱਥੋਂ ਕਿਤੇ ਨਾ ਕਿਤੇ ਮੇਰੇ ਮਨ 'ਚ, ਸਾਡੇ ਸਾਰਿਆਂ ਦੇ ਮਨ 'ਚ ਇਹ ਸੁਪਨਾ ਬੀਜਿਆ ਗਿਆ ਕਿ ਅਸੀਂ ਇਸ ਦਿਸ਼ਾ 'ਚ ਕੰਮ ਕਰੀਏ, ਕਿਉਂਕਿ ਉੱਥੇ ਇਹ ਗੱਲ ਵੀ ਹੋਈ ਸੀ ਕਿ ਅਸੀਂ ਕੰਮ ਕਰਨਾ ਹੈ, ਸਿਰਫ ਗੱਲਾਂ ਨਹੀਂ ਕਰਨੀਆਂ, ਸਿਰਫ ਸੋਚਣਾ ਨਹੀਂ ਹੈ। ਤੇ ਮੈਨੂੰ ਲੱਗਿਆ ਕਿ ਆਪਾਂ ਇਸ ਦਿਸ਼ਾ ਦੇ ਵਿੱਚ ਜਾ ਸਕਦੇ ਹਾਂ। ਕੁਝ ਦੋਸਤਾਂ ਨੇ ਸਾਡਾ ਸਾਥ ਦਿੱਤਾ ਤੇ ਇਹ ਇੱਕ ਟੀਮ ਬਣੀ। ਬਤੌਰ ਟੀਮ ਸਾਡੇ ਪਿੱਛੇ ਜਿਹੜੇ ਲੋਕ ਤਾਕਤ ਬਣ ਕੇ ਖੜੇ ਨੇ ਜਾਂ ਜਿਨ੍ਹਾਂ ਤੋਂ ਸਾਨੂੰ ਅਗਵਾਈ ਦਿਸ਼ਾ ਨਿਰਦੇਸ਼ ਮਿਲਦਾ ਹੈ, ਉਹਨਾਂ 'ਚ ਮੈਂ ਹਮੇਸ਼ਾ ਹੀ ਪਾਤਰ ਸਾਹਿਬ ਹੁਣਾਂ ਨੂੰ ਵੀ ਇਨਵੋਲਵ ਕਰਦੀ ਹਾਂ। ਹਾਲਾਂਕਿ ਮੇਰੇ ਹੋਰ ਅਧਿਆਪਕ ਤੇ ਹੋਰ ਸਾਥੀ ਵੀ ਉਹਦੇ ਵਿੱਚ ਸ਼ਾਮਿਲ ਨੇ, ਪਰ ਅਸੀਂ ਪਾਤਰ ਸਾਹਿਬ ਹੁਣਾਂ ਨੂੰ ਮੈਂ ਇਨਡਾਇਰੈਕਟਲੀ ਮੈਂ ਇਹਨਾਂ ਨੂੰ ਕਿਹਾ ਵੀ ਕਿ ਮੈਂ ਤੁਹਾਨੂੰ ਸਾਡੀ ਟੀਮ ਦਾ ਹਿੱਸਾ ਹੀ ਮੰਨਦੀ ਹਾਂ ਤੇ ਜਦੋਂ ਵੀ ਲੋੜ ਪਊਗੀ ਅਸੀਂ ਤੁਹਾਡੇ ਕੋਲ ਆਵਾਂਗੇ। ਸੋ ਇਸ ਭੂਮਿਕਾ ਦੇ ਨਾਲ ਅਸੀਂ ਅੱਜ ਦੀ ਇਹ ਗੱਲਬਾਤ ਹੈ ਜਿਹੜੀ ਸ਼ੁਰੂ ਕਰਦੇ ਹਾਂ। ਜਿਹੜੇ ਦੋਸਤ ਜੁੜ ਚੁੱਕੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਇਹਨੂੰ ਸ਼ੇਅਰ ਕਰ ਦੇਣ ਆਪਣੀ ਆਪਣੀ ਵਾਲ ਤੇ, ਤਾਂ ਕਿ ਹੋਰ ਸਾਥੀ ਵੀ ਸੁਣ ਸਕਣ। ਤਾਂ ਮੈਂ ਪਾਤਰ ਸਾਹਿਬ ਤੁਹਾਨੂੰ ਇਸ ਲਈ ਉਸ ਤਰ੍ਹਾਂ ਨਾਲ ਜੀ ਆਇਆਂ ਨਹੀਂ ਕੀਤਾ ਕਿਉਂਕਿ ਜਿਵੇਂ ਕਰਨਾ ਚਾਹੀਦਾ ਸੀ, ਕਿਉਂਕਿ ਮੈਂ ਤੁਹਾਨੂੰ ਇਸ ਟੀਮ ਦਾ ਹਿੱਸਾ ਹੀ ਮੰਨਦੀ ਹਾਂ, ਇਹਦੇ ਤਸੱਵਰ ਦਾ, ਇਹਦੀ ਸੁਪਨ ਸਾਜੀ ਦਾ, ਕਿ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਕਰੀਏ, ਇਸ ਤਰ੍ਹਾਂ ਦੀਆਂ ਗੱਲਾਂ ਨੂੰ ਦੋਸਤਾਂ ਤੱਕ ਲੈ ਕੇ ਜਾਈਏ। ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਇਹਦਾ ਹਿੱਸਾ ਹੋ। ਬਾਕੀ ਮੈਨੂੰ ਇਹ ਵੀ ਲੱਗਦਾ ਹੈ ਕਿ ਪਾਤਰ ਸਾਹਿਬ ਨੂੰ ਕਿਸੇ ਕਿਸਮ ਦੀ ਜਾਣ ਪਛਾਣ ਦੀ ਜ਼ਰੂਰਤ ਨਹੀਂ ਹੈ। ਉਹ ਸਾਡੇ ਵੱਡੇ ਕਵੀ ਨੇ। ਅਸੀਂ ਉਹਨਾਂ ਨੂੰ ਅਧਿਆਪਕ ਵਜੋਂ ਦੇਖੀਏ ਤਾਂ ਸਾਡੇ ਲਈ ਉਹ ਇਸ ਵੇਲੇ ਦੇ ਸਾਡੇ ਮਹਾ ਅਧਿਆਪਕ ਨੇ, ਜਿਨ੍ਹਾਂ ਤੋਂ ਸਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਪਾਤਰ ਸਾਹਿਬ, ਮੈਂ ਕਿਸੇ ਇਹ ਕੋਟ ਪੜ੍ਹਿਆ ਸੀ ਕਿ ਇਸ ਵੇਲੇ ਸੰਸਾਰ ਨੇ ਤਰੱਕੀ ਤਾਂ ਬਹੁਤ ਕਰ ਲਈ, ਜਿਸ ਕਿਸਮ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਉਹ ਵਿਕਾਸ ਦੇ ਜਿਹੜੇ ਅਰਥ ਲਏ ਜਾਂਦੇ ਨੇ, ਉਸ ਕਿਸਮ ਦਾ ਵਿਕਾਸ ਵੀ ਕਾਫੀ ਹੋ ਗਿਆ ਕਿ ਇਸ ਵੇਲੇ ਸੰਸਾਰ ਨੂੰ ਸਭ ਤੋਂ ਵੱਧ ਕਵੀਆਂ ਦੀ ਲੋੜ ਹੈ। ਤਾਂ ਮੇਰਾ ਸਵਾਲ ਇਹ ਸਾਡੇ ਸਬਜੈਕਟ ਨਾਲ, ਜਿਹੜਾ ਅੱਜ ਦਾ ਸਾਡਾ ਟਾਈਟਲ ਹੈ, ਉਹਦੇ ਨਾਲ ਵੀ ਜੁੜਿਆ ਹੋਇਆ ਤੇ ਇਸ ਗੱਲ ਨਾਲ ਵੀ ਜੁੜਿਆ ਹੋਇਆ ਕਿ ਕਿਉਂਕਿ ਅਸੀਂ ਅਧਿਆਪਕ ਹਾਂ, ਕਿ ਜਿਸ ਕਿਸਮ ਦੇ ਕਵੀਆਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਕੀ ਕੋਈ ਅਧਿਆਪਕ ਕਵੀ ਪੈਦਾ ਕਰ ਸਕਦਾ ਹੁੰਦਾ ਹੈ? ਕੀ ਅਧਿਆਪਕ ਦੇ ਵੱਸ 'ਚ ਹੁੰਦਾ ਇਸ ਕਿਸਮ ਦੀ ਮਨੁੱਖੀ ਸਿਰਜਣਾ, ਜਿਸ ਕਿਸਮ ਦੀ ਸਾਨੂੰ ਇਸ ਵੇਲੇ ਲੋੜ ਹੈ? ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਨੀਤੂ ਤੇ ਹੋਰ ਸਾਰੇ ਜਿਹੜੇ ਸੁਣਨ ਵਾਲੇ, ਦੇਖਣ ਵਾਲੇ, ਉਹਨਾਂ ਦਾ ਮੈਂ ਬਹੁਤ ਉਹਨੂੰ ਆਪਣਾ ਪਿਆਰ ਅਰਪਿਤ ਕਰਦਾ। ਔਰ ਮੈਂ ਭਾਵੇਂ ਨੀਤੂ ਨੇ ਮੈਨੂੰ ਸ਼ਾਮਲ ਕੀਤਾ ਕਿ ਮੈਂ ਇਹਨਾਂ ਦੀ ਸੁਪਨ ਸਾਜ਼ੀ ਵਿੱਚ ਕਿਤੇ ਸ਼ਾਮਲ ਹਾਂ, ਉਸ ਗੱਲ ਲਈ ਵੀ ਮੈਂ ਸ਼ੁਕਰਗੁਜ਼ਾਰ ਹਾਂ। ਤੇ ਇਸ ਗੱਲ ਲਈ ਵੀ ਕਿ ਮੈਨੂੰ ਅੱਜ ਇੱਥੇ ਇਹ ਗੱਲਾਂ ਕਰਨ ਦਾ ਮੌਕਾ ਮਿਲਿਆ, ਮੌਕਾ ਦਿੱਤਾ। ਔਰ ਜਿਹੜੀਆਂ ਅਸਲ 'ਚ ਗੱਲਾਂ ਵਿੱਚੋਂ ਹੀ ਸ਼ਾਇਦ ਗੱਲਾਂ ਨਿਕਲਦੀਆਂ, ਕਈ ਵਾਰੀ ਹੁੰਦਾ ਕਿ ਗੱਲਾਂ ਤੁਹਾਡੇ ਕਿਤੇ ਛੁਪੀਆਂ ਹੁੰਦੀਆਂ, ਤੋਂ ਜਦੋਂ
मैं कहना कि कुंडा जो पिंड च कदी पाना खूह च पुराने बड़े डोल बाल्टियां पुरानियां डिग्गियां हुई निकलियां कि कुछ इस खूह दे विच सीगा। तो नीतू दे सवाल मैं शुरू करदा। एक तो है कि जिस तरह इन्हें कहा भी कवि फैज़ अहमद फैज़ का एक शेर है कि उन्हीं के फैज़ से बाज़ारे अकल रोशन है, उन्हीं के फैज़ से बाज़ारे अकल रोशन है, जो गाहे गाहे जनू अख्तियार कर दे, जो गाहे गाहे जनू अख्तियार करते हैं। जी कि जिस तरह प्लेटो ने कदी वो तो पहला सुकरात ने भी कवियां दी बहुती कोई उपमा नहीं की। तो उन्हें कहा कि कवि सुकरात ने तो कहता भी वो नकल ही करते हैं, और प्लेटो ने कहा कि एक तरह इमोरल भी है कि वो ਵੀਡਸ ਨੂੰ ਸਿੰਜਦੇ ਆ, ਕਿ ਉਹ ਨਦੀਨ ਨੂੰ ਸਿੰਜਦੇ ਆ, ਫਸਲ ਨੂੰ ਨਹੀਂ ਸਿੰਜਦੇ, ਕਿ ਉਹ ਸਾਡੇ ਉਹਨਾਂ ਜਜ਼ਬਿਆਂ ਨੂੰ ਪਾਣੀ ਦਿੰਦੇ ਆ ਜੋ ਅਸੀਂ ਹਟਾਉਣੇ ਚਾਹੁੰਦੇ ਆ, ਜੋ ਅਸੀਂ ਕੱਢਣੇ ਚਾਹੁੰਦੇ ਕਿ ਬੰਦੇ ਸੋਚਵਾਨ ਹੋਣ, ਬੰਦੇ ਜਜ਼ਬਾਤੀ ਨਾ ਹੋਣ, ਬੰਦੇ ਦਾਨੇ ਹੋਣ, दीवाने ना होण। जी लेकिन फिलोसफी के लैवल ते जिन्होंने बहुत पोइट्री ਨੂੰ पश्चिमी फिलोसफी 'ਚ फिर नीत्शे ने आके जाने एक गल कही, उन्हें कहा कि जिहड़ा असीं हुण तक वो दो ग्रीक देवते आ, अपोलो ते डायोनीसस। जिहड़ा अपोलो आ वो सियाणप दा देवता, समझदारी दा, सोबराइटी दा, लॉजिक दा। तो जो डायोनीसस है वो दीवानगी दा जुनून दा देवता। वो कहते असीं हुण तक अपोलो द्वारा ही लीड करते आए हैं, ਤਾਂ ਹੀ ਸਾਡੀ ਇਹ ਹਾਲਤ ਹੋ ਗਈ। ਅਸੀਂ ਡਾਇਓਨੀਸਸ ਨੂੰ ਵਿਸਾਰ ਦਿੱਤਾ, ਜਦ ਕਿ ਸਾਨੂੰ ਦੋਨਾਂ ਦੇਵਤਿਆਂ ਦੀ ਹੀ ਲੋੜ ਆ ਕਿ ਬੰਦੇ ਵਿੱਚ ਦੀਵਾਨਗੀ ਵੀ ਹੋਵੇ, ਜਿਵੇਂ ਕਿ ਉਨੀ ਕੇ ਫੈਜ਼ ਸੇ ਬਾਜ਼ਾਰੇ ਅਕਲ ਰੋਸ਼ਨ ਹੈ ਨਾ, ਕਿ ਜਿਨ੍ਹਾਂ ਦੇ ਵਿੱਚ ਦੀਵਾਨਗੀ ਹੋਵੇ। ਸੋ ਅਜੋਕੇ ਯੁੱਗ ਵਿੱਚ ਵੀ ਇੱਕ ਤਰ੍ਹਾਂ ਇਸ ਤਰ੍ਹਾਂ ਦੀ ਆਵਾਜ਼ ਉੱਠੀ ਕਿ ਅਸੀਂ ਬਹੁਤ ਫਾਇਦੇ ਮਗਰ, ਅਸੀਂ ਬਹੁਤ ਯੂਟਿਲਿਟੀ ਮਗਰ, ਅਸੀਂ ਬਹੁਤ ਉਪਯੋਗਤਾ ਮਗਰ, ਚੀਜ਼ਾਂ ਦੀ ਉਪਯੋਗਤਾ ਮਗਰ ਪੈ ਗਏ, ਜਾਂ ਅਸੀਂ ਤਕਨੀਕ ਮਗਰ ਪੈ ਗਏ। ਤੋ ਜਿਹਦੇ ਕਰਕੇ ਸਾਡਾ ਇਹ ਹਾਲ ਹੋਇਆ ਕਿ ਸਾਡੀਆਂ ਖੁਸ਼ੀਆਂ ਘਟ ਗਈਆਂ, ਸਾਡੇ 'ਚ ਖੁਦਗਰਜ਼ੀ ਬਹੁਤ ਹੋ ਗਈ, ਜਾਂ ਅਸੀਂ ਪੈਸੇ ਦੀ ਦੌੜ 'ਚ ਪੈ ਗਏ, ਚੀਜ਼ਾਂ ਦੀ ਦੌੜ 'ਚ ਪੈ ਗਏ। ਤੋ ਸਾਨੂੰ ਇੱਕ ਵਾਰੀ ਫੇਰ ਜਾਣੀ ਉਦੋਂ ਇਹ ਲਹਿਰ ਉੱਠੀ ਕਿ ਸਾਨੂੰ ਪੋਇਟਰੀ ਦੀ, ਸਾਨੂੰ ਦੀਵਾਨਗੀ ਦੀ ਜ਼ਰੂਰਤ ਹੈ। ਸੋ ਇਹ ਪੱਛਮ 'ਚ ਪੂਰਬ 'ਚ ਤਾਂ ਅਸੀਂ ਸਮਝਦੇ ਹਾਂ ਕਿ ਰਿਗਵੇਦ ਤੋਂ ਲੈ ਕੇ ਫਿਰ ਚਲੋ ਅੱਗੇ ਜਦੋਂ ਅਸੀਂ ਆਉਂਦੇ ਹਾਂ ਗੁਰੂ ਸਾਹਿਬਾਨ ਤੱਕ, ਸੂਫੀਆਂ ਤੱਕ, ਸਾਰੇ ਕਿ ਇੱਥੇ ਪੋਇਟ ਦੀ ਉਹਨਾਂ ਦੇ ਮੁਕਾਬਲੇ 'ਚ ਜ਼ਿਆਦਾ ਇੱਜ਼ਤ ਸੀ। ਤੇ ਸੋ ਅਸੀਂ ਹੁਣ ਵੀ ਜਿਵੇਂ ਇਸ ਕੋਡ ਦਾ ਮਤਲਬ ਮੈਂ ਇਹੀ ਸਮਝਦਾ ਕਿ ਇਸ ਕੋਡ ਦਾ ਮਤਲਬ ਇਹੀ ਆ ਕਿ ਅਸੀਂ ਮਸ਼ੀਨਾਂ ਨਾ ਬਣੀਏ, ਕਿ ਅਸੀਂ ਮਸ਼ੀਨਾਂ ਸਾਨੂੰ ਅਕਲ ਜਿਹੜੀ ਆ ਉਹ ਮਸ਼ੀਨਾਂ ਬਣਾ ਰਹੀ ਆ। ਕਿ ਬੇਸ਼ੱਕ ਐਜੂਕੇਸ਼ਨ ਦੇ ਵਿੱਚ ਅਸੀਂ ਆਪਣੀਆਂ, ਜੇ ਕੋਈ ਵਿਗਿਆਨ ਪੜ੍ਹਦਾ ਜਾਂ ਇੰਜੀਨੀਅਰਿੰਗ ਕਰਦਾ, ਉਹਨੂੰ ਪਤਾ ਹੀ ਨਹੀਂ ਕਿ ਬੁੱਲੇ ਸ਼ਾਹ ਕੌਣ ਸੀਗਾ, ਸ਼ਾਹ ਹੁਸੈਨ ਕੌਣ ਸੀ ਜਾਂ ਕੀ ਆ, ਕਿ ਉਹ ਬਿਲਕੁਲ ਸੋ ਇੱਕ ਉਹ ਬਹੁਤ ਉਲਾਰ ਕਿਸਮ ਦਾ ਵਿਕਾਸ ਹੋ ਰਿਹਾ। ਤੇ ਇਸ ਲਈ ਸਾਨੂੰ ਕਵੀ ਦੀ ਦੀਵਾਨਗੀ ਦੀ ਜ਼ਰੂਰਤ ਇਸ ਸਮੇਂ ਜ਼ਿਆਦਾ ਹੈ। ਇਸ ਕਰਕੇ ਇਹ ਨਹੀਂ ਕਿ ਦੁਨੀਆ ਕੋ ਦੌਲਤ ਕੱਢੇ, ਲੇਕਿਨ ਜੋ ਦੌਲਤ ਦੀ ਕਹਾਣੀ ਵੰਡ ਆ ਉਹਦੇ ਪਿੱਛੇ ਵੀ ਦੀਵਾਨਗੀ ਨਹੀਂ ਸ਼ਾਮਲ, ਹੋ ਜਾਣੀ ਅਕਲ ਜਾਂ ਹੋਈ ਸ਼ਾਮਲ ਹੈ। तो दूजा जो पार्ट ਤੁਹਾਡੇ सवाल ਦਾ है कि की टीचर कवि बना सकता, पोइट बना सकता। मैं कहता कि टीचर पोइटिक एंड पोइट्री लवर्स जरूर बना सकता। कि मैं जिथे जिन्होंने कॉलेजा 'ਚ मैं कभी जाना तो ਜਦੋਂ मैं ਉੱਥੇ ਚਾਰ ਫਿਕਰੇ ਹੀ ਬੋਲਦਾ तो मैं उन्होंने प्रतिकर्म तो समझ जाना कि इन्हों का टीचर कौन है। कि वो बच्चों का जो रिस्पॉन्स होंगे, ਜਾਂ जिस तरह ਤੁਹਾਨੂੰ सुनते ਆ, ਉਹਨਾਂ ਦੇ ਸੁਣਨ ਵਿੱਚ ਉਹ ਅਧਿਆਪਕ ਜਿਹੜਾ ਹੁੰਦਾ, ਜਿਹੜਾ ਉਹਨਾਂ ਨੂੰ ਪੋਇਟ ਵੀ ਬਣਾ ਸਕਦਾ ਹੁੰਦਾ, ਪਰ ਪੋਇਟਿਕ ਤੇ ਪੋਇਟਰੀ ਲਵਰ ਤਾਂ ਜ਼ਰੂਰ ਬਣਾ ਸਕਦਾ ਹੁੰਦਾ। ਜਿਵੇਂ ਉਹ ਕਹਿੰਦੇ ਵੀ ਤੁਹਾਨੂੰ ਬੰਦਾ ਸਰੰਗੀ ਬਾਜ਼ ਕਹਿੰਦਾ ਕਿ ਤੈਨੂੰ ਕਿ ਮਹਾਰਾਜ ਨੇ ਸਰੰਗੀ ਸੁਣਨ ਲਈ ਬੁਲਾਇਆ, ਉਹ ਕਹਿੰਦਾ ਅੱਛਾ ਮਹਾਰਾਜ ਨੂੰ ਸਰੰਗੀ ਸੁਣਨੀ ਆਉਂਦੀ ਹੈ।
ਉਹ ਬੰਦਾ ਹੈਰਾਨ ਹੈ ਵੀ ਸਰੰਗੀ ਸੁਣਨੀ ਦਾ ਕੀ ਮਤਲਬ ਹੋਇਆ, ਕਿ ਸਰੰਗੀ ਵਜਾਉਣੀ ਆਉਣ ਦਾ ਤਾਂ ਠੀਕ ਆ। ਕਹਿੰਦਾ ਨਹੀਂ, ਹਾਂ ਇਹਦਾ ਮਤਲਬ ਵੀ ਹੁੰਦਾ ਕਿ ਸਰੰਗੀ ਸੁਣਨੀ ਵੀ ਆਉਣ ਦਾ ਵੀ ਮਤਲਬ ਹੈ ਕਿ ਤੁਸੀਂ ਇੱਦਾਂ ਕਰਿਓ, ਤੁਸੀਂ ਦਰਬਾਰ 'ਚ ਰੇਤਾ ਇੱਕ ਸਾਈਡ ਤੇ ਵਿਛਾ ਦਿਓ, ਮੈਂ ਸੱਸੀ ਦੀ ਧੁਨ ਵਜਾਊਂਗਾ, ਤੇ ਜੇ ਤਾਂ ਮਹਾਰਾਜ ਨੂੰ ਸੁਣਨਾ ਆਉਂਦਾ ਹੋਇਆ ਤੇ ਉਹ ਰੇਤਾ ਦੇ ਉੱਪਰ ਸੱਸੀ ਦੀ ਪੈੜ ਉਹਨਾਂ ਨੂੰ ਦਿਖਾਈ ਦੇ ਦੂਗੀ, ਤੇ ਜੇ ਨਾ ਸੁਣਨਾ ਆਉਂਦਾ ਹੈ ਤਾਂ ਰੇਤਾ ਉੜ ਕੇ ਅੱਖਾਂ 'ਚ ਪਊਗੀ। ਸੋ ਮੈਂ ਇਹਦਾ ਸਮਝਦਾ ਕਿ ਜਿਹੜੇ ਟੀਚਰ ਇਹੋ ਜਿਹੇ ਹੋਣਗੇ ਹਨਾ, ਜਾਂ ਪੋਇਟਸ ਹੋਣਗੇ ਜਾਂ ਪੋਇਟਿਕ ਹੋਣਗੇ, ਉਹ ਆਪਣੇ ਬੱਚਿਆਂ ਨੂੰ ਪੋਇਟ ਵੀ, ਜਿਨ੍ਹਾਂ 'ਚ ਪੋਇਟਰੀ ਦੇ ਕੋਈ ਸੀਡ, ਉਹਨੂੰ ਪੋਇਟ ਵੀ ਬਣਾ ਸਕਦੇ ਆ। ਜੇ ਪੋਇਟ ਨਾ ਵੀ ਬਣਾ ਸਕਣ ਤਾਂ ਉਹਨਾਂ ਨੂੰ ਕਾਵਿਕ ਜਾਂ ਕਵਿਤਾ ਨੂੰ ਪਿਆਰ ਕਰਨ ਵਾਲੇ, ਸਮਝਣ ਵਾਲੇ ਜ਼ਰੂਰ ਬਣਾ ਸਕਦੇ ਆ। ਜੀ ਭੱਟ ਸਾਹਿਬ, ਆਪਾਂ ਇੱਥੋਂ ਤੁਸੀਂ ਮੱਧਕਾਲ ਬਾਰੇ ਗੱਲ ਕੀਤੀ ਹੋਈ ਹੈ ਕਿ ਮੱਧਕਾਲ ਦੇ ਵਿੱਚ ਕਵੀ ਕਿਵੇਂ ਇੰਪੋਰਟੈਂਟ ਹੈ, ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਮੱਧਕਾਲ ਦਾ ਜਿਹੜਾ ਕਵੀ ਹੈ ਉਹ ਨਾਲ ਗੁਰੂ ਵੀ ਹੈ। ਨਾਨਕ ਸ਼ਾਇਰ ਏਵ ਕਹਿਤ ਹੈ, ਸਾਡੇ ਕੋਲ ਗੁਰੂ ਹੀ ਅਸਲ 'ਚ ਸ਼ਾਇਰ ਹੈ, ਟੀਚਰ ਹੀ ਅਸਲ 'ਚ ਸ਼ਾਇਰ ਹੈ, ਜੇ ਇਸ ਤਰ੍ਹਾਂ ਨਾਲ ਦੇਖਣਾ ਹੋਵੇ ਤਾਂ। ਕੀ ਸਾਡੀ ਜਿਹੜੀ ਇਹ ਗੁਰਮਤ ਦੀ ਟ੍ਰੈਡੀਸ਼ਨ ਹੈ ਮੱਧਕਾਲ 'ਚ, ਕੀ ਇਹਦੇ ਚੋਂ ਅਸੀਂ ਕੋਈ ਜਿਹੜੇ ਟੀਚਰਸ ਆ ਅੱਜ ਕੱਲ੍ਹ ਦੇ, ਕੋਈ ਫਰੇਮਵਰਕ ਟੀਚਿੰਗ ਦਾ ਬਣਾ ਸਕਦੇ ਹਾਂ? ਇਹਦੇ ਵਿੱਚ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਪਈਆਂ ਨੇ ਕਿ ਅਸੀਂ ਉਹਦੇ ਚੋਂ ਟੀਚਿੰਗ ਦਾ ਕੋਈ ਇਸ ਤਰ੍ਹਾਂ ਦਾ ਫਰੇਮਵਰਕ ਡਿਵੈਲਪ ਕਰ ਸਕਦੇ ਹੋਈਏ? ਇਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਆ ਕਿ ਜਦੋਂ ਅਸੀਂ ਗੁਰੂ ਕਹਿੰਦੇ ਆ ਤੇ ਸਿੱਖ, ਯਾਨੀ ਸਿੱਖ ਲਫ਼ਜ਼ ਵੀ ਕਹਿੰਦੇ ਵੀ ਗੁਰੂ ਦਾ ਸਿੱਖ, ਤੋ ਸਿੱਖ ਦਾ ਮਤਲਬ ਇਹ ਹੈ ਕਿ ਜਿਹੜਾ ਸ਼ਿਸ਼ ਹੈ ਜਾਂ ਜਿਹੜਾ ਸਿੱਖ ਰਿਹਾ। ਤੋ ਸੋ ਇਸ ਪਰੰਪਰਾ ਦਾ ਜਿਹੜਾ ਆਧਾਰ ਵਿੱਚ ਹੀ, ਯਾਨੀ ਇਸ ਸਾਨੂੰ ਲੱਗਦਾ ਕਿ ਇਹਦਾ ਮਾਡਲ ਜਾਂ ਪ੍ਰੇਰਨਾ ਜਾਂ ਕੋਈ ਰੂਪ ਰੇਖਾ ਜਾਂ ਇਨਸਾਈਟਸ ਮੈਨੂੰ ਪਈਆਂ ਲੱਗਦੀਆਂ ਹੁੰਦੀਆਂ ਕਿ ਜਿਹੜਾ ਇਹਦੇ ਵਿੱਚ ਇਹ ਦੋ ਸ਼ਬਦ ਹੀ ਆਪਣੇ ਆਪ 'ਚ ਗੁਰੂ ਤੇ ਸਿੱਖ, ਕਿ ਇੱਕੋ ਬੰਦੇ ਦਾ ਨਾਂ ਹੀ ਸਿੱਖ ਪੈ ਜਾਣਾ ਜਾਂ ਉਹਦੇ ਉਹਨੂੰ ਸਿੱਖ ਹੀ ਕਿਹਾ ਜਾਣਾ। ਸੋ ਜਾਂ ਇਹ ਕਹਿਣਾ ਕਿ ਸ਼ਬਦ ਗੁਰੂ ਹੈ ਕਿ, ਸੋ ਇਹਦੇ ਵਿੱਚ ਮੈਂ ਸਮਝਦਾ ਕਿ ਇੱਕ ਜਿਹੜੀ ਬਹੁਤ ਵੱਡੀ ਗੱਲ ਹੈ, ਜਦੋਂ ਅਸੀਂ ਸੋਚਦੇ ਕਿ ਗੁਰੂ ਨਾਨਕ ਸਾਹਿਬ ਬਾਰੇ, ਤੋ ਉਹਨਾਂ 'ਚ ਬਹੁਤ ਕੁਛ ਐਸਾ ਮਿਲਦਾ। ਮੈਂ ਜਿੱਦਾਂ ਸੋਚਦਾ ਕਿ ਜਿਹੜੀ ਜਿਸ ਤਰ੍ਹਾਂ ਦੀ ਅਸੀਂ ਟੀਚਿੰਗ ਜਾਂ ਜਿਸ ਤਰ੍ਹਾਂ ਟੀਚ ਕਰਨਾ ਚਾਹੀਦਾ, ਭਾਵੇਂ ਉਹਨਾਂ ਦਾ ਇਹ ਵਾਕ ਹੋਵੇ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿ ਸੁਣੀਏ ਕੁਛ ਕਹੀਏ, ਕਿ ਇੱਕ ਡਾਇਲੋਗ ਦੀ ਜਿਹੜੀ ਗੱਲਬਾਤ ਕਿ ਬਹੁਤ ਜ਼ਰੂਰੀ ਹੈ ਕਿ ਜੇ ਆਪਾਂ ਦੁਨੀਆ ਤੇ ਯਾਨੀ ਕਿ ਇਹ ਨਹੀਂ ਕਿ ਔਰ ਕੁਛ ਸੁਣੀਏ ਕੁਛ ਕਹੀਏ, ਕਿ ਜਿਹੜੀ ਟੀਚਿੰਗ ਹੈ ਉਹ ਡਾਇਲੋਗ ਵਾਂਗੀ ਹੋਵੇ। ਉਹ 'ਚ ਇਹ ਨਹੀਂ ਕਿ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ, ਕਿ ਇੱਕ ਮਾਡਲ ਦਾ ਇਹ ਹੈ ਕਿ ਜਿਹੜੀ ਟੀਚਿੰਗ ਹੈ ਉਹ ਇੱਦਾਂ ਦੀ ਹੋਵੇ ਕਿ ਇਹ ਨਹੀਂ ਕਿ ਟੀਚਰ ਬੋਲੀ ਜਾਵੇ, ਜੇ ਸਵਾਲ ਪੁੱਛਣ ਵਾਲੇ ਬੱਚੇ ਨੂੰ ਤੁਸੀਂ ਬਿਠਾ ਦਿਓ ਕਿ ਤੂੰ ਸਵਾਲ ਨਹੀਂ ਪੁੱਛਣਾ ਚਾਹੀਦਾ। ਸੋ ਪਹਿਲੀ ਇਹ। ਦੂਜੀ ਹੈ ਕਿ ਜਿੱਦਾਂ ਉਹਨਾਂ ਦੀ ਵਾਕ ਆਉਂਦਾ ਹੈ ਕਿ ਖੋਜੀ ਉਪਜੇ ਬਾਦੀ ਬਨਸੇ, ਕਿ ਜਿਹੜਾ ਖੋਜ ਕਰਦਾ ਉਹ ਤਾਂ ਵਿਕਾਸ ਕਰਦਾ, ਜਿਹੜਾ ਬਾਦੀ ਬਣ ਜਾਂਦਾ, ਬਾਦੀ ਤੋਂ ਮਤਲਬ ਜਿਹੜਾ ਇੱਕ ਜਾਨੀ ਕਿਸੇ ਚੀਜ਼ ਨੂੰ ਡੌਗਮੈਟਿਕ ਹੋ ਗਿਆ ਕਿ ਇਹੀ ਠੀਕ ਆ, ਕਿ ਉਹ ਤਾਂ ਵਿਨਾਸ਼ ਹੁੰਦਾ। ਸੋ ਉਹ ਵੀ ਲੱਗਦਾ ਵੀ ਉਹ ਵੀ ਇੱਕ ਬਹੁਤ ਇੱਕ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹੜੀ ਸਾਨੂੰ ਸਿੱਖਣ ਦੇ ਹੋਰ ਖੋਜ ਕਰਨ ਦੇ ਰਸਤੇ ਤੇ ਪਾਉਣ ਵਾਲਾ ਜਿਹੜਾ ਵਾਕ ਹੈ। ਜਾਂ ਉਹਦਾ ਇੱਕ ਹੋਰ ਵਾਕ ਹੈ ਕਿ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਕਿ ਜਿੱਦਾਂ ਅਸੀਂ ਕਹਿੰਦੇ ਕਿ ਅਸੀਂ ਰੀਤ ਨੂੰ ਬਹੁਤ ਰੀਤ ਹੋ ਗਈ ਜਾਂ ਅਨੁਸ਼ਠਾਨ ਹੋ ਗਿਆ ਜਾਂ ਕੋਈ ਰਸਮ ਹੋ ਗਿਆ, ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੀ ਰੀਤ ਆ। ਉਹ ਕਹਿੰਦੇ ਕਿ ਰੀਤ ਮੇਰੇ ਲਈ ਪਿਆਰੀ ਨਹੀਂ ਆ, ਉਹ ਰੀਤ ਮੈਨੂੰ ਬਹੁਤ ਬੁਰੀ ਲੱਗਦੀ ਹੈ ਜਿਹੜੀ ਮੈਨੂੰ ਪ੍ਰੀਤ ਤੋਂ ਦੂਰ ਲੈ ਕੇ ਜਾਂਦੀ ਹੈ। ਸੋ ਪ੍ਰੀਤ ਇੱਕ ਮੈਂ ਸਮਝਦਾ ਕਿ ਫਿਊਚਰਿਸਟਿਕ ਚੀਜ਼ ਹੈ, ਔਰ ਪ੍ਰੀਤ ਇੱਕ ਉਹਦਾ ਸਪੌਂਟੇਨਿਟੀ ਨਾਲ ਵੀ ਤਾਲੁਕ ਹੈ, ਉਹਦਾ ਕਾਵਿਕਤਾ ਨਾਲ, ਪੋਇਟਰੀ ਨਾਲ ਵੀ ਤਾਲੁਕ ਹੈ। ਸੋ ਉਹ ਜਿਹੜੀ ਰੀਤ ਹੈ ਉਹ ਲੱਗਦਾ ਕਿ ਰੀਤ ਇੱਕ ਤਾਂ ਫਿਕਸ ਹੋ ਗਈ, ਪਥਰਾ ਗਈ, ਲੇਕਿਨ ਜਿਹੜੀ ਪ੍ਰੀਤ ਆ ਉਹ ਪਾਣੀ ਵਾਂਗ ਆਪਾਂ ਸਮਝ ਉਹਦਾ ਇੱਕ ਫਲੋ ਫਿਊਚਰ ਵੱਲ ਫਲੋ ਜਾਂਦਾ। ਸੋ ਇਹ ਵੀ ਇੱਕ ਮੈਨੂੰ ਲੱਗਦਾ ਵੀ ਇਹ ਵੀ ਮੈਨੂੰ ਤਾਂ ਐਜੂਕੇਸ਼ਨ ਨਾਲ ਜੁੜਦੀ ਬਹੁਤ ਲੱਗਦੀ ਹੁੰਦੀ ਕਿ ਅਸੀਂ ਕਈ ਵਾਰੀ ਵਿਸ਼ਕੋਇਜ਼ਮ ਸਾਡੇ ਸਕੂਲ ਹੋਣ ਪੋਇਟਰੀ ਨੂੰ ਪਰਖਣ ਦੇ,
ਜੀ ਵਾਦ ਹੋਣ ਜਾਂ ਸਾਡਾ ਕੋਈ ਪੋਲੀਟੀਕਲ ਵਾਦ ਹੀ ਹੋਵੇ ਜਾਂ ਸਾਡਾ ਸੁਸਾਇਟੀ ਦਾ ਵਾਦ ਹੋਵੇ ਜਾਂ ਅਸੀਂ ਉਹਨੂੰ ਕਹਿੰਦੇ ਵੀ ਅਸੀਂ ਉੱਥੇ ਕਈ ਵਾਰੀ ਸਾਡੇ ਗਰੂਪਸ ਝਰੀਆਂ ਬਣ ਜਾਂਦੀਆਂ ਔਰ ਉਹਨਾਂ 'ਚ ਅਸੀਂ ਫਸੇ ਰਹਿੰਦੇ ਹਾਂ ਜੀ ਔਰ ਰੀਤਾਂ 'ਚ ਫਸੇ ਰਹਿੰਦੇ ਹਾਂ। ਸੋ ਉਹ ਉਸ ਪੱਖੋਂ ਵੀ ਮੈਨੂੰ ਲੱਗਦਾ ਹੁੰਦਾ ਕਿ ਵੀ ਇਹਦੇ ਵਿੱਚ ਵੀ ਸਾਡੇ ਜਾਣੀ ਟੀਚਰਸ ਲਈ ਇੱਕ ਸੁਨੇਹਾ ਜਾਂ ਜੋ ਉਹਨਾਂ ਦੇ ਢੰਗ ਸੀਗੇ ਕਿ ਸਿੱਖਿਆ ਦੇਣ ਦੇ ਵੀ ਕਿ ਜਿਵੇਂ ਚਲੋ ਤੁਸੀਂ ਪਾਣੀ ਉਲਟ ਦਿਸ਼ਾ ਦੇਣ ਲੱਗ ਪਓ ਕਿ ਇੱਕ ਵਿਨੋਦ ਉਹਨਾਂ 'ਚ ਵਿਨੋਦੀਪਨ ਵੀ ਆ ਕਿ ਇੱਕ ਉਹਨਾਂ ਦੇ ਵਿੱਚ ਸਮਝੋ ਹਾਸ ਵੀ ਆ ਹਨਾ ਔਰ ਇੱਕ ਦੂਸਰੀ ਹੈ ਕਿ ਜਿਸ ਤਰ੍ਹਾਂ ਮੈਂ ਸਮਝਦਾ ਕਿ ਉਹ ਜਿਵੇਂ ਮੈਂ ਕਿਹਾ ਸੀ ਕਿ ਉਹ ਕਈ ਵਾਰੀ ਜਿੱਦਾਂ ਜਦੋਂ ਉਹਨੂੰ ਕਹਿੰਦੇ ਵੀ ਕੀ ਧਰਤੀ ਦੇ ਹੇਠਾਂ ਲੋਕ ਕਹਿੰਦੇ ਕਿ ਧੌਲ ਹੈ ਉਹ ਕਹਿੰਦੇ ਹਾਂ ਯੈਸ ਧੌਲ ਹੈਗਾ ਪਰ ਉਹ ਧੌਲ ਧਰਮ ਦਇਆ ਕਾ ਪੂਤ ਕਿ ਉਹ ਦਇਆ ਦਾ ਪੁੱਤਰ ਹੈ ਮਤਲਬ ਕਿ ਉਹ ਉਸ ਚੀਜ਼ ਨੂੰ ਲੈ ਵੀ ਰਹੇ ਆ ਕਿ ਇੱਕ ਤਰ੍ਹਾਂ ਉਹ ਮਤਲਬ ਫੋਕ ਨੂੰ ਨਾ ਲੈ ਲਿਆ ਜੋ ਸਾਡੇ ਕੋਲ ਗਿਵਨ ਸੀਗਾ ਲੈਂਗੁਏਜ 'ਚ ਕਿ ਇੱਕ ਨੋਨ ਤੋਂ ਅਨਨੋਨ ਤੱਕ ਜਾਣਾ ਕਿ ਜੋ ਮੈਨੂੰ ਨੋਨ ਸੀਗਾ ਉਹ ਕਿ ਆ ਧਰਤੀ ਦੇ ਹੇਠਾਂ ਧੌਲ ਉਹਨਾਂ ਨੇ ਇੱਕ ਨੋਨ ਦੇ ਵਿੱਚ ਇੱਕ ਅਨਨੋਨ ਨੋਨ ਨੂੰ ਲੈ ਕੇ ਉਹ 'ਚ ਇੱਕ ਅਨਨੋਨ ਗੱਲ ਸਾਨੂੰ ਸਮਝਾ ਦਿੱਤੀ। ਸੋ ਇਹ ਵੀ ਇੱਕ ਮੈਨੂੰ ਟੀਚਿੰਗ ਦਾ ਹੀ ਆਸਪੈਕਟ ਲੱਗਦਾ ਹੁੰਦਾ ਜਾਂ ਇੱਕ ਤਾਂ ਉਹ ਕਹਿੰਦੇ ਆ ਕਿ ਲਿਖੇ ਬਾਝੋਂ ਸੁਰਤ ਨਹੀਂ ਬੋਲ ਵਿਗਾੜੀਏ ਇਸ ਤਰ੍ਹਾਂ ਲਫ਼ਜ਼ ਹੈ ਕਿ ਵੀ ਜਾਂ ਤਾਂ ਤੁਸੀਂ ਲਿਖਦੇ ਨਹੀਂ ਆਪਾਂ ਜੋ ਲਿਖਦੇ ਹਾਂ ਬੇਸ਼ੱਕ ਲਿਖਣ ਦੇ ਖਿਲਾਫ ਵੀ ਗੱਲਾਂ ਬਹੁਤ ਪਹਿਲਾਂ ਸੁਕਰਾਤ ਦੇ ਵੇਲੇ 'ਚ ਵੀ ਹੋਈਆਂ ਲਿਖਣ ਲੇਕਿਨ ਲਿਖਣ ਨੂੰ ਬਹੁਤ ਅਹਿਮੀਅਤ ਦਿੰਦੇ ਆ ਕਿ ਲਿਖਣ ਦਾ ਮਤਲਬ ਹੈ ਕਿ ਅਸੀਂ ਲਿਖਣ ਵੇਲੇ ਜਦੋਂ ਲਿਖਣ ਵਿੱਚ ਅਸੀਂ ਬਹੁਤ ਕੰਸਨਟਰੇਟ ਹੁੰਦੇ ਹਾਂ ਅਸੀਂ ਆਪਣੇ ਅੰਦਰ ਵੀ ਝਾਤੀ ਮਾਰਦੇ ਬੋਲਣ ਵੇਲੇ ਅਸੀਂ ਸ਼ਾਇਦ ਉਹਨੂੰ ਸੁਚੇਤ ਨਹੀਂ ਹੁੰਦੇ ਪਰ ਇੱਕ ਸੈਂਟੈਂਸ ਲਿਖਣ ਵਾਲੀ ਵੀ ਇਹ ਸੈਂਟੈਂਸ ਨੇ ਰਹਿਣਾ ਇਹ ਸੈਂਟੈਂਸ ਨੇ ਪੜ੍ਹਿਆ ਜਾਣਾ ਤੁਸੀਂ ਆਪ ਉਹਨੂੰ ਪੜ੍ਹਦੇ ਆ ਸੋ ਇਹ ਸਾਰੀ ਗੱਲ ਮੈਂ ਫੀਲ ਕਰਦਾ ਕਿ ਇਹਦੇ ਵਿੱਚ ਜਿਹੜੀ ਇੱਕ ਤਰ੍ਹਾਂ ਤਾਂ ਜੋ ਸਾਡਾ ਐਟੀਟਿਊਡ ਚਾਹੀਦਾ ਜ਼ਿੰਦਗੀ 'ਚ ਐਜੂਕੇਸ਼ਨ ਦੇ ਪ੍ਰਤੀ ਜਾਂ ਸਾਡਾ ਟੀਚਰ ਦਾ ਸਟੂਡੈਂਟ ਦਾ ਇੱਕ ਉਹਦੇ ਵਿੱਚ ਹੈ ਤੋ ਦੂਸਰਾ ਉਹਦੇ ਵਿੱਚ ਮੰਨ ਲਓ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਕਿ ਸੱਚੋਂ ਔਰ ਇਹ ਸਭ ਕੋ ਕਿ ਸੱਚ ਸਭ ਤੋਂ ਹਾਈਐਸਟ ਚੀਜ਼ ਹੈ ਉਹਨਾਂ ਦੇ ਮੁਤਾਬਕ ਪਰ ਫਿਰ ਕਹਿੰਦੇ ਕਿ ਉੱਪਰ ਸੱਚ ਆਚਾਰ ਕਿ ਜੇ ਸੱਚ ਤੋਂ ਉੱਪਰ ਕੋਈ ਚੀਜ਼ ਹੈ ਤੇ ਉਹ ਹੈਗਾ ਸੱਚੀ ਲਿਵਿੰਗ ਕਿ ਉੱਥੇ ਫਿਰ ਪ੍ਰੈਕਟੀਕਲ ਵੀ ਆਉਂਦਾ ਕਿ ਇਹ ਨਹੀਂ ਕਿ ਸਿਰਫ ਸਿਖਾਉਣੇ ਆ ਬੱਚਿਆਂ ਨੂੰ ਜੇ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਜਾਂ ਅਸੀਂ ਪ੍ਰੈਕਟੀਕਲੀ ਉੱਦਾਂ ਦੇ ਨਹੀਂ ਗਏ ਤੇ ਫਿਰ ਉਹ ਸਾਡੀ ਟੀਚਿੰਗ ਜਿਹੜੀ ਸਹੀ ਨਹੀਂ ਹੈਗੀ। ਤੋ ਮੈਂ ਇੱਕ ਡ੍ਰੀਮ ਵਾਂਗੀ ਮੈਂ ਸੋਚ ਰਿਹਾ ਸੀਗਾ ਮੈਂ ਕਿਹਾ ਜਿੱਦਾਂ ਕਿ ਮੈਂ ਉਹਦੀ ਇੱਕ ਲਫ਼ਜ਼ ਵੀ ਬਣਾਇਆ ਕਿ ਜਿੱਦਾਂ ਕਿ ਕਵਨ ਕਨਸੈਪਟ ਆਫ ਐਜੂਕੇਸ਼ਨ ਉਸ ਮੈਂ ਕਵਨ 'ਚ ਮੈਂ ਇੱਦਾਂ ਬਣਾਇਆ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿ ਜਿਹੜਾ ਇੱਕ ਐਜੂਕੇਸ਼ਨ ਦਾ ਪਾਰਟ ਹੋਵੇ ਜਿਹੜਾ ਤੁਹਾਨੂੰ ਸਕਿੱਲ ਸਿਖਾ ਰਿਹਾ ਜਾਂ ਜਿਹੜਾ ਤੁਹਾਨੂੰ ਬਰਸਰੇ ਰੁਜ਼ਗਾਰ ਹੋਣ ਲਈ ਸਿਖਾ ਰਿਹਾ ਕਿ ਉਹ ਤੁਹਾਨੂੰ ਵੀ ਕਿੱਦਾਂ ਮੈਂ ਰੋਜ਼ੀ ਰੋਟੀ ਕਮਾਉਣੀ ਆ ਇੱਕ ਐਜੂਕੇਸ਼ਨ ਦਾ ਪਾਰਟ ਇਹ ਆ ਠੀਕ ਹੈ। ਦੂਸਰਾ ਪਾਰਟ ਆਪਾਂ ਜਿਹਨੂੰ ਕਹਿੰਦੇ ਆ ਕਿ ਬੇਸ਼ੱਕ ਆਪਾਂ ਚਲੋ ਨਾਮ ਜਪੋ ਪਹਿਲਾਂ ਰੱਖਦੇ ਹਾਂ ਕਿ ਨਾਮ ਜਪੋ ਦਾ ਮੇਰੇ ਲਈ ਜੋ ਮੀਨਿੰਗ ਹੈ ਕਿ ਮੈਂ ਸਮਝਦਾ ਕਿ ਜਿੱਦਾਂ ਆਪਾਂ ਉਹਨੇ ਕਿਹਾ ਸ਼ਬਦ ਗੁਰੂ ਕਿ ਸ਼ਬਦ ਗੁਰੂ ਹੈ ਤੇ ਸ਼ਬਦ ਤੇ ਨਾਮ ਦਾ ਤਾਲੁਕ ਮੈਂ ਇੱਦਾਂ ਸਮਝਦਾ ਕਿ ਜਿਹੜਾ ਇੱਕ ਤਾਂ ਗੁਰਬਾਣੀ 'ਚ ਇੱਕ ਵਾਕ ਹੁੰਦਾ ਕਿ ਨਾਮ ਕੇ ਧਾਰੇ ਸਗਲ ਜਾਣੀ ਜਿਹੜਾ ਸਾਰਾ ਸੰਸਾਰ ਆ ਉਹ ਨਾਮ ਦਾ ਧਾਰਿਆ ਹੋਇਆ ਸੋ ਨਾਮ ਤੋਂ ਮੈਂ ਲੈਣਾ ਕਿ ਮੀਨਿੰਗ ਜਾਣੀ ਜੇ ਮੈਂ ਆਪਣੇ ਤੌਰ ਤੇ ਮੈਂ ਇਹਦਾ ਕਰਦਾ ਕਿ ਨਾਮ ਦਾ ਮਤਲਬ ਹੈ ਕਿ ਮੀਨਿੰਗ ਕਿ ਸ੍ਰਿਸ਼ਟੀ ਦੀ ਹਰ ਚੀਜ਼ ਦਾ ਕੋਈ ਮੀਨਿੰਗ ਹੈ ਕਿ ਚੰਦਰਮਾ ਵੀ ਨਾਮ ਦਾ ਧਾਰਿਆ ਉਹਦੇ ਵਿੱਚ ਇੱਕ ਮੀਨਿੰਗ ਹੈ ਕਿ ਜੜ ਜਿਹੜੀ ਆ ਜਿਹੜਾ ਘਰ ਆ ਇਹਦੇ ਵਿੱਚ ਵੀ ਇੱਕ ਨਾਮ ਹੈ ਇਹਦੇ ਵਿੱਚ ਵੀ ਮੀਨਿੰਗ ਹੈ। ਸੋ ਉਹਨੂੰ ਲੈਣਾ ਕਿ ਉਹ ਜਿਹੜਾ ਉਸ ਪਾਰਟ ਦਾ ਐਜੂਕੇਸ਼ਨ ਦੇ ਉਸ ਪਾਰਟ ਦਾ ਤਾਲੁਕ ਹੋਊਗਾ ਕਿ ਨਾਮ ਸਿਮਰਨ ਦਾ ਮਤਲਬ ਇਹ ਹੈ ਕਿ ਹਰ ਵੇਲੇ ਯਾਦ ਰੱਖਣਾ ਜਾਂ ਨਾਮ ਜਪਣ ਦਾ ਕਿ ਹਰ ਵੇਲੇ ਯਾਦ ਰੱਖਣਾ ਕਿ ਜਿਹੜਾ ਯੂਨੀਵਰਸ ਹੈ ਇਹਦਾ ਕੋਈ ਬਹੁਤ ਵੱਡਾ ਰਹੱਸ ਜਾਂ ਮੀਨਿੰਗ ਹੈ ਜਾਂ ਅਸੀਂ ਇਹਨੂੰ ਮੀਨਿੰਗ ਦੇਣਾ ਹੀ ਹੋ ਸਕਦਾ ਕਿ ਅਸੀਂ ਇਹਨੂੰ ਮੀਨਿੰਗ ਦੇਣਾ ਲੇਕਿਨ ਇਹਦੇ ਪਿੱਛੇ ਕੋਈ ਬਹੁਤ ਰਹੱਸ ਹੈ। ਸੋ ਇਹ ਪਾਰਟ ਜਿਹੜਾ ਐਜੂਕੇਸ਼ਨ ਦਾ ਉਹ 'ਚ ਹੋਵੇ ਕਿ ਤੁਸੀਂ ਫਿਲਾਸਫੀ ਜਾਂ ਜ਼ਿੰਦਗੀ ਦਾ ਮਕਸਦ ਕੀ ਆ ਔਰ ਜਾਂ ਅਸੀਂ ਕੀ ਚੀਜ਼ ਆ ਯੂਨੀਵਰਸ ਕੀ ਚੀਜ਼ ਆ ਜਿਹਦੇ ਵਿੱਚ ਤੁਹਾਨੂੰ ਜਾਣੀ ਇਹ ਜਾਣਨਾ ਬਹੁਤ ਜ਼ਰੂਰੀ ਕਿ ਅਸੀਂ ਕਾਹਦੇ ਲਈ ਇੱਥੇ ਆ
ਕਿ ਜਿਹੜਾ ਇਹਨਾਂ ਸਵਾਲਾਂ ਨਾਲ ਜਿਹੜੇ ਬੱਚਿਆਂ ਦੇ ਮਨ 'ਚ ਸਵਾਲ ਹੁੰਦੇ ਪਰ ਕਦੀ ਪੁੱਛਦੇ ਨਹੀਂ, ਨਾ ਟੀਚਰ ਉਹਨਾਂ ਨੂੰ ਸੋਲਵ ਕਰਦੇ ਕਿ ਸਾਡੇ ਆਊਟ ਆਫ ਸਿਲੇਬਸ ਹੈ। ਜਦ ਕਿ ਇਹ ਸਭ ਤੋਂ ਅਹਿਮ ਸਵਾਲ ਇਹੀ ਹੁੰਦੇ ਜ਼ਿੰਦਗੀ 'ਚ ਕਿ ਮੈਂ ਕੀ ਹਾਂ ਜਾਂ ਜ਼ਿੰਦਗੀ ਕੀ ਆ। ਜਾਂ ਸੋ ਇਹਦੇ ਨਾਲ ਸਿਰਫ ਇਹ ਨਹੀਂ ਕਿ ਉਹੀ ਨਹੀਂ, ਬਾਕੀ ਜੋ ਲੇਟੈਸਟ ਫਲਸਫੇ 'ਚ ਹੋ ਰਿਹਾ ਹੋਵੇ ਕਿ ਹੁਣ ਫਿਲਾਸਫਰ ਕੀ ਸੋਚ ਰਹੇ ਆ ਇਹ ਸਾਰੇ ਬਾਰੇ, ਕਿਸੇ ਵੇਲੇ ਬੁੱਲੇ ਨੇ ਕੀ ਸੋਚਿਆ, ਨਾਨਕ ਨੇ ਕੀ ਸੋਚਿਆ। ਸੋ ਇਹ ਇੱਕ ਪਾਰਟ ਜਿਹੜਾ ਨਾ ਇਹ ਜਿਹੜਾ ਇਸ ਸਾਡੀ ਐਜੂਕੇਸ਼ਨ 'ਚ ਇੱਕ ਬਹੁਤ ਵੱਡਾ ਪਾਰਟ ਇਹ ਚਾਹੀਦਾ ਕਿ ਜੋ ਵੀ ਦੁਨੀਆ 'ਚ ਫਲਸਫਾ ਟੀਚਰ ਜਾਂ ਹੁਣ ਤੱਕ ਫਲਸਫਾ ਕਿੱਥੇ ਪਹੁੰਚਿਆ, ਹੁਣ ਅਸੀਂ ਜ਼ਿੰਦਗੀ ਦਾ ਮੀਨਿੰਗ ਕੀ ਲੈ ਰਹੇ ਹਾਂ, ਜਿਹਨੂੰ ਅਸੀਂ ਜਿਹਨੂੰ ਮੈਂ ਨਾਮ ਨਾਲ ਤੁਲਨਾ ਦੇ ਰਿਹਾ ਕਿ ਇਹ ਤੁਹਾਡਾ ਕਿ ਮੀਨਿੰਗ ਆਫ ਲਾਈਫ। ਔਰ ਮੈਂ ਥਰਡ ਕਹਿ ਰਿਹਾ ਸੀ ਕਿ ਵੰਡ ਛਕੋ, ਉਹਦਾ ਮਤਲਬ ਹੈ ਉੱਥੇ ਤੁਸੀਂ ਉਹਨਾਂ ਨੂੰ ਜਿਹੜੀ ਹੁਣ ਸਾਡੀ ਜਿੱਥੇ ਅਸੀਂ ਜੀ ਰਹੇ ਹਾਂ ਸੰਸਾਰ, ਉਹਦੇ ਵਿੱਚ ਕਿੱਦਾਂ ਦਾ ਸੰਸਾਰ ਆ, ਕਿਹੋ ਜਿਹੀ ਪੋਲੀਟਿਕਸ ਆ, ਕੀ ਦੁਨੀਆ 'ਤੇ ਕਾਣੀ ਵੰਡ ਹੈ, ਕਿੰਨੀ ਕੁ ਦੁਨੀਆ 'ਚ ਬੇਇਨਸਾਫੀ ਆ, ਕਿਸੇ ਦੇਸ਼ ਦਾ ਕੀ ਹਾਲ ਹੈ, ਸਾਡੇ ਦੇਸ਼ ਦਾ ਕੀ ਹਾਲ ਹੈ, ਕਿ ਇਹ ਵੀ ਉਹਦਾ ਪਾਰਟ ਹੋਵੇ। ਔਰ ਇਹਦੇ ਵਿੱਚ ਮੈਂ ਕੀ ਕਰ ਸਕਦਾ, ਔਰ ਜੇ ਪ੍ਰੈਕਟੀਕਲ ਹੋਵੇ ਤਾਂ ਉਹ ਹੋਵੇ ਕਿ ਬੱਚੇ ਨੇ 1 ਮਹੀਨਾ ਇੱਕ ਪਿੰਡ ਰਹਿਣਾ, ਪਿੰਡ ਰਹਿ ਕੇ ਜਾਣਾ ਕਿ ਪਿੰਡ ਕਿੱਦਾਂ ਰਹਿ ਰਹੇ, ਉਹਦੀ ਅਸਾਈਨਮੈਂਟ ਇਹ ਹੋਵੇ ਕਿ ਤੂੰ ਉੱਥੇ ਰਹਿ ਕੇ ਦੇਖਣਾ ਕਿ ਜੋ ਪਿੰਡ ਕਿੱਦਾਂ ਜੀ ਰਿਹਾ, ਪਿੰਡ ਦੇ ਲੋਕ ਕਿੱਦਾਂ ਦੇ ਜੀ ਰਹੇ। ਸੋ ਮੈਂ ਸੁਪਨਮਈ ਤਰੀਕੇ ਨਾਲ ਇੱਦਾਂ ਇੱਕ ਸੋਚਿਆ ਕਿ ਜਿਹੜੀ ਐਜੂਕੇਸ਼ਨ ਜੇ ਇਹ 3 ਚੀਜ਼ਾਂ ਨੂੰ ਲੈ ਕੇ ਚੱਲੇ, ਇਹਨਾਂ ਦੇ ਨਾਮ ਕੋਈ ਵੀ ਹੋ ਸਕਦੇ ਆ, ਜਿੱਥੇ ਉਹਦੀ ਯਾਨੀ ਇੱਕ ਸਕਿੱਲ ਆ, ਇੱਕ ਫਲਸਫਾ ਜਾਂ ਮੀਨਿੰਗ ਆਫ ਲਾਈਫ ਆ, ਜਿੱਥੇ ਯਾਨੀ ਪੋਇਟਰੀ ਵੀ ਆਵੇ, ਮਿਊਜ਼ਿਕ ਵੀ ਆਵੇ, ਔਰ ਇੱਕ ਹਿੱਸਾ ਹੋਇਆ ਕਿ ਪ੍ਰੈਕਟੀਕਲ ਲਾਈਫ ਅਸੀਂ ਲਾਈਫ 'ਚ ਕਰ ਕੀ ਰਹੇ ਹਾਂ, ਸਾਡੀ ਜਿਹੜੀ ਆਚਾਰ ਹੈ ਨਾ, ਸਾਡਾ ਜਿਹੜਾ ਵਿਵਹਾਰ ਆਚਰਣ ਉਹਦਾ ਕੀ, ਅਸੀਂ ਕੀ ਕਰ ਰਹੇ ਹਾਂ। ਸੋ ਇੱਦਾਂ ਦੀ ਜਿਹੜੀ ਉਹਨੂੰ ਰੈਲੇਵੈਂਟ ਹਰ ਪੱਖੋਂ ਹੀ ਰੈਲੇਵੈਂਟ ਬਣਾਇਆ ਜਾਵੇ ਤਾਂ ਉਹ ਸ਼ਾਇਦ ਇੱਕ ਕੰਪਲੀਟ ਕਿਸਮ ਦੀ ਐਜੂਕੇਸ਼ਨ ਹੋ ਸਕਦੀ ਹੈ, ਜਿਹੜੀ ਸਾਨੂੰ ਸਾਰੇ ਇੱਕ ਜਿੱਦਾਂ ਨਵੇਂ ਮਾਨਵ ਦੀ ਸਿਰਜਣਾ ਵਾਲੀ ਗੱਲ। ਔਰ ਮੈਂ ਕਹਿੰਦਾ ਟੀਚਰਾਂ ਦਾ ਰੁਤਬਾ ਵੀ, ਜਿਵੇਂ ਜੱਜ ਅਸੀਂ ਕਹਿੰਦੇ ਹਾਂ ਕਿ ਵੀ ਜੱਜ ਨੂੰ ਅਸੀਂ ਬਹੁਤ ਚੀਜ਼ ਕਿ ਉਹ ਜ਼ਰੂਰੀ ਕਿ ਗਵਰਨਮੈਂਟ ਦੇ ਕਹੇ ਤੇ ਚੱਲੇ। ਸੋ ਜਿਹੜੀ ਟੀਚਰ ਦੀ ਪਲੇਸ ਵੀ ਹੋਵੇ, ਉਹ ਵੀ ਕਿੱਦਾਂ ਦੀ ਪਲੇਸ ਹੋਵੇ, ਯਾਨੀ ਜਿਹੜੇ ਟੀਚਰ ਮੰਨ ਲਓ ਤੁਸੀਂ ਇੱਕ ਇਹੋ ਜਿਹਾ ਬੋਰਡ ਬਣਾਉਣੇ ਆ ਜਾਂ ਉੱਥੇ ਆ ਕਿ ਉਹ ਬੰਦੇ ਡਿਸਾਈਡ ਸਿਲੇਬਸ ਕਰਨ, ਉਸ ਚੀਜ਼ ਨੂੰ ਡਿਸਾਈਡ ਕਰਨ ਕਿੱਦਾਂ ਐਜੂਕੇਸ਼ਨ ਨੂੰ ਕਿੱਦਾਂ ਵੰਡਣਾ, ਕਿੱਥੇ ਲੈ ਕੇ ਜਾਣਾ। ਇਸ ਤਰ੍ਹਾਂ ਦਾ ਮੈਂ ਜਾਨੀ ਇਹ ਮੇਰੇ ਮਨ 'ਚ ਮੱਧਕਾਲ ਨੂੰ ਪੜ੍ਹਦੇ ਮੇਰੇ ਮਨ 'ਚ ਇਸ ਤਰ੍ਹਾਂ ਦੀ ਜਾਨੀ ਇਹ ਗੱਲਾਂ ਸਾਰੀਆਂ ਆਈਆਂ ਮੇਰੇ ਖਿਆਲ 'ਚ। ਇਹ ਸੱਚੀ ਮੁੱਚੀ ਬਹੁਤ ਹੀ ਸਾਨੂੰ ਐਂ ਲੱਗ ਰਿਹਾ ਕਿ ਤੁਸੀਂ ਸਮਕਾਲ ਦੇ ਸੰਦਰਭਾਂ 'ਚ ਹੀ ਸਾਡੇ ਸਾਹਮਣੇ ਗੁਰਮਤ ਨੂੰ ਨਵੇਂ ਸਿਰੇ ਤੋਂ ਖੋਲ ਕੇ ਪੇਸ਼ ਕਰ ਰਹੇ ਸੀ, ਤੇ ਬਹੁਤ ਚੰਗਾ ਲੱਗ ਰਿਹਾ ਸੀ। ਭੱਟ ਸਾਹਿਬ, ਮੇਰੇ ਕੁਛ ਅਧਿਆਪਕ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਸੁਰਜੀਤ ਸਿੰਘ ਸੁਣ ਰਹੇ ਨੇ, ਡਾਕਟਰ ਬੂਟਾ ਸਿੰਘ ਬਰਾੜ ਸੁਣ ਰਹੇ ਨੇ, ਉਸ ਤੋਂ ਬਿਨਾਂ ਪੰਜਾਬੀ ਦੇ ਬਹੁਤ ਪਿਆਰੇ ਸ਼ਾਇਰ ਗੁਰਤੇਜ ਕੁਹਾਰਵਾਲਾ ਜੀ, ਉਸ ਤੋਂ ਬਿਨਾਂ ਰਵਿੰਦਰ ਸੰਧੂ, ਸੁਰਜੀਤ ਸਿਰੜੀ ਜੀ, ਅਰਵਿੰਦਰ ਧਾਲੀਵਾਲ, ਬਹੁਤ ਸਾਰੇ ਦੋਸਤ ਨੇ, ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦੀ। ਤੇ ਉਹ ਬੜੇ ਖੁਸ਼ ਹੋ ਰਹੇ ਨੇ ਤੁਹਾਡੀਆਂ ਗੱਲਾਂ ਸੁਣ ਕੇ, ਤੇ ਬਹੁਤ ਹੀ ਸੋਹਣੇ ਜਿਹੜੀਆਂ ਟਿੱਪਣੀਆਂ ਨੇ ਉਹ ਇਹਦੇ ਤੋਂ ਮੈਂ ਤੁਹਾਨੂੰ ਥੋੜੀ ਦੇਰ ਵਿਰਵੇ ਹੀ ਰੱਖੂੰਗੀ। ਮੈਂ ਪੜ੍ਹ ਸਕਦੀ ਹਾਂ, ਮੇਰੇ ਭਾਗਾਂ 'ਚ ਕਿ ਮੈਂ ਇਹਨਾਂ ਨੂੰ ਪੜ੍ਹ ਸਕਦੀ ਹਾਂ। ਪਰ ਸਭ ਜਦੋਂ ਅਸੀਂ ਗੁਰਮਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਹੀ ਸਾਡੇ ਕੋਲ ਮੱਧਕਾਲ 'ਚ ਇੱਕ ਹੋਰ ਪੋਇਟਰੀ ਦੀ ਬੜੀ ਵੱਡੀ ਟ੍ਰੈਡੀਸ਼ਨ ਹੈ, ਸੂਫੀ ਕਾਵ ਦੀ। ਮੈਂ ਨਿੱਜੀ ਤੌਰ ਤੇ ਅੱਜ ਕੱਲ੍ਹ ਅਸਲ 'ਚ ਬੱਚਿਆਂ ਨੂੰ ਜਦੋਂ ਸੂਫੀ ਕਾਵ ਪੜ੍ਹਾਉਣੀ ਆ, ਤੇ ਮੇਰੇ ਲਈ ਖਨਗਾਹਾਂ ਦਾ ਜਿਹੜਾ ਕਲਚਰ ਆ, ਮੈਂ ਉਹਦੇ ਤੋਂ ਕਲਾਸਰੂਮ ਦਾ ਕਲਚਰ ਕਿਵੇਂ ਡਰਾਈਵ ਕਰ ਸਕਦੇ ਹਾਂ, ਸਾਰਾ ਕੁਝ ਸੋਚ ਰਹੀ ਸੀ। ਤੁਸੀਂ ਇਸ ਟ੍ਰੈਡੀਸ਼ਨ ਬਾਰੇ ਤੇ ਇਹਦਾ ਟੀਚਿੰਗ ਲਈ ਇਸ ਟ੍ਰੈਡੀਸ਼ਨ ਦੇ ਵਿੱਚ ਕੀ ਪਿਆ, ਇਹਦੇ ਬਾਰੇ ਕਿਵੇਂ ਸੋਚਦੇ ਹੋ? ਸੂਫੀ ਟ੍ਰੈਡੀਸ਼ਨ ਬਹੁਤ ਗ੍ਰੇਟ ਟ੍ਰੈਡੀਸ਼ਨ ਹੈ। ਮੈਂ ਸਮਝਦਾ ਕਿ ਸੂਫੀ ਦਾ ਇੱਕ ਤਾਂ ਸੀ ਕਿ ਜਿਹੜੇ ਆਪਾਂ ਮਹਿਸੂਸ ਕਰਦੇ ਹਾਂ ਕਿ ਸੂਫੀਆਂ ਨੇ ਜਿਸ ਤਰ੍ਹਾਂ ਦੀ ਭਾਸ਼ਾ ਅਪਣਾਈ, ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਸਮਾਜ ਸੀਗਾ, ਕਿ ਸਮਾਜ 'ਚ ਉਹਨਾਂ ਦੀ ਇਨਵੋਲਵਮੈਂਟ ਇੱਕ ਇਸ ਪੱਧਰ ਦੀ ਸੀ ਕਿ ਉਹ ਜਿਵੇਂ ਸਹੀ ਆਪਾਂ ਕਹਿੰਦੇ ਕਿ ਜਿਹੜੇ ਪੋਇਟਰੀ ਲਿਖਦੇ
पोइट्री बन गए कि जिमें मैं कविता बाबलों की मैं कविता लिखदा किते आप ही कविता ना हो जावां, बाबलों की एक लाइन सी। सो ये सूफी जानी उन्हां सारियां दा एक उस वेले इन्ना वड्डा रोल है कि खास करके उस चीज़ नूं जोड़ा मतलब जिद्दां भी जिहड़ी गल जिस तरह गुरु नानक साहब ने कि भी जालो ऐसी रीत है ना, ते बुल्ले शाह भी जिद्दां पठ नमाजे चिक्कड़ रोजे जां हाजी लोक मक्के नूं जांदे असीं जाना तख्त हज़ारे, कि एक तरह सारे वो पथराएपन नूं भुलाउण वाले लोक ने वो कि ਜਿਹੜੇ ਸਾਨੂੰ ਉਹ ਮੀਨਿੰਗ ਨਾਲ ਜੋੜ ਰਹੇ ਲਾਈਫ ਦਾ ਜੋ ਮੀਨਿੰਗ ਹੈ ਅਖੀਰ ਜਨ ਜਿੱਥੇ ਅਸੀਂ ਕਹਿੰਦੇ ਵੀ ਫਿਰ ਕਹਿੰਦੇ ਵੀ ਅਸੀਂ ਮੰਨ ਲਓ ਬੰਦੇ ਕਹਿੰਦੇ ਕਿ ਇਹਦੇ ਕੋਲ ਕਿੰਨੇ ਪੈਸੇ ਆ ਕਿੰਨੀ ਦੌਲਤ, ਲੇਕਿਨ ਜਿਹੜਾ ਅਲਟੀਮੇਟਲੀ ਇੱਕ ਹੁੰਦੀ ਹੈ ਤੁਹਾਡੀ ਆਤਮਾ 'ਚ ਖੁਸ਼ੀ ਗਮੀ ਦੀ ਘੜੀ ਹੈ ਕਿ ਉਸ ਘੜੀ ਤੇ ਕਿੰਨੇ ਬੱਚੇ ਆ ਕਿ ਮੈਂ ਹਾਂ ਤਾਂ ਮਹਾਰਾਜਾ ਪਰ ਮੇਰੇ 'ਚ ਖੁਸ਼ੀ ਆ, ਮੈਂ ਕਹਿੰਦਾ ਬਹੁਤ ਵੱਡਾ ਅਫਸਰ ਹੈ, ਪਰ ਜਿਹੜੀ ਮੇਰੀ ਚੇਤਨਾ 'ਚ ਖੁਸ਼ੀ ਗਮੀ ਦੀ ਘੜੀ ਆ ਉਹਦਾ ਟਾਈਮ ਕੀ ਆ। ਸੋ ਉਹਨਾਂ ਨੇ ਸਾਨੂੰ ਇੱਕ ਉਹ ਚੀਜ਼ ਸਿਖਾਈ ਜਿਹੜੀ ਕਿ ਸਮਝ ਲਓ ਉਹ ਉਸ ਮਤਲਬ ਗਰੀਬੀ 'ਚ ਜਾਂ ਕਿੱਦਾਂ ਜੀਂਦਿਆਂ ਹੋਇਆਂ ਫਕਰਾਂ ਵਾਂਗ ਜੀਂਦਿਆਂ ਹੋਇਆਂ ਇੰਨੀ ਬਾਦਸ਼ਾਹ 'ਚ ਜੀ ਰਿਹਾ ਸੀ। ਸੋ ਉਹ ਜਿਹੜਾ ਆਪਣੇ ਆਪ 'ਚ ਉਹਨਾਂ ਨੂੰ ਪੜ੍ਹਨਾ ਉਹਨਾਂ ਨੂੰ ਦੇਖਣਾ ਤੁਹਾਨੂੰ ਕਿਹੋ ਜਿਹੇ ਮਨੁੱਖ ਬਣਾ ਸਕਦਾ, ਇਹ ਆਪਣੇ ਆਪ 'ਚ ਬਹੁਤ ਕਮਾਲ ਦੀ ਗੱਲ ਹੈ। ਸੋ ਇਹ ਟ੍ਰੈਡੀਸ਼ਨ ਜਿੱਦਾਂ ਹੁਣ ਮਤਲਬ ਮੈਂ ਆਪਾਂ ਉਹ ਵੀ ਦੇਖਦੇ ਕਿ ਜਦੋਂ ਜਿਵੇਂ ਆਪਾਂ ਨਿਹੰਗ ਬੋਲੇ ਜਦੋਂ ਪੜ੍ਹਦੇ ਹਾਂ ਤਾਂ ਉਹ ਨਿਹੰਗ ਕਹਿੰਦੇ ਆ ਕਿ ਵੀ ਰੁੱਖ ਨੂੰ ਕਹਿੰਦੇ ਸਬਜ਼ ਮੰਦਰ, ਕਿ ਉਹਨਾਂ ਦੀ ਦਰਖਤ ਸਬਜ਼ ਮੰਦਰ ਹੈ। ਸੋ ਜਿਹੜੇ ਸੂਫੀ ਨੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਦੇਣਾ ਕਿ ਸੂਫੀਆਂ ਨੇ ਸਾਨੂੰ ਜ਼ਿੰਦਗੀ ਦੇ ਉਸ ਮਕਸਦ ਜਿਹੜਾ ਕਿ ਮੰਨ ਲਓ ਬਹੁਤ ਪਰਦਿਆਂ ਵਿੱਚ ਛੁਪਿਆ ਹੋਇਆ ਮਕਸਦ ਜੋ ਕਿ ਅਸਲੀ ਮਕਸਦ ਜੋ ਕਿ ਜਿਹਨੂੰ ਅਸੀਂ ਮਾਇਆ ਵੀ ਕਹਿ ਦਈਏ ਕਿ ਉਹਦੇ ਪਿੱਛੇ ਜੋ ਲੁਕਿਆ ਹੋਇਆ ਮਕਸਦ ਹੈ ਉਸ ਮਕਸਦ ਨਾਲ ਸਾਨੂੰ ਜੋੜਿਆ। ਤਾਂ ਉਸ ਟ੍ਰੈਡੀਸ਼ਨ ਵਿੱਚ ਵੀ ਜਾਂ ਜੇ ਫਰੀਦ ਵੀ ਉੱਚੇ ਨੇ ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਨਾ ਉੱਚੇ ਚੜ ਕੇ, ਜਾਂ ਉਹਦਾ ਕਹਿਣਾ ਕਿ ਵੀ ਜੇ ਤੋ ਪ੍ਰਿਆ ਕੀ ਸਿੱਖ ਹਿਆਓ ਨਾ ਠਾਹੇ ਕਿ ਜੇ ਤੈਨੂੰ ਰੱਬ ਦੀ ਸਿੱਖ ਆ ਤੂੰ ਕਿਸੇ ਦਿਲ ਨਾ ਤੋੜ, ਕਿ ਇੱਕ ਦਿਲ ਨੂੰ ਸਭ ਤੋਂ ਜਾਂ ਬੁੱਲੇ ਸ਼ਾਹ ਦਾ ਕਹਿਣਾ ਕਿ ਢਾ ਦੇ ਮਹਿਲ ਨਾਰੇ ਢਾ ਦੇ ਨਾ ਢਾ ਦੇ ਜੋ ਕੁਛ ਕਹਿੰਦਾ ਇੱਕ ਬੰਦੇ ਦਾ ਦਿਲ ਨਾ ਢਾਈ ਰੱਬ ਦੇ ਲਾਮ ਕਹਿੰਦਾ ਕਿ ਰੱਬ ਦੇ ਕੌਨਸੈਪਟ ਨੂੰ ਇੱਕ ਇਸ ਪੱਧਰ ਤੇ ਲੈ ਆਉਣਾ ਔਰ ਜੋ ਇੱਕ ਪੂਰਾ ਕੌਨਸੈਪਟ ਆ ਜਿਹੜਾ ਕੌਨਸੈਪਟ ਦੁਨੀਆ ਨੂੰ ਗੁਲਾਮ ਕਰਨ ਲਈ ਰੱਖਿਆ ਸੀ ਉਸ ਕੌਨਸੈਪਟ ਨੂੰ ਤੋੜ ਕੇ ਇੱਕ ਰੱਬ ਦਾ ਐਸਾ ਜਿਵੇਂ ਬੁੱਲਾ ਕਹਿੰਦਾ ਮੈਂ ਬੇਕੈਦ ਕਿ ਮੈਂ ਕਿਸੇ ਕੈਦ 'ਚ ਨਹੀਂ ਹਾਂ। ਸੋ ਇੱਕ ਉਹ ਪੂਰਾ ਯਾਨੀ ਜਿਹੜਾ ਫਲਸਫਾ ਉਹਨੂੰ ਜਾਣਨਾ ਨਾ ਜਾਂ ਉਹਨਾਂ ਦਾ ਖਾਨਗਾਹਾਂ 'ਚ ਉਹਨਾਂ ਦਾ ਡੇਰੇ 'ਤੇ ਉਹਨਾਂ ਦੇ ਮੁਰੀਦਾਂ ਦਾ ਰਹਿਣਾ ਮੁਰੀਦਾਂ ਦਾ ਉਹਨੂੰ ਸੁਣਨਾ। ਸੋ ਆਪਣੇ ਆਪ 'ਚ ਉਹ ਜਿਹੜੇ ਐਸੀਆਂ ਚੀਜ਼ਾਂ ਨੇ ਜਿਹੜੇ ਸਾਡੇ ਲਈ ਬਹੁਤ ਵੱਡੇ ਯਾਨੀ ਸਾਡੇ ਲਈ ਰੂਪ ਰੇਖਾ ਔਰ ਪੂਰਨੇ ਬਣ ਸਕਦੇ ਆ। ਮੈਂ ਮਹਿਸੂਸ ਕਰਦਾ ਕਿ ਹਾਲੇ ਤੱਕ ਵੀ ਉਹਨਾਂ ਨੂੰ ਪੜ੍ਹੀਏ ਤਾਂ ਉਹਨਾਂ 'ਚ ਜਿਵੇਂ ਉਹਨਾਂ 'ਚ ਸੇਕ ਆਉਂਦਾ ਹੈ ਨਾ ਕਿ ਤੂੰ ਮਤਲਬ ਵੇਦ ਕਿਤਾਬਾਂ ਨਿਤ ਪੜ੍ਹਦਾ ਕਦੀ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਸੋ ਇੱਕ ਆਪਣੇ ਆਪ ਨੂੰ ਪੜ੍ਹਨ ਦੀ ਐਜੂਕੇਸ਼ਨ ਹੈ ਨਾ, ਇਸ ਐਜੂਕੇਸ਼ਨ ਤੋਂ ਵੱਡੀ ਕੋਈ ਐਜੂਕੇਸ਼ਨ ਨਹੀਂ ਕਿ ਜਿਵੇਂ ਹੁਣ ਹਰਾਰੇ ਦਾ ਮੈਂ ਪੜ੍ਹਿਆ ਸੀ। ਹਰਾਰੇ ਕਹਿੰਦਾ ਕਿ ਜਿਹੜਾ ਇਫ ਯੂ ਵਾਂਟ ਟੂ ਨੋ ਮੈਨ ਕਿ ਆਪਣੇ ਦਿਲ 'ਚ ਬਹੁਤ ਡੂੰਘਾ ਉੱਠ ਕੇ ਦੇਖੋ ਕਿ ਮੈਂ ਕੀ ਸੋਚਦਾ। ਉਸ ਤੁਹਾਨੂੰ ਕਿ ਜਿਹੜੇ ਬਾਕੀ ਅਸੀਂ ਜਿਹੜੇ ਕਰਦੇ ਨਾ ਮੈਡੀਕਲ ਕਰਦੇ ਹਾਂ ਆਪਰੇਟ ਸਰੀਰ ਨੂੰ ਖੋਲ੍ਹਦੇ ਹਾਂ ਕਿ ਸਰੀਰ 'ਚ ਇੱਥੇ ਕਿੱਥੇ ਕੀ ਆ ਲੇਕਿਨ ਜਦੋਂ ਅਸੀਂ ਆਪਣੇ ਮਾਈਂਡ ਨੂੰ ਨਹੀਂ ਕਦੀ ਖੋਲ੍ਹਦੇ। ਸੋ ਮਾਈਂਡ ਜਿਹੜਾ ਆਪਣੇ ਆਪ ਨੂੰ ਪੜ੍ਹਨ ਦੀ ਪੜ੍ਹਾਈ ਆ ਉਹ ਆਪਣੇ ਆਪ 'ਚ ਸੋ ਜੇ ਇਹਨਾਂ ਕਵੀਆਂ 'ਚ ਸੂਫੀਆਂ 'ਚ ਸਾਰੀ ਜਿਹੜੀ ਮੱਧਕਾਲ ਦੇ ਸੂਫੀ ਗੁਰਮਤ ਦੋਵੇਂ ਧਾਰਾਵਾਂ ਨੇ ਉਹ ਇਸ ਤਰ੍ਹਾਂ ਦੀਆਂ ਧਾਰਾਵਾਂ ਨੇ ਔਰ ਲੋਕਾਂ ਨਾਲ ਇੰਨੀਆਂ ਜੁੜਨ ਵਾਲੀਆਂ ਕਿ ਉਹਨਾਂ ਦੀ ਜਿਸ ਤਰ੍ਹਾਂ ਮੈਨੂੰ ਯਾਦ ਆ ਰਹੀ ਸੀ ਕਿ ਮੈਂ ਗੁਰੂ ਨਾਨਕ ਦੀ ਗੱਲ ਕਹਿੰਦਾ ਵੀ ਉਹਨਾਂ ਦਾ ਇੱਕ ਵਾਕ ਹੈ ਕਿ ਜਿੱਥੇ ਨੀਚ ਸਮਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼, ਕਿ ਇਹ ਨਹੀਂ ਕਿ ਜਿੱਥੇ ਤੇਰੀ ਪੂਜਾ ਹੋਣੀ ਉੱਥੇ ਤੇਰੀ ਨਜ਼ਰ ਨਹੀਂ ਹੋਣੀ, ਤੇਰੀ ਨਜ਼ਰ ਉੱਥੇ ਹੋਣੀ ਆ ਜਿੱਥੇ ਗਰੀਬਾਂ ਮਸਕੀਨਾਂ ਡਿੱਗੀਆਂ ਟੱਠਿਆਂ ਨੂੰ ਉਠਾਇਆ ਜਾਂਦਾ।
कि ਉਹ 'ਚ ਇੱਕ ਬਹੁਤ ਜਾਣੀ ਇੱਕ ਸਾਡੇ ਕੋਲ ਮੰਨ ਲਓ ਕਿ ਅਸਲ 'ਚ ਉਹ ਦਿਲ ਸਾਡਾ ਬਦਲ ਸਕਦਾ, ਜੇ ਮਤਲਬ ਕਵੀ ਤੁਹਾਡੇ ਦਿਨ ਨਾ ਬਦਲ ਸਕੇ ਪਰ ਤੁਹਾਡਾ ਦਿਲ ਬਦਲ ਸਕਦਾ ਹੁੰਦਾ, ਕਿ ਉਹ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਹਿੰਦਾ, ਇਹੋ ਜਿਹੀਆਂ ਸਿਖਾਉਂਦਾ ਕਿ ਤੁਹਾਡਾ ਸਾਰਾ ਇੱਕ ਤਰ੍ਹਾਂ ਵਿਜ਼ਨ ਚੇਂਜ ਹੋ ਜਾਂਦਾ, ਕਿ ਲਾਈਫ ਦਾ ਵਿਜ਼ਨ ਚੇਂਜ ਹੋ ਜਾਂਦਾ। ਸੋ ਇਹਦੇ ਵਿੱਚ ਅਸੀਂ ਕਵੀਆਂ ਦੀ ਲੋੜ ਨੂੰ ਮਹਿਸੂਸ ਕਰਦੇ ਹਾਂ ਨਾ। ਜੇ ਹੁਣ ਮੈਂ ਸੋਚਾਂ ਵੀ ਅਸੀਂ ਆਕਾਸ਼ ਸਦੀਆਂ ਤੋਂ ਦੇਖਦੇ ਸੀ, ਲੇਕਿਨ ਗੁਰੂ ਨਾਨਕ ਗਗਨ ਮੈਂ ਥਾਲ, ਕਿ ਉਹ ਇੱਕ ਵਾਕ ਨਾਲ ਉਹ ਸਦੀਆਂ ਦਾ ਆਕਾਸ਼ ਇੱਕ ਵਾਕ ਤੋਂ ਬਾਅਦ ਸਾਨੂੰ ਹੋਰ ਲੱਗਣ ਲੱਗ ਪਿਆ, ਕਿ ਉਹਦਾ ਉਹ ਹੋਰ ਹੋ ਗਿਆ, ਕਿ ਉਸ ਨੂੰ ਦਿੱਤਾ ਉਹਨਾਂ ਨੇ ਕੀ ਹੈ, ਕਿ ਉਹਨਾਂ ਨੇ ਇੱਕ ਵਾਕ ਦਿੱਤਾ, ਜਿਸ ਵਾਕ ਦੇ ਵਿੱਚ ਸਾਡੇ ਮਨਾਂ ਨੂੰ ਤਬਦੀਲ ਕਰਨ ਦੀ, ਸਾਡੇ ਵਿਜ਼ਨ ਨੂੰ ਬਦਲਣ ਦੀ ਕਿੰਨੀ ਵੱਡੀ ਸ਼ਕਤੀ। ਭੱਟ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਸ ਟ੍ਰੈਡੀਸ਼ਨ 'ਚ ਇੰਨਾ ਕੁਛ ਪਿਆ ਜਿਹੜਾ ਸਾਨੂੰ ਆਪਣੇ ਨਾਲ ਜੋੜਦਾ ਹੈ। ਮੈਂ ਪਿਛਲੇ ਸਾਲ ਆਪਣੇ ਵਿਦਿਆਰਥੀਆਂ ਨੂੰ ਜਦੋਂ ਸ਼ਾਹ ਹੁਸੈਨ ਪੜ੍ਹਾ ਰਹੀ ਸੀ, ਤਾਂ ਉਹਦੇ 'ਚ ਇੱਕ ਕਿੱਸਾ ਸ਼ਾਹ ਹੁਸੈਨ ਨਾਲ ਜੁੜਿਆ ਹੋਇਆ, ਕਿ ਉਹ ਲੰਬਾ ਸਮਾਂ ਤਾਂ ਕੁਰਾਨ ਯਾਦ ਕਰਦੇ ਰਹੇ ਤੇ ਸਾਰਾ ਜੋ ਸ਼ਰੀਅਤ ਦੇ ਨੇਮ ਸੀ ਉਹਦੀ ਬਹੁਤ ਸਖਤ ਉਹਨਾਂ ਨੇ ਪਾਲਣਾ ਕੀਤੀ। ਪਰ ਇੱਕ ਦਿਨ ਅਚਾਨਕ ਉਹਨਾਂ ਦਾ ਗੁਰੂ ਉਹਨਾਂ ਨੂੰ ਕੋਈ ਆਇਤ ਪੜ੍ਹਾ ਰਿਹਾ ਹੈ ਜਿਹਦਾ ਅਰਥ ਹੈ ਕਿ ਸਾਰੇ ਕਿਤੇ ਉਹੀ ਹੈ ਤੇ ਵਹਿਦਤੁਲ ਵਜੂਦ, ਤੇ ਉਹ ਅਚਾਨਕ ਖੜਾ ਹੋ ਜਾਂਦਾ ਉਸ ਸਾਰੇ ਨਾਲ ਬੈਠੇ ਸਾਥੀਆਂ ਦੇ ਵਿੱਚੋਂ, ਤੇ ਉੱਠ ਕੇ ਉੱਥੋਂ ਬਾਹਰ ਭੱਜ ਜਾਂਦਾ। ਉਹਨੂੰ ਸਾਰੇ ਰੋਕਦੇ ਆ ਵੀ ਤੂੰ ਆ ਜਾ ਵਾਪਸ, ਐਂ ਨੀ ਕਰੀਦਾ ਹੁੰਦਾ। ਉਹਦਾ ਗੁਰੂ ਵੀ ਰੋਕਦਾ। ਉਹ ਕਹਿੰਦਾ ਬਸ ਹੁਣ ਗੱਲ ਸਮਝ ਆ ਗਈ, ਹੁਣ ਮੈਂ ਇੱਥੇ ਬੈਠ ਕੇ ਕੀ ਕਰਨਾ। ਉਸ ਤੋਂ ਬਾਅਦ ਉਹ ਕਦੇ ਵੀ ਉਸ ਭੇਸ 'ਚ ਵਾਪਸ ਨਹੀਂ ਜਾਂਦਾ। ਜਦੋਂ ਮੈਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸੀ ਤਾਂ ਵਿਦਿਆਰਥੀ ਕਹਿੰਦੇ ਮੈਡਮ ਫਿਰ ਜਾਈਏ ਅਸੀਂ, ਉਹ ਕਲਾਸ ਛੱਡ ਕੇ ਕਹਿੰਦੇ ਵੀ ਹੁਣ ਸਾਨੂੰ ਜਾਣ ਦਿਓ, ਇਸ ਤੋਂ ਬਾਅਦ ਅਸੀਂ ਬੈਠ ਨਹੀਂ ਸਕਦੇ। ਤਾਂ ਮੈਂ ਇਹਨੂੰ ਜਦੋਂ ਮੈਂ ਹੁਣ ਪੜ੍ਹਾ ਰਹੀ ਹਾਂ ਤਾਂ ਮੈਂ ਸੋਚਣਾ ਸ਼ੁਰੂ ਕੀਤਾ ਕਿ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਟੀਚਰ ਉਦੋਂ ਸਫਲ ਹੋ ਜਾਂਦਾ ਜਦੋਂ ਵਿਦਿਆਰਥੀ ਨੂੰ ਅਧਿਆਪਕ ਦੀ ਲੋੜ ਨਹੀਂ ਰਹਿੰਦੀ ਹੈਗੀ, ਉਦੋਂ ਅਧਿਆਪਕ ਦੀ ਅਸਲ ਸਫਲਤਾ ਹੁੰਦੀ ਹੈ ਨਾ। ਤੇ ਮੈਨੂੰ ਲੱਗਿਆ ਕਿ ਸ਼ਾਹ ਹੁਸੈਨ ਨੂੰ ਵੀ ਉੱਥੇ ਜਾ ਕੇ ਆਪਣੇ ਗੁਰੂ ਦੀ ਜਿਹੜੀ ਉਹ ਪੂਰੀ ਹੋ ਜਾਂਦੀ ਹੈ ਕਿ ਹੁਣ ਮੈਨੂੰ ਗੱਲ ਸਮਝ 'ਚ ਲੱਗ ਗਈ ਹੈ, ਹੁਣ ਮੈਨੂੰ ਲੋੜ ਨਹੀਂ ਹੈ ਕਾਸੇ ਦੀ। ਤਾਂ ਉਹ ਮੈਨੂੰ ਲੱਗਦਾ ਹੁੰਦਾ, ਮੈਨੂੰ ਲੱਗਦਾ ਹੁੰਦਾ ਕਿ ਇੰਨਾ ਕੁਛ ਪਿਆ ਇਸ ਸਾਰੇ ਕਾਸੇ 'ਚ। ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ ਕਿ ਗੁਰੂ ਵੀ ਆਪਣੇ ਆਪ ਨੂੰ ਮਤਲਬ ਜਿਹੜਾ ਉਹਦਾ ਮੁਰੀਦ। ਇੱਕ ਦੂਜੀ ਗੱਲ ਵੀ ਹੈ ਵੀ ਆਪਾਂ ਇਹ ਵੀ ਕਹਿੰਦੇ ਆ ਵੀ ਜੇ ਸੁਣਨ ਵਾਲਾ ਗ੍ਰਹਿਣ ਕਰ ਰਿਹਾ ਹੋਵੇ ਫਿਰ ਸਾਡੇ ਕੋਲ ਕਹਿਣ ਲਈ ਵੀ ਬਹੁਤ ਕੁਝ ਹੁੰਦਾ ਹੈ ਨਾ। ਜਿਵੇਂ ਯਾਨੀ ਤੁਸੀਂ ਮੰਨ ਲਓ ਕਿ ਕੋਈ ਬੰਦਾ ਸਵਾਲ, ਕਈ ਵਾਰੀ ਮੈਂ ਕਲਾਸ ਮੇਰੀ 'ਚ ਮੈਂ ਜਾਣਾ ਤੇ ਮੈਂ ਹੁੰਦਾ ਕਿ ਮੈਂ ਜਾਨੀ ਇੱਕ ਬੰਦੇ ਲਈ ਬੋਲ ਰਿਹਾ ਹੁੰਦਾ ਜੀ ਜੀ, ਕਿ ਤੁਹਾਨੂੰ ਜਿਵੇਂ ਸਾਹਿਰ ਨੇ ਕਿਹਾ ਸੀ, ਮੈਂ ਸ਼ਮਾ ਸੇ ਕਹਿਤਾ ਹੂੰ ਮਹਿਫਿਲ ਸੇ ਨਹੀਂ ਕਹਿਤਾ, ਕਿ ਤਾਂ ਲੱਗਦਾ ਕਿ ਤੁਸੀਂ ਜੇ ਕਿਸੇ ਹੋਰ ਵੱਲ ਦੇਖ ਕੇ ਪੜਾਓ ਸ਼ਾਇਦ ਤੁਹਾਨੂੰ ਲੱਗੇ ਵੀ ਨਹੀਂ ਇੱਥੇ ਨਹੀਂ ਹੈ ਮੈਂ ਪੜ੍ਹਾ ਸਕਦਾ। ਸੋ ਇੱਕ ਇਹ ਵੀ ਬਹੁਤ ਹੈ ਕਿ ਜਿਹੜਾ ਇਹ ਰਿਸ਼ਤਾ ਗੁਰੂ ਔਰ ਸ਼ਿਸ਼ ਦਾ ਰਿਸ਼ਤਾ ਨਾ, ਇਹਦੇ ਵਿੱਚ ਜਿਹੜੀ ਈਵਨ ਗੁਰੂ ਕਈ ਵਾਰੀ ਅਸੀਂ ਅੱਛੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਪ ਬਹੁਤ ਕੁਝ ਸਿੱਖਦੇ ਹਾਂ ਹੈ ਨਾ, ਜੋ ਪਹਿਲਾਂ ਨਹੀਂ ਪਤਾ ਮੈਂ ਕੱਲ ਨੂੰ ਇਹ ਪੜ੍ਹਾਉਣਾ ਤੇ ਮੈਂ ਕਹਿੰਦਾ ਮੈਂ ਸ਼ੋਰ ਹਾਂ ਇਹਦੇ ਬਾਰੇ ਜੋ ਮੈਂ ਕੱਲ ਨੂੰ ਪੜ੍ਹਾਉਣਾ। ਸੋ ਤੁਸੀਂ ਆਪਣਾ ਵੀ ਯਾਨੀ ਆਪਣੇ ਆਪ ਨੂੰ ਵੀ ਤਿਆਰ ਕਰਦੇ ਹੋ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ। ਉਹ ਤਾਂ ਹੀ ਹੁੰਦਾ ਜੇ ਯਾਨੀ ਤੁਹਾਡਾ, ਜੇ ਤੁਸੀਂ ਵੀ ਯਾਨੀ ਉਸ ਪ੍ਰੋਸੈਸ 'ਚ ਪੂਰੀ ਤਰ੍ਹਾਂ ਇਨਵੋਲਵ ਹੋ, ਯਾਨੀ ਉਸ ਰਿਸ਼ਤੇ ਨੂੰ ਤੁਸੀਂ ਮਹਿਸੂਸ ਕਰ ਰਹੇ ਹੋ, ਮਾਣ ਰਹੇ ਹੋ ਨਾ, ਉਹਦੀ ਚੈਲੰਜ ਨੂੰ ਲੈ ਰਹੇ ਹੋ, ਤੇ ਉਦੋਂ ਇਹੋ ਰਿਸ਼ਤਾ ਸਹੀ। ਜੀ ਬਿਲਕੁਲ। ਭੱਟ ਸਾਹਿਬ, ਮੈਂ ਨਾ ਪਿਛਲੇ ਦਿਨਾਂ 'ਚ ਜਦੋਂ ਇਹ ਪਲੈਨਿੰਗ ਚੱਲ ਰਹੀ ਸੀ ਤਾਂ ਤੁਹਾਡੀ ਕਿਤਾਬ ਸੂਰਜ ਮੰਦਿਰ ਦੀਆਂ ਪੌੜੀਆਂ 'ਚੋਂ 2 ਲੇਖ ਦੁਬਾਰਾ ਪੜ੍ਹੇ। ਵੈਸੇ ਤਾਂ ਜਿਹੜਾ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆ, ਇਹ ਸਾਡੇ ਸਿਲੇਬਸਾਂ 'ਚ ਵੀ ਲੱਗਿਆ ਹੋਇਆ ਤੇ ਹਰ ਸਾਲ ਹੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਦੂਸਰਾ ਸੀ ਅੰਕੂ ਦੇ ਨਰਸਰੀ ਗੀਤ। ਤਾਂ ਇਹਦੇ 'ਚੋਂ ਮੈਨੂੰ ਟੀਚਿੰਗ ਬਾਰੇ ਖਾਸੀਆਂ ਚੀਜ਼ਾਂ ਪਤਾ ਲੱਗੀਆਂ, ਜਿਹੜੀਆਂ ਤੁਸੀਂ ਬਹੁਤ ਛੋਟੇ ਚਾਹੇ ਉਹ ਕਮੈਂਟ ਕੀਤੇ ਹੋਏ ਨੇ, ਪਰ ਉਹ ਬਹੁਤ ਬਿਊਟੀਫੁਲ ਨੇ ਕਿ ਕਿਵੇਂ ਬੱਚਿਆਂ ਦੇ ਵਿੱਚ ਸਿਰਜਣਸ਼ੀਲਤਾ ਬਚਾਈ ਜਾ ਸਕਦੀ ਆ, ਸਿਲੇਬਸਾਂ ਦੀ ਪਲੈਨਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਤਾਂ ਮੈਂ ਚਾਹੁੰਦੀ ਸੀ ਕਿ ਤੁਸੀਂ ਉਹਦੇ ਬਾਰੇ, ਜਿਹੜੇ ਖਾਸ ਤੌਰ ਤੇ ਉਹ ਜਿਹੜੇ ਨਰਸਰੀ ਗੀਤ ਨੇ, ਗੀਤਾਂ ਬਾਰੇ ਉਹ
ਕਵਿਤਾ ਜੋੜਨ ਵਾਲੀ ਬੱਚੇ ਕਿਵੇਂ ਜੋੜਦੇ, ਉਹਦੇ ਬਾਰੇ ਗੱਲ ਕਰੋ। ਉਹ ਮੇਰੇ ਲਈ ਬੜਾ ਇੰਟਰਸਟਿੰਗ ਮੇਰੇ ਲਈ ਗੱਲ ਸੀਗਾ ਕਿ ਉਹ 'ਚ ਖੈਰ ਇੱਕ ਤਾਂ ਮੈਂ ਬੁਨਿਆਦੀ ਗੱਲ ਤਾਂ ਇਹ ਸੋਚੀ ਆ ਕਿ ਜਿਹੜੀ ਜਿਵੇਂ ਮੈਨੂੰ ਜਾਣੀ ਮਾਂ ਬੋਲੀ ਦੀ ਅਹਿਮੀਅਤ ਵੀ ਉੱਥੋਂ ਪਤਾ ਲੱਗੀ, ਉਸ ਗੱਲ ਤੋਂ ਹੀ ਕਿ ਜਿੱਦਾਂ ਅੰਕੂ ਨੂੰ ਗੀਤ ਲੱਗੇ ਹੁੰਦੇ ਸੀਗੇ ਕਿ ਉਹ ਜੈਕ ਐਂਡ ਜਿਲ went up to the hill to fetch a pail of water, ਇੱਦਾਂ ਸੀਗਾ ਨਾ। ਤੇ ਇਹਨੂੰ ਯਾਦ ਸੀ ਪਰ ਇਹਨੂੰ ਪਤਾ ਨਹੀਂ ਸੀਗਾ ਵੀ ਉਹ ਕੀ ਆ। ਤੇ ਚਲੋ ਇੱਕ ਤਾਂ ਮੈਂ ਇਹਦੀ ਅਨੁਵਾਦ ਕੀਤਾ ਪੰਜਾਬੀ 'ਚ, ਮੈਂ ਤੈਨੂੰ ਇੰਟਰਸਟਿੰਗ ਹੈ, ਮੈਂ ਤੈਨੂੰ ਸੁਣਾਉਣਾ। ਮੈਂ ਲਿਖਿਆ ਕਿ ਸੋਨੂੰ ਤੇ ਮੋਨੂੰ ਪਹਾੜ ਤੇ ਚੜੇ, ਲੈਣ ਗਏ ਪਹਾੜ ਉੱਤੋਂ ਪਾਣੀ ਦੇ ਘੜੇ, ਡਿੱਗ ਪਿਆ ਸੋਨੂੰ ਉਹਦੀ ਭੱਜ ਗਈ ਟੋਟਣੀ, ਪਿੱਛੇ ਪਿੱਛੇ ਮੋਨੂੰ ਆਇਆ ਖਾਂਦਾ ਆਇਆ ਲੋਟਣੀ। ਤੇ ਮੈਂ ਇੱਦਾਂ ਹੀ ਫਿਰ ਸਾਰਿਆਂ ਦੇ ਜਾਣੀ ਮੈਂ ਅਨੁਵਾਦ ਕੀਤੇ ਮੋਸਟਲੀ ਜਿੰਨੀਆਂ ਨਸਲਾਂ। ਮੈਂ ਕਿਹਾ ਚਲੋ ਇਹਨੂੰ ਘੱਟ ਤੋਂ ਘੱਟ ਜੇ ਉਹ ਇਹ ਪੜ੍ਹਦਾ ਉੱਥੇ ਆ ਤੇ ਇਹਨੂੰ ਮੈਂ ਘੱਟ ਤੋਂ ਘੱਟ ਉਹ ਦੱਸਾਂ ਸੀ ਵੀ ਕੀ ਆ ਉਹ। ਤੇ ਜਿਹੜੀ ਸਭ ਤੋਂ ਸੋਹਣੀ ਗੱਲ ਇਹ ਹੋਈ ਸੀ ਕਿ ਮੈਂ ਜਦੋਂ ਇੱਕ ਇੱਦਾਂ ਆਉਂਦਾ ਵੀ ਜਦੋਂ ਘੜੀ ਨੇ ਇੱਕ ਵਜਾਇਆ, ਚੂਹਾ ਦੌੜ ਕੇ ਹੇਠਾਂ ਆਇਆ ਇੱਦਾਂ, ਤੇ ਉਹਨੂੰ ਇਹੋ ਜਾਣੀ ਇਹ ਬੜਾ ਸਟ੍ਰਾਈਕ ਕੀਤੀ ਲਾਈਨ। ਤੇ ਫਿਰ ਉਹਨੇ ਆਪ ਹੀ ਬਣਾਉਣੀ ਸ਼ੁਰੂ ਕਰਤੇ। ਮੈਂ ਲਿਖਿਆ ਕਿ ਉਹਨੇ ਆਪ ਹੀ ਗੀਤ ਬਣਾਉਣੇ ਸ਼ੁਰੂ ਕਰਤੇ। ਤੇ ਉਹਨੇ ਬਣਾਇਆ ਵੀ ਇੱਕ ਘੰਟੀ ਵੱਜੀ ਤੇ ਕੁਰਸੀ ਡਿੱਗ ਪਈ, ਇੱਕ ਘੰਟੀ ਵੱਜੀ ਤੇ ਮੇਜ਼ ਡਿੱਗ ਪਿਆ, ਇੱਕ ਕੁਰਸੀ ਡਿੱਗੀ ਤੇ ਟੀਵੀ ਡਿੱਗ ਪਿਆ। ਇੱਦਾਂ ਬਹੁਤ ਚਿਰ ਕਰਦਾ ਰਿਹਾ। ਤੇ ਮੈਂ ਕਿਹਾ ਵੀ ਹੁਣ ਇਹ ਗੀਤ ਪਤਾ ਨਹੀਂ ਕਿੱਥੇ ਮੁਕਾਊਗਾ। ਤੇ ਉਹ ਫਿਰ ਕਹਿੰਦਾ ਵੀ ਇੱਕ ਘੰਟੀ ਵੱਜੀ ਤੇ ਘੰਟੀ ਡਿੱਗ ਪਈ। ਸੋ ਮੈਂ ਕਿਹਾ ਵੀ ਇੰਨੀ ਅੱਛੀ ਇੱਕ ਤਾਂ ਗੀਤ ਦੀ ਜਿਹੜੀ ਐਂਡਿੰਗ ਕੀਤੀ, ਪੂਰਾ ਇੱਕ ਨਵਾਂ ਗੀਤ ਬਣ ਗਿਆ। ਦੂਜਾ ਸੀ ਕਿ ਜੇ ਉਹ ਸਿਰਫ ਉਹੀ ਪੜ੍ਹਦਾ ਤਾਂ ਉਹਨੇ ਕਦੀ ਇੱਦਾਂ ਦੀ ਕੋਈ ਚੀਜ਼ ਬਣਾਉਣੀ ਨਹੀਂ ਸੀ। ਕਿ ਤੁਹਾਨੂੰ ਕ੍ਰੀਏਟਿਵ ਕਿਸ ਤਰ੍ਹਾਂ ਜਿਹੜੀ ਮਾਂ ਬੋਲੀ ਪਲੱਸ ਜਿਹੜੀ ਉਹਦੇ ਵਿੱਚ ਇਬਾਰਤ ਵੀ ਹੈ ਕਿ ਤੁਸੀਂ ਕੀ ਲਿਖਿਆ, ਤੁਹਾਡਾ ਸਿਲੇਬਸ ਕੀ ਆ, ਤੇ ਉਹ ਚੀਜ਼ਾਂ ਬੱਚਿਆਂ ਨੂੰ ਕ੍ਰੀਏਟਿਵ ਬਣਾਉਣ 'ਚ ਕਿੰਨੀਆਂ ਸਹਾਈ ਹੁੰਦੀਆਂ। ਔਰ ਦੂਜੀ ਇਹ ਸੀ ਕਿ ਜਿਹੜਾ ਮੈਂ ਸਿਲੇਬਸ ਦੀ ਗੱਲ ਹੈ ਕਿ ਵਾਕਈ ਸਿਲੇਬਸ ਜਿਹੜੇ ਪ੍ਰਾਇਮਰੀ ਦੇ ਸਿਲੇਬਸ ਨੇ, ਉਸ ਉਮਰ ਦੇ ਸਿਲੇਬਸ ਆ, ਉਹ ਬਹੁਤ ਸਭ ਤੋਂ ਅਹਿਮ ਨੇ। ਮਤਲਬ ਸਭ ਤੋਂ ਅਹਿਮ ਸਿਲੇਬਸ ਉਹ ਨੇ। ਇੱਕ ਤਰ੍ਹਾਂ ਜਾਣੀ ਤੁਸੀਂ ਇੱਕ ਪਾਇਸ ਜਿੱਦਾਂ ਕੰਮ ਕਰ ਰਹੇ ਕਿ ਵੀ ਇੱਥੇ ਜਿੱਦਾਂ ਆਪਾਂ ਕਹਿੰਦੇ ਵੀ ਇਸ ਥਾਂ ਤੇ ਤੁਸੀਂ ਜੁੱਤੀ ਨਹੀਂ ਲੈ ਕੇ ਜਾ ਸਕਦੇ ਜੀ, ਕਿ ਅਸੀਂ ਬੱਚਿਆਂ ਲਈ ਸਿਲੇਬਸ ਬਣਾਉਣ ਵੇਲੇ ਸਾਨੂੰ ਬਹੁਤ ਜ਼ਿਆਦਾ ਕੇਅਰਫੁਲ ਵੀ ਤੇ ਬਹੁਤ ਜ਼ਿਆਦਾ ਇਮੈਜੀਨੇਸ਼ਨ ਸਾਡੀ, ਤੇ ਉਹਨੂੰ ਕਿਸ ਤਰ੍ਹਾਂ ਦੀ ਚੀਜ਼ ਅਸੀਂ ਪਹਿਲਾਂ ਦੱਸਣੀਆਂ ਚਾਹੁੰਦੇ ਹਾਂ ਕਿ ਉਹਨਾਂ ਦੇ ਪਹਿਲ ਪਲੇਠੇ ਉਹਨਾਂ ਦਾ ਵਾਹ ਪੈਣਾ ਇਹਨਾਂ ਨਾਲ ਸ਼ਬਦਾਂ ਨਾਲ, ਤੇ ਇਹਨਾਂ ਸ਼ਬਦਾਂ 'ਚੋਂ ਕੀ ਚੀਜ਼ਾਂ ਪੜ੍ਹਨਗੇ ਜਾਂ ਕਿਸ ਤਰ੍ਹਾਂ ਦੇ ਹੋ ਸਕਦੇ ਆ। ਤਾਂ ਉਹਦੇ ਵਿੱਚ ਵੀ ਮੈਂ ਜਿੱਦਾਂ ਖਾਸ ਕਰਕੇ ਮੈਂ ਉਹ ਕਹਾਣੀ ਬਹੁਤ ਵਾਰੀ ਕੋਟ ਕਰਦਾ ਹੁੰਦਾ ਕਿ ਜਿਹੜੀ ਰਾਜੇ ਦੀ ਧੀ ਆ ਉਹ ਚੰਦਰਮਾ ਮੰਗਦੀ ਆ ਜੀ, ਤੇ ਬੱਚੀ ਉਹ ਫਿਰ ਵਜ਼ੀਰਾਂ ਨੂੰ ਪੁੱਛਦਾ, ਤੇ ਇੱਕ ਵਜ਼ੀਰ ਕਹਿੰਦਾ ਕਿ ਚੰਦਰਮਾ ਤਾਂ ਬਹੁਤ ਇੰਨੇ ਲਾਈਟ ਈਅਰਸ ਦੂਰ ਆ। ਇੱਕ ਕਹਿੰਦਾ ਉਹ ਤਾਂ ਇੰਨਾ ਉਹ ਜਿਹਨੇ ਉਹ ਜੋ ਸਾਇੰਸ ਪੜ੍ਹਾਉਂਦੀ ਆ ਉਹ ਸਾਰਾ ਕੋਈ ਵਜ਼ੀਰ ਪੜ੍ਹਾ ਰਿਹਾ ਰਾਜੇ ਨੂੰ ਕਿ ਇੰਨੀ ਦੂਰ ਆ, ਤੇ ਉਹ ਪੂਰਾ ਮੇਜਰਮੈਂਟ ਦੱਸਦੇ ਆ। ਤੇ ਫਿਰ ਜਿਹੜਾ ਵਿਦੂਸ਼ਕ ਆ ਉਹ ਕਹਿੰਦਾ ਕਿ ਮੈਂ ਲਿਆ ਦੂੰਗਾ ਚੰਦਰਮਾ ਤੁਹਾਡੀ ਬੇਟੀ ਨੂੰ। ਉਹ ਫਿਰ ਇੱਦਾਂ ਕਹਿੰਦੇ ਵੀ ਮੱਸਿਆ ਦੀ ਰਾਤ ਨੂੰ ਇੱਕ ਕੱਟ ਕੇ ਚਾਂਦੀ ਵਰਗਾ ਜਾਂ ਕੋਈ ਚੰਦਰਮਾ ਲੈ ਬੇਟੀ ਚੰਦਰਮਾ ਤੈਨੂੰ ਦੇਤਾ। ਤੇ ਫਿਰ ਕਹਿੰਦੇ ਪਰ ਬਾਹਰ ਕਿੰਨਾ ਹਨੇਰ ਪੈ ਗਿਆ, ਆਪਣੇ ਕੋਲ ਚੰਦਰਮਾ ਆ ਗਿਆ ਪਰ ਬਾਹਰ ਕਿੰਨਾ ਹਨੇਰ ਪੈ ਗਿਆ। ਜਾਣੀ ਉਹ ਹੁਣ ਉਹਨੂੰ ਐਥਿਕਸ ਪੜ੍ਹਾਉਣੀ ਸ਼ੁਰੂ ਕਰਦਾ ਉੱਥੇ। ਤੇ ਫਿਰ ਉਹ ਕਹਿੰਦਾ ਵੀ ਜਦੋਂ ਵੀ ਅੱਜ ਥੋੜਾ ਜਿਹਾ ਦੇ ਦਈਏ ਚੰਦਰਮਾ ਦੁਨੀਆ ਨੂੰ। ਉਹ ਫਿਰ ਜਾਣੀ ਉਹ ਉਹਨਾਂ ਚੰਦਰਮਾ ਕੱਢਦਾ ਤਾਂ ਉਹ ਚੰਦਰਮਾ ਚਮਕਣ ਲੱਗ ਪੈਂਦਾ ਅਸਮਾਨ ਤੇ। ਜਾਣੀ ਉਹ ਅਖੀਰ ਬੱਚੀ ਕਹਿੰਦੀ ਚੰਦਰਮਾ ਆਪਾਂ ਸਾਰਾ ਦੇ ਦਈਏ ਦੁਨੀਆ ਨੂੰ। ਸੋ ਉਹ ਜਿਹੜੀ ਸਟੋਰੀ ਇਹੋ ਜਿਹੀ ਕਹਾਣੀ ਮੈਨੂੰ ਬੜੀ ਉਹ ਲੱਗੀ ਵੀ ਕਿੰਨੀ ਇਮੈਜੀਨੇਸ਼ਨ ਨਾਲ ਇਹ ਕਹਾਣੀ ਬਣਾਈ ਗਈ ਤੇ ਬੱਚਿਆਂ ਨੂੰ ਕਿੰਨੀ ਉਹ ਕੀ ਕੁਛ ਸਿਖਾ ਸਕਦੀ ਹੈ। ਸੋ ਇੱਦਾਂ ਦੀਆਂ ਉਹ 'ਚ ਮੈਂ ਕੁਛ ਗੱਲਾਂ ਉਸ ਲੇਖ 'ਚ ਲਿਖੀਆਂ ਕਿ ਇੱਕ ਜਿਹੜੇ ਸਿਲੇਬਸ ਨੇ ਸਾਡੇ ਉਹ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਕਿ ਸਾਡੇ ਬਹੁਤ ਜਿੱਦਾਂ ਸਿਲੇਬਸ ਪੜ੍ਹ ਕੇ ਇਹਦਾ ਕਿ ਬੱਚੇ ਨੂੰ ਕੀ ਪੜ੍ਹਨਗੇ ਹੈ ਨਾ, ਕਿੱਦਾਂ ਕੀ ਉਹ 'ਚੋਂ ਸਿੱਖਣਗੇ ਹੈ ਨਾ, ਕੀ ਲੈਣਗੇ, ਕਿ ਉਹ ਜਿਹੜੀ ਅਸੀਂ ਬਹੁਤ ਵੱਡਾ ਇੱਕ ਮੌਕਾ ਗਵਾ ਲੈਂਦੇ ਹਾਂ ਬੱਚਿਆਂ ਨੂੰ ਉਹ ਅਮੀਰੀ ਦੇਣ ਦਾ ਮੌਕਾ, ਉਹਨਾਂ ਨੂੰ ਪੋਇਟ ਬਣਾਉਣ ਦਾ ਮੌਕਾ, ਉਹਨਾਂ ਬਹੁਤ ਪਿਆਰੇ ਇਨਸਾਨ ਬਣਾਉਣ ਦਾ ਮੌਕਾ।
ਸਵਾ ਲੈਂਦੇ ਹਾਂ ਅਸੀਂ ਸਿਲੇਬਸ ਦੇ ਬਣਾਉਣ ਵਿੱਚ। ਤੁਸੀਂ ਉਹਦੇ ਵਿੱਚ ਫਾਤ ਸਾਹਿਬ ਇੱਕ ਕਮੈਂਟ ਇਹ ਵੀ ਕੀਤਾ ਕਿ ਸਾਡੇ ਸ਼ੁਰੂ ਦੇ ਵਿੱਚ ਹੀ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਇਹ ਪੜ੍ਹਾਉਣਾ ਸ਼ੁਰੂ ਕਰ ਦਿੰਨੇ ਆ, ਇਹੋ ਜਿਹੀਆਂ ਕਵਿਤਾਵਾਂ, ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ। ਤੇ ਅਸੀਂ ਲਿਟਰਲੀ ਮਤਲਬ ਕਿਉਂਕਿ ਬੱਚੇ ਉਹਨਾਂ ਨਾਲ ਰਿਲੇਟ ਹੀ ਨਹੀਂ ਕਰਦੇ ਹੁੰਦੇ ਦੇਸ਼ ਲਈ, ਹਨਾ। ਤੇ ਉਹਨਾਂ ਨੂੰ ਇਸੇ ਲਈ ਜਦੋਂ ਸਾਡੇ ਕੋਲ BA ਵਗੈਰਾ ਚ ਬੱਚੇ ਆਉਂਦੇ ਨੇ, ਮੈਂ ਕਈ ਵਾਰ ਬੱਚਿਆਂ ਨੂੰ ਸਵਾਲ ਕਰਦੀ ਹਾਂ ਵੀ ਤੁਸੀਂ ਬਹੁਤ ਛੋਟੀ ਕਲਾਸ ਤੋਂ ਕਵਿਤਾਵਾਂ ਪੜ੍ਹਨ ਲੱਗ ਜਾਂਦੇ ਹੋ ਆਪਣੇ ਸਿਲੇਬਸ ਚ, ਲਗਭਗ ਹਰ ਸਾਲ ਹੀ ਤੁਸੀਂ ਕਵਿਤਾਵਾਂ ਪੜ੍ਹਦੇ ਹੋ +2 ਤੱਕ, ਦੂਜੀ ਤੀਜੀ ਤੋਂ, ਪਹਿਲੀ ਕਲਾਸ ਤੋਂ ਲੈ ਕੇ। ਵੀ ਕੀ ਤੁਹਾਨੂੰ ਕੋਈ ਇੱਕ ਕਵਿਤਾ ਯਾਦ ਹੈ? ਤੁਸੀਂ 12 ਸਾਲ ਕਵਿਤਾਵਾਂ ਪੜ੍ਹੀਆਂ ਨੇ, 12 ਸਾਲ ਪੋਇਟਰੀ ਪੜ੍ਹ ਕੇ ਆਏ ਹੋ, ਇੰਗਲਿਸ਼ ਦੇ ਵਿੱਚ ਵੀ ਤੇ ਪੰਜਾਬੀ ਚ ਵੀ, ਤੇ ਬੱਚਿਆਂ ਨੂੰ ਇੱਕ ਵੀ ਕਵਿਤਾ ਨਹੀਂ ਯਾਦ ਹੁੰਦੀ। ਕੋਈ ਇੱਕ ਕਵਿਤਾ ਦੀਆਂ 4 ਲਾਈਨਾਂ ਸੁਣਾਉਣੀਆਂ ਵੀ ਉਹਨਾਂ ਨੂੰ ਔਖੀਆਂ ਲੱਗਦੀਆਂ ਹੁੰਦੀਆਂ ਨੇ। ਤੇ ਉਹਦਾ ਕਾਰਨ ਸ਼ਾਇਦ ਇਹ ਪਿਛਲੇ ਸਾਲ ਮੈਂ, ਦੂਜੀ ਗੱਲ ਹੈ, ਪਿਛਲੇ ਸਾਲ ਮੈਂ ਇੱਕ ਕਿਤਾਬ ਦੇਖੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਉਹਦੇ ਵਿੱਚ ਜਿਹੜੇ ਬਹੁਤੇ ਲੇਖ ਸੀ ਉਹ ਜਿਹੜੇ ਉੱਥੇ ਬੰਦੇ ਕੰਮ ਕਰਦੇ ਆ ਸਕੂਲ ਐਜੂਕੇਸ਼ਨ ਬੋਰਡ ਦੇ, ਉਹਨਾਂ ਦੇ ਜਾਂ ਉਹਨਾਂ ਦੇ ਕਿਸੇ ਵਾਕਫ ਤੇ। ਹੁਣ ਮੈਂ ਕਿਹਾ ਚਲੋ ਸਾਡੇ ਵੇਲੇ ਵੀ ਸਿਲੇਬਸ ਸੀਗਾ, ਪਰ ਮੈਨੂੰ ਯਾਦ ਆ ਕਿ ਉਹਦੇ 'ਚ ਚਰਨ ਸਿੰਘ ਸ਼ਹੀਦ ਦੀ ਕਵਿਤਾ ਸੀ ਕਿ ਬਾਦਸ਼ਾਹ ਨੂੰ ਪਿਆਸ ਲੱਗਦੀ ਆ, ਹਨਾ, ਉਹ ਫਿਰ ਸੈਨਤ ਹੁੰਦਿਆਂ ਨਫਰ ਪਿਆਲਾ ਜਲ ਠੰਡੇ ਦਾ ਲਿਆਇਆ। ਮਤਲਬ ਉਹ ਫਿਰ ਵੀ ਮੈਨੂੰ ਲੱਗਦਾ ਵੀ ਉਹ 'ਚ ਕੁਛ ਸੀਗਾ, ਬੈਟਰ ਸੀਗੀਆਂ ਉਹ। ਹੁਣ ਇਹ ਹੈ ਕਿ ਹੁਣ ਉੱਥੇ ਉਹ ਕਈ ਵਾਰੀ, ਸੋ ਇਹ ਹੈ ਕਿ ਉਹ ਸਭ ਤੋਂ ਵੱਡੀ ਗੱਲ ਹੀ ਉੱਥੇ ਹੀ ਸ਼ੁਰੂ ਹੋਣੀ ਹੈ, ਉੱਥੇ ਹੀ ਬੰਦੇ ਦਾ ਟੀਚਰ ਨਾਲ ਬੱਚੇ ਦਾ ਪਿਆਰ ਹੋਣਾ, ਉੱਥੋਂ ਹੀ ਲੈਂਗੁਏਜ ਨਾਲ ਪਿਆਰ ਹੋਣਾ। ਸੋ ਉੱਥੇ ਅਸੀਂ ਸਮਝੋ ਕਿ ਫਿਰ ਤਾਂ ਜਾਣੀ ਜੇ ਤੁਸੀਂ ਇੱਕ ਵਾਰੀ ਇਹੋ ਜਿਹੀ ਮੁੜ ਕੇ ਸਾਹਿਤ ਵੱਲ ਮੂੰਹ ਨਹੀਂ ਕਰਦੇ ਵੀ ਅੱਛਾ ਇਹ ਸਾਹਿਤ ਹੁੰਦਾ ਜਾਂ ਇਹ ਕਵਿਤਾ ਹੁੰਦੀ ਹੈ, ਫਿਰ ਨਹੀਂ ਮੈਂ ਕਵਿਤਾ ਪੜ੍ਹਦਾ। ਸੋ ਉੱਥੇ ਸਾਨੂੰ ਉਹ ਚੀਜ਼ਾਂ ਲੈ ਕੇ ਜਾਣੀ ਚਾਹੀਦੀ ਜਿਹੜੇ ਜਿੰਨਾ ਉਹਨਾਂ ਦਾ ਬੱਚਿਆਂ ਦਾ ਪਿਆਰ ਸ਼ੁਰੂ ਹੋਵੇ ਕਵਿਤਾ ਦੇ ਨਾਲ, ਭਾਸ਼ਾ ਦੇ ਨਾਲ। ਪਾਤ ਸਾਹਿਬ, ਜਿਹੜੀ ਆਪਾਂ ਹੁਣੇ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਕਿਸਮ ਦੇ ਸਿਲੇਬਸ ਹੈ ਤੇ ਇਹ ਸਾਡੇ ਸਾਹਮਣੇ ਸੱਚ ਹੈ ਕਿ ਅਸੀਂ ਕਿੱਥੇ ਪਹੁੰਚੇ ਹੋਏ ਹਾਂ, ਇਹਦੇ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਧਿਰਾਂ ਦੋਸ਼ੀ ਨੇ? ਕਿਉਂ ਮਤਲਬ ਇਸ ਤਰ੍ਹਾਂ ਦੀਆਂ ਹਾਲਤਾਂ ਸਿਲੇਬਸ ਬਾਰੇ ਜਾਂ ਟੀਚਿੰਗ ਬਾਰੇ, ਅਧਿਆਪਕ ਦੀ ਜਿਸ ਕਿਸਮ ਦੀ ਰਿਸਪੈਕਟ ਹੈ? ਮੈਂ ਇੱਦਾਂ ਜਿਹੜੀ ਪਿੱਛੇ ਜੇ ਮੈਂ ਕੁਝ ਸਾਲ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਇਸ ਵੇਲੇ ਪੰਜਾਬ ਨੂੰ, ਇੰਡੀਆ ਨੂੰ ਇੱਕ ਬਹੁਤ ਵੱਡੀ ਸਿੱਖਿਆ ਲਹਿਰ ਦੀ ਲੋੜ ਆ। ਜਿਹੜੀ ਸਿੱਖਿਆ ਦੀ ਲਹਿਰ ਉੱਠੇ, ਜਿਹੜੀਆਂ ਹੁਣ ਮਤਲਬ ਕਿੰਨੀਆਂ ਰਾਜਸੀ ਪਾਰਟੀਆਂ ਨੇ ਕਦੀ ਵੀ ਕਿਸੇ ਬੰਦੇ ਨੇ ਇਸ ਗੱਲ ਨੂੰ ਇਸ਼ੂ ਨਹੀਂ ਬਣਾਇਆ ਕਿ ਇਹਦੇ ਵਿੱਚ ਇੰਨੇ ਜ਼ਿਆਦਾ ਮੁੱਦੇ ਨੇ, ਜਾਣੀ ਇਹ ਵਪਾਰੀਕਰਨ ਤੋਂ ਲੈ ਕੇ ਸ਼ੁਰੂ ਇਸ ਗੱਲ ਤੇ ਮਾਤ ਭਾਸ਼ਾ ਦੇ, ਪਰ ਔਰ ਇੰਨੇ ਇੰਪੋਰਟੈਂਟ ਜਿਹਨਾਂ ਤੁਹਾਡੇ ਮਾਪੇ ਨਾਲ ਵੀ ਤੁਰ ਸਕਦੇ ਆ। ਜਿਵੇਂ ਸਿਰਫ ਇਹ ਲੈ ਕੇ ਤੁਰਨੇ ਕਿ ਮਾਂ ਬੋਲੀ ਅਪਣਾਓ ਜਾਂ ਅਸੀਂ ਇੱਦਾਂ, ਉਹ ਮਾਪਿਆਂ ਨੂੰ ਗੱਲ ਉਨੀ ਨਹੀਂ ਖਿੱਚ ਪਾ ਸਕਦੀ। ਜੇ ਅਸੀਂ ਪੂਰੀ ਸਿੱਖਿਆ ਲਹਿਰ ਨੂੰ, ਪੂਰੀ ਸਿੱਖਿਆ ਪ੍ਰਤੀ ਐਟੀਟਿਊਡ ਜਾਂ ਸਿੱਖਿਆ ਪ੍ਰਤੀ ਸਰਕਾਰ ਦਾ ਜੋ ਰਵੱਈਆ, ਉਹ ਸਾਰੇ ਨੂੰ ਲੈ ਕੇ ਕੋਈ ਰਾਜਸੀ ਪਾਰਟੀ, ਕੋਈ ਜਾਣੀ ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਭਲੇ ਨਾਲ ਜਾਂ ਜਸਟਿਸ ਨਾਲ ਜੋੜਦੇ ਆ, ਕਿ ਉਹ ਇਹ ਐਸੇ ਸਭ ਤੋਂ ਇਹ ਜ਼ਰੂਰਤ ਹੈ ਕਿ ਅਸੀਂ ਸਾਡੇ ਕਿਹੋ ਜਿਹੇ ਸਕੂਲ ਹੋਣ, ਕਿਹੋ ਜਿਹੇ ਕਾਲਜਸ ਹੋਣ। ਤੇ ਮੇਰੇ ਖਿਆਲ 'ਚ ਬਹੁਤ ਸਾਰੇ ਮਸਲਿਆਂ ਦਾ ਹੱਲ ਇਸ ਗੱਲ 'ਚ ਹੁੰਦਾ ਜੇ ਅਸੀਂ ਜਿਹੜੀ ਸਿੱਖਿਆ ਨੂੰ ਇਸ ਤਰ੍ਹਾਂ ਦੀ ਬਣਾ ਸਕੀਏ ਕਿ ਬੱਚਿਆਂ ਦੇ ਮਨ ਹੀ, ਅਸੀਂ ਤਾਂ ਹੁਣ ਸ਼ੁਰੂ ਤੋਂ ਹੀ ਅਸੀਂ ਬੱਚਿਆਂ ਦੇ ਮਨ ਕਿਹੋ ਜਿਹੇ ਬਣਾ ਰਹੇ ਹਾਂ, ਕਿਹੋ ਜਿਹਾ ਉਹਨਾਂ ਨੂੰ ਟੈਨਸ਼ਨ ਦੇ ਰਹੇ ਹਾਂ, ਕਿ ਉਹ ਸਾਰੇ ਕੁਛ ਚੋਂ ਹੀ ਮਤਲਬ ਬਹੁਤ ਗੱਲਾਂ ਐਸੀਆਂ ਪੈਦਾ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਜਿਹੋ ਜਿਹੇ ਉਹ ਅਖੀਰ ਇਨਸਾਨ ਬਣਦੇ ਆ। ਤੇ ਸੋ ਮੈਂ ਇਹਦੇ ਧਿਰ ਤੇ ਹੀ ਹੈ ਕਿ ਅਖੀਰ ਤਾਂ ਜਿਹੜਾ ਉਹ 'ਚ ਇਹ ਹੈ ਕਿ ਉਹ ਲਹਿਰ ਸ਼ਾਇਦ ਵਿਦਿਆਰਥੀ ਵੀ, ਟੀਚਰਸ ਵੀ ਚਲਾ ਸਕਦੇ ਆ, ਉਹ ਕਿਸੇ ਲੈਵਲ ਤੇ ਨੌਜਵਾਨ ਚਲਾ ਸਕਦੇ, ਪੋਲੀਟੀਕਲ ਪਾਰਟੀ ਚਲਾ ਸਕਦੀ ਹੈ, ਕਿ ਇਹੋ ਇੱਕ ਇਸ ਕਿਸਮ ਦੀ ਜਿਹੜੀ ਚੇਤਨਾ ਪੈਦਾ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿ ਚਲੋ ਅਸੀਂ ਕਹਿੰਦੇ ਵੀ ਜਿੱਦਾਂ ਆਪਣੇ ਅਮਰਤੀਆ ਸੈਨ ਨੇ ਕਿਹਾ ਸੀ ਕਿ ਇੱਕ ਐਜੂਕੇਸ਼ਨ ਤੇ ਇੱਕ ਜਿਹੜੀ ਸਿਹਤ ਆ, ਇਹ ਸਰਕਾਰ ਦੇ ਜ਼ਿੰਮੇਵਾਰੀ ਹੋਵੇ, ਤੇ ਫਿਰ ਉਹ ਤੋਂ ਬਾਅਦ ਮੁਕਾਬਲੇਬਾਜ਼ੀ ਸ਼ੁਰੂ ਕਰ ਲਓ। ਕਿ ਇਹੋ ਜਿਹੇ ਜਿਹੜੇ ਇਸ਼ੂ ਸਿੱਖਿਆ, ਖਾਸ ਕਰਕੇ ਸਿੱਖਿਆ, ਜੇ ਤੁਸੀਂ ਮਤਲਬ ਵੀ
ਉਹ ਇੱਕ ਬਹੁਤ ਉਹ ਅਸਲ 'ਚ ਵੱਡੇ ਇਹਨਾਂ 'ਚ ਬਹੁਤ ਪੈਸਾ ਇਨਵੋਲਵ ਹੋ ਗਿਆ, ਯੂਨੀਵਰਸਿਟੀਆਂ ਬਣ ਗਈਆਂ, ਪ੍ਰਾਈਵੇਟ ਸਕੂਲਸ ਬਣ ਗਏ, ਕਿ ਸੋ ਇਹਦੀ ਵੈਸਟਡ ਇੰਟਰਸਟ ਕਿੰਨੇ ਆ ਔਰ ਕਿੱਦਾਂ ਵੱਡੇ ਲੋਕ ਇਹਦੇ ਵਿੱਚ ਸ਼ਾਮਲ ਨੇ, ਕਿੰਨੇ ਪੋਲੀਟੀਕਲ ਲੀਡਰਸ ਸ਼ਾਮਲ ਨੇ। ਸੋ ਇਹ ਸਾਰੇ ਕੁਛ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਉਲਝਾ ਦਿੱਤਾ। ਲੇਕਿਨ ਆਪਾਂ ਨੂੰ ਇਸ ਗੱਲ ਬਾਰੇ ਸੋਚਣਾ ਔਰ ਇਸ ਗੱਲ ਬਾਰੇ ਜ਼ਰੂਰ ਹੋਣੀ ਚਾਹੀਦੀ ਆ ਡਿਸਕਸ਼ਨਸ ਵੀ ਕਿੱਥੋਂ ਅਸੀਂ ਸ਼ੁਰੂ ਕਰ ਸਕਦੇ ਹਾਂ, ਕਿੱਦਾਂ ਸ਼ੁਰੂ ਕਰ ਸਕਦੇ ਹਾਂ, ਕਿ ਅਸੀਂ ਘੱਟ ਤੋਂ ਘੱਟ ਐਜੂਕੇਸ਼ਨ ਨੂੰ ਤਾਂ ਐਜੂਕੇਸ਼ਨ ਤਾਂ ਸਾਨੂੰ ਬਹੁਤ ਵੱਡੀ ਤਬਦੀਲੀ ਲਿਆਉਣੀ ਚਾਹੀਦੀ ਆ। ਜੀ 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 ਪਾਤ ਸਾਹਿਬ, ਇੱਕ ਸਾਡੇ ਨਾਲ ਡਾਕਟਰ ਸੰਦੀਪ ਸਿੰਘ ਜੁੜੇ ਹੋਏ ਨੇ ਅਕਾਲ ਯੂਨੀਵਰਸਿਟੀ ਤੋਂ। ਉਹਨਾਂ ਨੇ ਬਹੁਤ ਹੀ ਸੋਹਣਾ ਸਵਾਲ ਕੀਤਾ ਹੈ ਕਿ ਇੰਨੀ ਬੰਦਿਸ਼ ਚੋਂ ਬੰਦੇ ਨੂੰ ਕੀ ਲੱਭਿਆ, ਕੋਈ ਜਵਾਲਾਮੁਖੀ ਸੀਨੇ 'ਚ ਹੈ ਦੱਬਿਆ, ਇਸ ਅਗਨੀ ਨੂੰ ਸੀਨੇ 'ਚ ਹੀ ਰਹਿਣ ਦੇ, ਤਾਂ ਹੀ ਚੁੱਲ੍ਹਾ ਬਲੂ, ਤਾਂ ਹੀ ਦੀਵਾ ਜਗੂ। ਇਸ ਦੇ ਹਵਾਲੇ ਨਾਲ ਅਧਿਆਪਕ ਨੂੰ ਕਿੰਨਾ ਕੁ ਸਖਤ ਹੋਣਾ ਚਾਹੀਦਾ ਹੈ? ਅਧਿਆਪਕ ਨੂੰ ਵੈਸੇ ਸਖਤ ਮੈਨੂੰ ਮੈਂ ਗੱਲ ਯਾਦ ਕਰ ਰਿਹਾ ਕਿ ਉਹ ਜਿਹੜਾ ਬਡਾਲੀ ਨਾ ਪੂਰਨ ਬਡਾਲੀ ਬ੍ਰਦਰਸ ਨਾ, ਬਡਾਲੀ ਬ੍ਰਦਰ ਸਿੰਗਰ ਹੈ ਜੀ, ਤੇ ਜਿਹੜੇ ਵੱਡੇ ਆ ਪੂਰਨ ਚੰਦ ਬਡਾਲੀ, ਉਹ ਸਾਨੂੰ ਇੱਕ ਦਿਨ ਦੱਸਣਗੇ ਗੱਲ, ਕਹਿੰਦੇ ਕਿ ਮੇਰੇ ਬਾਪੂ ਨੇ ਮੈਨੂੰ ਨਾ 4 ਵਜੇ ਉਠਾ ਲੈਣਾ ਹੈ ਨਾ, ਤੇ ਜੇ ਮੈਂ ਨਹੀਂ ਉੱਠਣਾ ਮੇਰੇ ਬੋਦਿਆਂ ਤੋਂ ਪਕੜ ਕੇ ਉਠਾ ਲੈਣਾ ਕਿ ਉੱਠ ਕੇ ਰਿਆਜ਼ ਕਰ, ਉੱਠ ਕੇ ਬੈਠ ਕੇ ਰਿਆਜ਼ ਕਰ। ਤੇ ਕਹਿੰਦਾ ਮੈਂ ਰਿਆਜ਼ ਕਰਨਾ ਤੇ ਮੈਂ ਦਿਲ 'ਚ ਬਹੁਤ ਗਾਲਾਂ ਕੱਢਣੀਆਂ ਕਿ ਮੈਨੂੰ ਬੜਾ ਮਾੜਾ ਬਾਪੂ ਟੱਕਰਿਆ ਜੀ। ਤੇ ਕਹਿੰਦਾ ਪਰ ਹੁਣ ਜਦੋਂ ਮੈਨੂੰ ਕੋਈ ਦਾਤ ਦਿੰਦਾ ਤੂੰ ਕਿਆ ਸੁਰਾਂ ਲਗਾ ਰਿਹਾ ਨਾ ਤੇਰੇ ਵਰਗੀਆਂ, ਤੇ ਮੈਂ ਕਹਿੰਦਾ ਮੇਰੇ ਬਾਪੂ ਤੋਂ ਚੰਗਾ ਕੋਈ ਬਾਪੂ ਹੀ ਨਹੀਂ ਸੀਗਾ, ਕਿ ਉਹ ਸਭ ਤੋਂ ਚੰਗਾ ਬਾਪੂ ਸੀਗਾ। ਸੋ ਉਹਨੇ ਜਿਹੜੀ ਸਖਤੀ ਤਾਂ ਮੇਰੇ ਖਿਆਲ 'ਚ ਹੈ ਵੀ ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਨੂੰ ਅਸੀਂ ਕਈ ਵਾਰੀ ਆਪ ਵੀ ਪੜ੍ਹਨਾ ਹੋਵੇ ਤਾਂ ਆਪਣੇ ਆਪ ਨੂੰ ਬਹੁਤ ਤਿਆਰ ਜਿਹਾ ਕਰਨਾ ਪੈਂਦਾ, ਕੋਈ ਤਹਈਆ ਜਿਹਾ ਕਰਨਾ ਪੈਂਦਾ, ਤੇ ਬੰਦਾ ਟਾਲਦਾ ਰਹਿੰਦਾ ਕਿ ਕੋਈ ਨਹੀਂ ਠਹਿਰ ਕੇ। ਸੋ ਮੈਂ ਸਮਝਦਾ ਕਿ ਇੰਨੀ ਇੱਕ ਬੰਦਿਸ਼ ਤਾਂ ਜ਼ਰੂਰ ਚਾਹੀਦੀ ਕਿ ਅਸੀਂ ਬੱਚਿਆਂ ਨੂੰ ਡਿਸਿਪਲਿਨ 'ਚ ਰੱਖਣਾ, ਜਾਂ ਉਹ ਇੰਨੇ ਘੰਟੇ ਪੜ੍ਹਨ, ਜਾਂ ਉਹਨਾਂ ਨੂੰ ਕੋਈ ਕੰਮ ਦੇਣਾ ਕਿ ਆਹ ਕੰਮ ਤੂੰ ਕਰਕੇ ਲਿਆਉਣਾ। ਸੋ ਇਹ ਤਾਂ ਇਹ ਨਹੀਂ ਕਿ ਇਹ ਬੰਦਿਸ਼ਾਂ ਜ਼ਰੂਰੀ ਨੇ। ਸੋ ਮੈਂ ਉਹ 'ਚ ਕਿਹਾ ਸੀ ਵੀ ਈਵਨ ਜਿਹੜਾ ਰਾਗ ਹੈ, ਰਾਗ ਨੂੰ ਪੋਇਟ ਆਪਾਂ ਕਹਿੰਦੇ ਕਿ ਮਿਊਜ਼ਿਕ ਨਾ, ਮਿਊਜ਼ਿਕ 'ਚ ਬੜੀ, ਪਰ ਉਹ 'ਚ ਵੀ ਇੰਨੀਆਂ ਬੰਦਿਸ਼ਾਂ ਨੇ ਕਿ ਆਹ ਸੁਰ ਵਰਜਿਤ ਹੈ ਇਸ ਰਾਗ ਵਿੱਚ, ਇਹ ਸੁਰ ਨਹੀਂ ਲੱਗਦੀ। ਸੋ ਇਹ ਹੈ ਕਿ ਬੰਦਿਸ਼ ਦਾ, ਡਿਸਿਪਲਿਨ ਦਾ ਬੰਦੇ ਦੀ ਲਾਈਫ 'ਚ ਹਿੱਸਾ ਹੈਗਾ। ਬੇਸ਼ੱਕ ਜਾਣੀ ਫਰਾਇਡ ਨੇ ਕਿਹਾ ਵੀ ਸਾਨੂੰ ਕਲਚਰ ਨੇ ਸਾਡੇ ਕੋਲ ਬੜਾ ਕੁਝ ਖੋਇਆ ਹੈ ਨਾ, ਪਰ ਲੇਕਿਨ ਸਾਡਾ ਕਲਚਰ ਬਿਨਾਂ ਗੁਜ਼ਾਰਾ ਨਹੀਂ ਸੀਗਾ, ਕਿ ਬੰਦੇ ਨੇ ਉਹਨੂੰ ਅੱਗੇ ਜਾਣ ਲਈ ਉਹਨੂੰ ਇੱਕ ਕਲਚਰ ਜਾਂ ਉਹਨੂੰ ਸਾਰੇ ਕੁਛ ਇੱਕ ਨੇਮ ਬਣਾਉਣੇ ਪੈਣੇ, ਉਹਦਾ ਰਸਤਾ। ਸੋ ਬੰਦਿਸ਼ ਇੱਕ म्यूजिकल टर्म भी है, कि मैं आपको एक बंदिश सुना रहा हूँ। मतलब कि वो या नज़म भी एक निज़ाम आ, नज़म मतलब भी कोई चीज़ परोई हुई है। सो मैं बंदिश की अहमियत नूं मतलब मैं ਪਰ ਉਹਨਾਂ ਦਾ ਸਵਾਲ ਇਹ ਸੀ ਵੀ ਕਿੰਨੀ ਕੁ ਬੰਦਿਸ਼। ਇਹ ਹੁਣ ਦੇਖੋ, ਇਹ ਜਿੱਦਾਂ ਉਹ ਬੁੱਧ ਨੇ ਸੀਗਾ ਵੀ ਨਾ ਤਾਰਾਂ ਇੰਨੀਆਂ ਕੱਸ ਕੇ ਟੁੱਟ ਜਾਣ, ਨਾ ਇੰਨੀਆਂ ਢਿੱਲੀਆਂ ਰੱਖ ਕੇ ਬੇਸੁਰੀਆਂ ਵੱਜਣ। ਸੋ ਉਹ ਤੂੰ ਸੁਣਨਾ ਆ ਸੰਦੀਪ ਨੇ ਕਿ ਮੇਰੀ ਤਾਰ ਕਿੰਨੀ ਕੁ ਕੱਸ ਮੰਗਦੀ ਹੈ, ਤੇ ਇਹ ਬੱਚਾ ਕਿੰਨੀ ਕੁ ਸਖਤੀ ਮੰਨਦਾ, ਉਹ ਫਿਰ ਤੁਹਾਨੂੰ ਮਨ ਨੇ ਦੱਸਣਾ ਕਿ ਹਾਂ ਹੁਣ ਤਾਰ ਸੁਰ ਹੋ ਗਈ। ਡਾਕਟਰ ਸੁਰਜੀਤ ਸਿੰਘ ਕਹਿ ਰਹੇ ਆ ਕਿ ਤੁਹਾਡੇ ਜਵਾਬ ਕਰਕੇ ਉਹ ਬਚ ਗਏ ਨੇ, ਕਿਉਂਕਿ ਉਹਨਾਂ ਤੇ ਅਕਸਰ ਬਹੁਤ ਸਖਤ ਟੀਚਰ ਹੋਣ ਦਾ ਜਿਹੜਾ ਉਹਨਾਂ ਦੇ ਨਾਲ ਵਿਸ਼ੇਸ਼ਣ ਜੋੜਿਆ ਜਾਂਦਾ ਹੈ। ਤਾਂ ਹਾਂਜੀ ਪਲੀਜ਼। ਸਖਤੀ ਦੀ ਇੰਟੈਂਸ਼ਨ ਤੋਂ ਆਪਾਂ ਸਖਤੀ ਨੂੰ ਪਰਖਦੇ ਕਈ ਵਾਰੀ ਨਾ। ਬਿਲਕੁਲ। ਮੇਰਾ ਜਿਹੜਾ ਇੱਕ ਸਵਾਲ ਸੀ ਉਹ ਇਹ ਸੀਗਾ ਕਿ ਇਸ ਵੇਲੇ ਜਿਹੜਾ ਕਵੀ ਹੈ, ਜਿਸ ਕਿਸਮ ਦਾ ਕੈਪੀਟਲਿਜ਼ਮ ਦਾ ਤੇ ਫਾਸ਼ੀਵਾਦ ਦਾ ਬੋਲਬਾਲਾ ਹੈ,
ਉਹਦੇ ਵਿੱਚ ਜਿਹੜਾ ਕਵੀ ਹੈ ਉਹ ਵੀ ਬਹੁਤ ਬੇਵੱਸ ਨਜ਼ਰ ਆ ਰਿਹਾ ਹੈ, ਤੇ ਅਧਿਆਪਕ ਕੋਲ ਵੀ ਆਪਣੇ ਨੌਜਵਾਨ ਵਿਦਿਆਰਥੀਆਂ ਨੂੰ ਦੇਣ ਵਾਸਤੇ ਕੋਈ ਉਸ ਕਿਸਮ ਦਾ ਸੁਪਨਾ ਨਹੀਂ ਹੈ। ਜਦੋਂ ਵਿਦਿਆਰਥੀ ਸਾਨੂੰ ਆ ਕੇ ਪੁੱਛਦੇ ਨੇ ਕਿ ਕੀ ਕਰੀਏ, ਅੱਗੇ ਕੀ ਕਰੀਏ ਵਰਗੇ ਸਵਾਲ, ਜਾਂ ਜੀ ਇਸ ਕੰਮ 'ਚ ਰੋਟੀ ਮਿਲ ਜੂ, ਇਸ ਕੰਮ 'ਚ ਨੌਕਰੀ ਮਿਲ ਜੂ, ਮਸਲਨ ਅਸੀਂ ਐਮਏ ਪੰਜਾਬੀ ਕਰਦੇ ਹਾਂ ਜਾਂ PhD ਕਰਦੇ ਹਾਂ, ਤਾਂ ਸੱਚੀ ਮੁੱਚੀ ਕਈ ਵਾਰ ਸਾਡੀਆਂ ਜੀਭਾਂ ਠਾਕੀਆਂ ਜਾਂਦੀਆਂ ਨੇ। ਮਤਲਬ ਕੋਈ ਜਵਾਬ ਹੁੰਦਾ ਨਹੀਂ ਕਿ ਕੀ ਕਹੀਏ, ਗਰੀਬ ਘਰਾਂ ਦੇ ਬੱਚਿਆਂ ਨੂੰ ਕਿਹੜੀ ਰਾਹ ਤੇ ਤੁਰਨ ਲਈ ਕਹੀਏ। ਉਹੀ ਹਾਲਤ ਕਵੀ ਦੀ ਵੀ ਲੱਗਦੀ ਹੈ ਮੈਨੂੰ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਕੀ ਇਹਦਾ ਕੀ ਜਵਾਬ ਹੈ ਸਾਡੇ ਕੋਲ? ਤੇ ਜਿਹੜਾ ਕਵੀ ਵੀ ਹੋਵੇ ਤੇ ਟੀਚਰ ਵੀ ਹੋਵੇ, ਉਹਦੇ ਫਿਰ ਦੋ ਧਾਰਾਵਾਂ ਲੱਗ ਹੋ ਜਾਂਦੀਆਂ। ਸੋ ਦੇਖੋ ਇਹ ਤਾਂ ਹੈ, ਮੈਂ ਅੱਜ ਕਵਿਤਾ ਆਪਣੀ ਲੱਭ ਰਿਹਾ ਸੀਗਾ, ਉਹ ਮੈਂ ਕਿਤੇ ਲਿਖੀ ਪਹਿਲਾਂ, ਫਿਰ ਮੈਨੂੰ ਪਰਸੋਂ ਚੌਥ ਲੱਭ ਪਈ ਸੀ, ਫਿਰ ਅੱਜ ਮੈਂ ਲੱਭਣ ਲੱਗਾ ਫਿਰ ਉਹ ਗਵਾਚ ਗਈ। ਉਹ ਐਂ ਸੀ, ਉਹ ਮੈਨੂੰ ਜਾਨੀ ਪੁੱਛਦੇ ਕਿ ਸਰ ਜੀ ਦੱਸੋ ਸਰ ਜੀ, ਹਨਾ ਅਸੀਂ ਤਾਂ ਇੱਥੇ ਹੀ ਫੀਸਾਂ ਭਰਦੇ, ਸਾਨੂੰ ਦੱਸੋ ਅਸੀਂ ਕੀ ਕਰੀਏ, ਹਨਾ ਕਿ ਅਸੀਂ ਤਾਲਬਾਨ ਬਣ ਜਾਈਏ, ਜਾਨੀ ਤਾਲਬ ਇਲਮ ਨੇ ਕਹਿੰਦੇ ਕਿ ਅਸੀਂ ਤਾਲਬਾਨ ਬਣ ਜਾਈਏ, ਕਿ ਅਸੀਂ ਹਿੰਸਾ ਅਖਤਿਆਰ ਕਰੀਏ, ਕੀ ਕਰੀਏ। ਮਤਲਬ ਉਹ ਇੱਕ ਪੂਰੀ ਨਜ਼ਮ ਹੈ ਇੱਦਾਂ। ਔਰ ਮੈਂ ਇਸ ਸਾਰੇ ਕੁਛ ਨੂੰ ਇੱਕ ਜਗ੍ਹਾ ਮੇਰੇ ਆਉਂਦਾ ਕਿ ਵੀ ਮੇਰੇ ਲਈ ਕਲਾਸਰੂਮ ਦਾ ਲੈਕਚਰ ਸਟੈਂਡ ਵੀ ਕਟਹਿਰਾ ਹੈ, ਕਿ ਮੈਂ ਕਟਹਿਰੇ ਵਾਂਗ ਮੈਂ ਜਦੋਂ ਸਾਡੇ ਵੇਲੇ ਬਸ ਸਥਿਤੀਆਂ ਥੋੜ੍ਹੀਆਂ ਹੋਰ ਸੀ, ਉਦੋਂ ਵੀ ਬਹੁਤ ਸੀਗੇ ਕਿ ਆ ਵੀ ਸਾਰਾ ਕੁਝ ਸੀਗਾ, ਲੇਕਿਨ ਜਿੱਦਾਂ ਉਦੋਂ ਬਹੁਤ ਹਿੰਸਾ ਦੇ ਜਿੱਦਾਂ ਨਕਸਲਾਈਟ ਮੂਵਮੈਂਟ ਵੀ ਉਦੋਂ ਸੀ, ਫਿਰ ਜੋ ਪੰਜਾਬ ਪ੍ਰੋਬਲਮ ਦੀ ਉਹ ਵੀ ਉਦੋਂ ਸੀ। ਜੀ ਤੇ ਜਾਨੀ 2-3 ਮੇਰੀਆਂ ਕਵਿਤਾਵਾਂ 'ਚ ਇੱਦਾਂ ਦਾ ਹੀ ਆਉਂਦਾ, ਜਿਵੇਂ ਉਹ 'ਚ ਪਿਆਰਾ 'ਚ ਵੀ ਆਉਂਦਾ ਵੀ ਮੈਂ ਕੀ ਪੜ੍ਹਾਉਂਦਾ ਹਾਂ, ਹਨੇਰੇ ਦੇ ਖੁਦਾਵਾਂ ਦੇ ਬੁਝਾਉਣ ਵਾਸਤੇ ਦੀਵੇ ਬਣਾਉਂਦਾ, ਜੀ ਹਨੇਰੇ ਮੰਦਿਰਾਂ ਦਾ ਮੈਂ ਪੁਜਾਰੀ, ਹਨੇਰੇ ਦਾ ਕਰਮਚਾਰੀ। ਕਿ ਅਸੀਂ ਮਤਲਬ ਇੱਕ ਅਸੀਂ ਜੋ ਕਰ ਰਹੇ ਹਾਂ, ਸਾਡੀ ਟੀਚਿੰਗ ਤੇ ਸਾਡੀ ਪੋਇਟਰੀ ਤੇ ਸਾਨੂੰ ਆਪਣੇ ਆਪ 'ਚ ਕਿਵੇਂ ਲੱਗਦਾ ਕਿ ਅਸੀਂ ਬੇਬਸ ਹਾਂ, ਔਰ ਸਾਡੀ ਗਿਲਟ ਵੀ ਹੁੰਦੀ ਆ ਉਹਨਾਂ ਗੱਲਾਂ ਦੇ ਵਿੱਚ, ਅਸੀਂ ਮਹਿਸੂਸ ਕਰਦੇ ਹਾਂ ਕਿ ਪਰ ਇਹ ਆ ਕਿ ਬੇਬਸੀ ਤਾਂ ਹੈ ਹੀ ਆ, ਪਰ ਇਹਨਾਂ ਵਕਤਾਂ 'ਚ ਅਸੀਂ ਬਸ ਬੱਚਿਆਂ ਨੂੰ ਇੱਕ ਤਾਂ ਉਹ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਸਕਦੇ ਹਾਂ ਜੀ, ਤੇ ਦੂਜਾ ਇਹ ਹੈ ਕਿ ਅਸੀਂ ਉਹਨਾਂ ਨੂੰ ਜਾਨੀ ਇੱਕ ਐਟੀਟਿਊਡ ਵੀ, ਜਿਸ ਤਰ੍ਹਾਂ ਇਹ ਹੈ ਕਿ ਹੁਣ ਇਹ ਸਾਰੇ ਕੁਝ ਦਾ ਹੱਲ ਤਾਂ ਇਹੀ ਆ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਆਪਣੀ ਆਵਾਜ਼ ਉਠਾਉਣੀ ਪਊ, ਭਾਵੇਂ ਬੇਰੁਜ਼ਗਾਰੀ ਆ ਜਾਂ ਐਜੂਕੇਸ਼ਨ ਦਾ ਇਹੋ ਜਿਹਾ ਹਾਲ ਹੈ, ਤੇ ਉਹਦੀ ਉਸ ਲਈ ਆਵਾਜ਼ ਉਠਾਉਣੀ ਤਾਂ ਪਏਗੀ ਨਾ, ਕਿ ਤੁਸੀਂ ਕਿਸੇ ਤਰ੍ਹਾਂ ਉਹਨੂੰ ਇਸ ਗੱਲ ਨੂੰ ਅੱਗੇ ਲੈ ਸਕਦੇ ਹੋ। ਉਸ ਚੀਜ਼ ਦੀ ਰੂਪ ਰੇਖਾ ਕੀ ਹੋਵੇ, ਕਿ ਉਹ ਕਿਸ ਤਰ੍ਹਾਂ ਚੱਲੇ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਸਿੱਖਿਆ ਦੀ ਲਹਿਰ, ਇੱਕ ਸਿੱਖਿਆ ਦੀ ਵੱਡੀ ਲਹਿਰ, ਤੋ ਉਹਦੇ ਨਾਲ ਹੀ ਉਹ ਨੌਜਵਾਨਾਂ ਦੀ ਜਿਹੜੀ ਇੰਪਲੋਇਮੈਂਟ ਵੀ ਜੁੜੀ ਹੋਈ ਹੈ, ਉਹ ਉਸ ਗੱਲ ਦੀ ਲਹਿਰ। ਸੋ ਇਹਨਾਂ ਗੱਲਾਂ ਦੀ ਬਹੁਤ ਜ਼ਰੂਰਤ ਹੈ। ਤੋ ਦੂਜਾ ਹੁੰਦਾ ਕਿ ਜਿੱਦਾਂ ਹੁਣ ਮੈਂ ਇੱਦਾਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਕਈ ਵਾਰੀ ਹੁੰਦਾ ਕਿ ਜਦੋਂ ਹਾਲਾਤ ਹੁੰਦੇ ਆ ਤੇ ਇੱਕ ਉਹਨਾਂ ਦਾ ਹਿੰਸਕ ਹੋਣ ਦਾ ਇੱਕ ਖਦਸ਼ਾ ਹੁੰਦਾ, ਕਿ ਜਦੋਂ ਬੰਦੇ ਬਹੁਤ ਕੋਈ ਤੰਗ ਆਉਂਦੇ ਆ। ਜਿਵੇਂ ਮੈਂ ਲਿਖਿਆ ਸੀ ਕਿ ਉਹ ਫੁੱਲ ਵਰਗਾ ਮੁੰਡਾ ਸੀ, ਪਰ ਦਸਤਕਾਂ ਦੇ ਕੇ ਮੁੜਦਾ ਰਿਹਾ ਤੇ ਅਖੀਰ ਉਹ ਤਲਵਾਰ ਬਣ ਗਿਆ, ਕਿ ਉਹ ਪੌੜੀਆਂ ਚੜ੍ਹ ਕੇ ਗਿਆ ਤੇ ਫਿਰ ਉਹ ਸੋ ਕੁਛ ਮੈਂ ਇੱਦਾਂ ਮਹਿਸੂਸ ਕਰਦਾ ਹੁੰਦਾ ਕਿ ਇੱਕ ਇਸ ਵੇਲੇ ਇਹ ਸਿਖਾਉਣਾ ਬਹੁਤ ਜ਼ਰੂਰੀ ਆ ਮੇਰੇ ਖਿਆਲ 'ਚ, ਕਿ ਜਿਹੜੀ ਲੋਕ ਰਾਜੀ ਤਰੀਕੇ ਨਾ ਲੜਨ ਦੇ ਜਾਂ ਸੰਘਰਸ਼ ਦੇ, ਉਹ ਖੈਰ ਬਹੁਤ ਅੱਛੇ ਆਪਾਂ ਪਿਛਲੇ ਦਿਨਾਂ 'ਚ ਦੇਖੇ ਆ ਕਿ ਬਹੁਤ ਅੱਛੀ ਤਰ੍ਹਾਂ ਲੜੇ ਗਏ, ਪਰ ਉਹਨਾਂ ਨੂੰ ਵੀ ਹਿੰਸਕ ਬਣਾ ਕੇ ਕੁਚਲਿਆ ਜਾਂਦਾ, ਕਿ ਜੋ ਹਿੰਸਕ ਨਾ ਵੀ ਹੋਣ ਤਾਂ ਉਹਨਾਂ ਨੂੰ ਉਹਦੇ 'ਚ ਕਿਸ ਤਰ੍ਹਾਂ ਦਖਲ ਹਿੰਸਾ ਦਾ ਕਰਕੇ ਜਾਂ ਆਪਣੇ ਕਰਕੇ ਉਹ ਚੀਜ਼ਾਂ ਨੂੰ ਕੁਚਲ ਦਿੱਤਾ ਜਾਂਦਾ। ਸੋ ਇੱਕ ਤੇ ਹੈ ਕਿ ਇਹੋ ਜਿਹੇ ਜਾਣੀ ਸੰਘਰਸ਼ ਦੇ, ਇਹੋ ਜਿਹੇ ਐਜੀਟੇਸ਼ਨ ਦੇ ਤਰੀਕੇ ਇਜਾਦ ਹੋਣ,
ਹਨਾ, ਜਿਹੜੇ ਮਤਲਬ ਪਬਲਿਕ ਨੂੰ ਵੀ ਉਹ ਦੁੱਖ ਦੇਣ ਵਾਲੇ ਨਾ ਹੋਣ, ਪਰ ਆਪਣੀ ਆਵਾਜ਼ ਨੂੰ ਵੀ ਉਠਾਉਣ ਵਾਲੇ ਹੋਣ, ਔਰ ਉਹਨਾਂ ਦੇ ਵਿੱਚ ਉਹਨਾਂ ਵਿੱਚ ਸਾਡੀ ਯਾਨੀ ਲੋਕਾਂ ਵੱਲੋਂ ਆਪਣੇ ਪ੍ਰਤੀ ਇੱਕ ਸੰਵੇਦਨਾ ਪੈਦਾ ਕਰਨ ਦੀ ਸ਼ਕਤੀ ਹੋਵੇ। ਸੋ ਉਦੋਂ ਤੱਕ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਹੋਰ ਲੈਸ ਹੀ ਕਰ ਸਕਦੇ ਹਾਂ, ਉਹਨੂੰ ਹੋਰ ਸੋਹਣੀਆਂ ਗੱਲਾਂ ਨਾਲ ਲੈਸ ਕਰ ਸਕਦੇ ਹਾਂ, ਸੋਹਣੀ ਸੰਗੀਤ ਕਰ ਸਕਦੇ ਹਾਂ, ਕਰੇਜ ਨਾਲ, ਇੱਕ ਦੁੱਖ ਸਹਿਣ ਦੀ ਸਮਰੱਥਾ ਨਾਲ, ਜਾਂ ਬਹੁਤਿਆਂ ਨੂੰ ਤੁਹਾਡਾ ਵੀ ਨਾ ਇਹ ਤੁਹਾਡਾ ਇਹ ਹਿਲ ਰਿਹਾ ਈਅਰਫੋਨ ਨਾ ਤੁਹਾਡੇ, ਉਹ ਜਦੋਂ ਹਿਲ ਜਾਂਦਾ ਤਾਂ ਆਵਾਜ਼ ਦੀ ਪ੍ਰੋਬਲਮ ਆ ਜਾਂਦੀ ਹੈ, ਮਾਈਨਰ ਜੀ ਹੈ। ਠੀਕ ਹੈ, ਹੁਣ ਠੀਕ ਹੈ, ਹਾਂਜੀ ਹਾਂ। ਜਾਂ ਬਹੁਤਿਆਂ ਨੂੰ, ਮੈਂ ਹੁਣ ਜਿਵੇਂ ਕਿ ਇੱਕ ਕਾਲਜ 'ਚ ਗਿਆ ਤਾਂ ਮੈਂ ਕਿਹਾ ਕਿ ਉਹ ਸ਼ਹਿਰੀ ਕਾਲਜ ਸੀਗਾ, ਹੁਣ ਸ਼ਹਿਰੀ ਕਾਲਜ ਤੁਹਾਨੂੰ ਘੱਟ ਸੁਣਦੇ ਆ, ਘੱਟ ਕੇਅਰ ਨਾਲ। ਮੈਂ ਤਾਂ ਮਹਿਸੂਸ ਕੀਤਾ ਕਿ ਜਿੱਦਾਂ ਹੁਣ ਰੂਬਰੂ ਮੇਰਾ ਕਦੇ ਹੁੰਦਾ ਨਾ ਜੀ, ਤੇ ਇੱਕ ਪਿੰਡਾਂ ਦੇ ਕਾਲਜਾਂ 'ਚ ਵੀ ਮੈਂ ਦੇਖਿਆ ਕਿ ਉੱਥੇ ਤੈਨੂੰ ਬੱਚੇ ਸੁਣਦੇ ਆ, ਜ਼ਿਆਦਾ ਕੇਅਰ ਨਾਲ ਸੁਣਦੇ। ਚਲੋ ਇੱਕ ਤਾਂ ਭਾਸ਼ਾ ਦਾ ਵੀ ਗੱਲ, ਦੂਜਾ ਇਹ ਆ ਕਿ ਜਿੱਦਾਂ ਇੱਕ ਫੈਸ਼ਨ ਹੁੰਦੇ, ਮੈਂ ਉੱਥੇ ਫਿਰ ਇੱਕ ਥਾਂ ਮੈਂ ਕਿਹਾ, ਮੈਂ ਕਿ ਤੁਸੀਂ ਨਾ ਬ੍ਰਾਂਡ ਪਹਿਨਣ ਤੋਂ ਬਿਹਤਰ ਹੈ ਕਿ ਤੁਸੀਂ ਬ੍ਰਾਂਡ ਬਣੋ। ਬ੍ਰਾਂਡ ਤੁਸੀਂ ਮਾਪਿਆਂ ਦੇ ਜ਼ੋਰ ਨਾਲ ਪਹਿਨੇ ਆ ਤਾਂ ਉਹ ਬਹੁਤ ਮੈਨੂੰ ਫੈਸ਼ਨੇਬਲ ਯਾਨੀ ਬੱਚੇ ਵੀ ਮਿਲੇ। ਤੇ ਸੋ ਬੱਚਿਆਂ ਨੂੰ ਯਾਨੀ ਇੱਕ ਇਹ ਵੀ ਸਿਖਾਉਣਾ ਕਿ ਤੁਸੀਂ ਕਿਸ ਤਰ੍ਹਾਂ ਥੋੜੇ ਪੈਸਿਆਂ 'ਚ ਵੀ ਜਾਂ ਥੋੜਾ ਇਹੋ ਜਿਹੀ ਲਾਈਫ ਨਾਲ ਵੀ ਗੁਜ਼ਾਰਾ ਕਰ, ਉੱਥੇ ਵੀ ਖੁਸ਼ੀ ਹੋ ਸਕਦੀ ਹੈ, ਉਸ ਲਾਈਫ 'ਤੇ ਵੀ ਖੁਸ਼ੀ ਹੋ ਸਕਦੀ ਜੇ ਤੁਹਾਡੇ ਕੋਲ ਬਹੁਤ ਕੁਝ ਨਹੀਂ ਹੈਗਾ। ਸੋ ਅਸੀਂ ਆਪਾਂ ਨੂੰ ਐਟੀਟਿਊਡਸ ਹੀ ਦੇ ਸਕਦੇ ਹਾਂ ਜਾਂ ਉਹਨਾਂ ਨੂੰ ਸਿਖਾ ਸਕਦੇ ਹਾਂ ਫਿਲਹਾਲ। ਹੋਰ ਅਸੀਂ ਗਿਆਨ ਦੇ ਸਕਦੇ ਹਾਂ, ਗਿਆਨ ਵੀ ਹੈ ਖੜਗ, ਗਿਆਨ ਵੀ ਇੱਕ ਖੜਗ ਹੈ, ਗਿਆਨ ਵੀ ਇੱਕ ਸ਼ਮਸ਼ੀਰ ਹੈ। ਮੈਨੂੰ ਜਦੋਂ ਇਸ ਤਰ੍ਹਾਂ ਦਾ ਧੁੰਦੂਕਾਰਾ ਮਹਿਸੂਸ ਹੁੰਦਾ ਤਾਂ ਮੈਨੂੰ ਤੁਹਾਡਾ ਇੱਕ ਸ਼ੇਅਰ ਬੜੀ ਤਾਕਤ ਦਿੰਦਾ ਹੁੰਦਾ ਕਿ ਮੇਰੀ ਗੱਲ ਹੁਣ ਸੁਣੇਗਾ ਉਗਦਾ ਬੀਜ ਸ਼ਾਇਦ, ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ ਰਲ ਗਿਆ ਹੈ। ਮੈਨੂੰ ਲੱਗਦਾ ਹੁੰਦਾ ਵੀ ਇਹ ਜਿਹੜੇ ਵਿਦਿਆਰਥੀ ਸਾਡੇ ਸਾਹਮਣੇ ਬੈਠੇ ਨੇ, ਇਹ ਉਹ ਉਗਦੇ ਬੀਜ ਨੇ ਜਿਨ੍ਹਾਂ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨਾਲ ਕੋਈ ਗੱਲ ਕੀਤੀ ਜਾ ਸਕਦੀ ਹੈ। ਤੇ ਮੈਂ ਸਾਰੀ ਗਜ਼ਲ ਹੀ ਉਹ ਬੜੀ ਨਿਰਾਸ਼ ਸੀਗੀ ਕਿ ਹੁਣ ਵਕਤ ਚਾਲ ਐਸੀ ਕੁਝ ਹੋਰ ਚੱਲ ਗਿਆ ਹੈ, ਮੇਰੀ ਨਜ਼ਮ ਤੋਂ ਗਜ਼ਲ ਤੋਂ ਅੱਗੇ ਨਿਕਲ ਗਿਆ ਹੈ, ਮੁਜਰਮ ਹੀ ਬਹਿ ਗਿਆ ਹੈ ਮੁਨਸਿਫ ਦੀ ਥਾਂ ਤੇ ਆ ਕੇ, ਇਨਸਾਫ ਦਾ ਤਰੀਕਾ ਕਿੰਨਾ ਬਦਲ ਗਿਆ ਹੈ, ਹੁਣ ਤੇਰੇ ਕੋਲ ਪਾਤਰ ਕੁਝ ਹੁਣ ਕਹਿਣ ਨੂੰ ਵੀ ਕੀ ਹੈ, ਇੱਕ ਖਾਬ ਸੀ ਨਾ ਉਹ ਵੀ ਹੰਝੂ 'ਚ ਢਲ ਗਿਆ ਹੈ। ਪਰ ਅਖੀਰ 'ਚ ਸ਼ੇਰ ਜਿਹੜਾ ਤੂੰ ਕਿਹਾ ਕਿ ਉਹ ਸ਼ੇਰ ਆਉਂਦਾ ਕਿ ਮੇਰੀ ਗੱਲ ਹੁਣ ਸੁਣੇਗਾ ਕੋਈ, ਉਹ ਕਿਤਾਬੀ ਸ਼ਾਇਦ ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ ਰਲ ਗਿਆ। ਸੋ ਉੱਥੋਂ ਹੀ ਮੇਰੇ ਮਨ 'ਚ ਸਿੱਖਿਆ ਲਹਿਰ ਦੀ ਗੱਲ ਆਉਂਦੀ ਹੈ ਕਿ ਜੇ ਅਸੀਂ ਇਹਨਾਂ ਬੀਜਾਂ ਨੂੰ ਜਾਂ ਇਹਨਾਂ ਬੱਚਿਆਂ ਨੂੰ ਕਿਸੇ ਵੀ ਇਸ ਲੈਵਲ 'ਤੇ, ਪਹਿਲੇ ਲੈਵਲ 'ਤੇ ਵੀ ਜਾਂ ਗਾਂਹ ਪ੍ਰਾਇਮਰੀ ਜਾਂ ਸੈਕੰਡਰੀ ਜਾਂ ਉਹ ਤੋਂ ਅੱਗੇ, ਇਹਨਾਂ ਨੂੰ ਅਸੀਂ ਕੁਛ ਇੱਦਾਂ ਦਾ ਸੰਭਾਲ ਸਕੀਏ ਜਾਂ ਦੇ ਸਕੀਏ ਆਪਣੇ ਵਿਰਸੇ 'ਚੋਂ, ਤਾਂ ਉਹ ਸ਼ਾਇਦ ਸਾਡਾ ਯੋਗਦਾਨ ਹੋਊਗਾ, ਉਹ ਇਹਨਾਂ ਨੂੰ ਉਹਨਾਂ ਦੀ ਸ਼ਕਤੀ ਹੋਊਗਾ। ਜਿਵੇਂ ਕਿਹਾ ਸੀ ਵੀ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਐ ਸ਼ਾਹੀ ਕਹਿਰ ਮੈਂ ਕੱਲਾ ਜਾਂ ਬੇਸਹਾਰਾ ਨੇ, ਕਿ ਮੇਰੇ ਨਾਲ ਫਕੀਰਾਂ ਦੇ ਬੋਲ ਨੇ, ਸੋ ਨਾ ਤਾਂ ਮੈਂ ਕੱਲਾ ਨਾ ਬੇਸਹਾਰਾ। ਸੋ ਜੋ ਜਿਹੜੇ ਤਾਂ ਜੋ ਦੁੱਖ 'ਚ ਵੀ ਇਕੱਲੇ ਜਾਂ ਬੇਸਹਾਰੇ ਨਾ ਮਹਿਸੂਸ ਕਰਨ, ਇਹਨਾਂ ਕੋਲ ਉਹ ਸੁਖਨ ਫਕੀਰਾਂ ਦੇ ਸੁਖਨ ਹੈ। ਜੀ ਜੀ, ਡਾਕਟਰ ਸੁਰਜੀਤ ਸਿੰਘ ਉਹਨਾਂ ਨੇ ਕਮੈਂਟ ਕੀਤਾ ਕਿ ਇਸ ਦਾ ਮਤਲਬ ਇਸ ਸਮੇਂ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਿਰਫ ਥੋੜ੍ਹੀਆਂ ਜਿਹੀਆਂ ਮੌਜੂਦ ਨੌਕਰੀਆਂ ਦੇ ਕਾਬਿਲ ਨਹੀਂ ਬਣਾਉਣਾ, ਸਗੋਂ ਉਸ ਤਰ੍ਹਾਂ ਦਾ ਨਿਜ਼ਾਮ ਬਣਾਉਣ ਲਈ ਸੰਘਰਸ਼ ਲਈ ਵੀ ਤਿਆਰ ਕਰਨਾ ਹੈ ਜਿਸ ਵਿੱਚ ਕੋਈ ਬੇਰੁਜ਼ਗਾਰ ਨਾ ਹੋਵੇ। ਮੈਂ ਜਿਹੜੀ ਲਹਿਰ ਮੈਂ ਕਹਿ ਰਿਹਾ, ਉਹਨੂੰ ਲਹਿਰ ਮੈਂ ਸਟੈਪਸ ਦੇ ਤੌਰ ਤੇ ਲੈ ਰਿਹਾ ਜੀ, ਕਿ ਉਹ ਲਹਿਰਾਂ ਵੀ
ਕਿਸੇ ਨਿਜ਼ਾਮ ਵੱਲ ਲਈ ਜਾ ਰਹੀਆਂ ਹੁੰਦੀਆਂ। ਉਹਨਾਂ ਲਹਿਰਾਂ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਇੱਥੋਂ ਸ਼ੁਰੂ ਕਰਦੇ ਹੋ, ਤੁਸੀਂ ਸੁਸਾਇਟੀ ਨੂੰ ਬਦਲਣਾ ਸ਼ੁਰੂ ਕਰਦੇ ਹੋ, ਕਿੱਥੋਂ ਬਦਲਣਾ ਸ਼ੁਰੂ ਕਰਦੇ ਹੋ। ਸੋ ਮੈਂ ਇਸ ਤਰ੍ਹਾਂ ਮੈਂ ਸੋਚ ਰਿਹਾ ਸੀਗਾ। ਜੀ ਜੀ। ਪਤ ਸਾਹਿਬ, ਤੁਸੀਂ ਵੀ ਟੀਚਰ ਰਹੇ ਹੋ, ਤੁਹਾਡਾ ਟੀਚਿੰਗ ਦਾ ਅਨੁਭਵ ਹੈ, ਤੁਸੀਂ ਆਪਣੇ ਵਿਦਿਆਰਥੀਆਂ ਲਈ ਜਿਵੇਂ ਪਿਆਰਾ ਕਵਿਤਾ ਵੀ ਲਿਖੀ ਆ, ਕੋਈ ਹੋਰ ਆਪਣੇ ਟੀਚਿੰਗ ਨਾਲ ਜੁੜੇ ਹੋਏ ਅਨੁਭਵ, ਕੋਈ ਯਾਦਗਾਰੀ ਗੱਲ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਸੋ ਟੀਚਿੰਗ 'ਚ ਇੱਦਾਂ ਹੈ ਕਿ ਮੈਂ ਬਹੁਤ ਸਾਲ ਬਸ PAU 'ਚ ਪੜ੍ਹਾਇਆ। PAU ਵਿੱਚ ਕੋਈ ਇੱਦਾਂ ਵੱਡੀ ਪੜ੍ਹਾਈ ਨਹੀਂ ਸੀ, MA ਜਾਂ MPhil ਜਾਂ PhD ਨਹੀਂ ਸੀ। ਸਿਰਫ ਉਹਨਾਂ ਬੱਚਿਆਂ ਨੂੰ ਅਸੀਂ ਕਮਿਊਨੀਕੇਸ਼ਨ ਸਕਿੱਲਸ ਜਾਣੀ, ਜਾਂ ਸਾਡੇ ਪੋਇਟਰੀ ਸੀ, ਕੁਝ ਕਹਾਣੀਆਂ ਲੱਗੀਆਂ ਸੀ, ਤੇ ਕੁਝ ਪਾਰਟ ਕਲਚਰ ਹੁੰਦਾ ਸੀਗਾ। ਤੋ ਮੈਨੂੰ ਜੋ ਚੰਗਾ ਲੱਗਾ, ਜਾਨੀ ਮੈਂ ਤੁਹਾਨੂੰ ਹੋਰ ਗੱਲਾਂ, ਪਰ ਮੈਂ ਜਿਸ ਤਰ੍ਹਾਂ ਜਦੋਂ ਮੈਂ ਕੀ ਕਰਦਾ ਸੀਗਾ, ਸਿਲੇਬਸ ਤਾਂ ਉਹੀ ਸੀਗਾ। ਸਾਡੇ ਕੋਲ ਇੱਕ ਪਾਰਟ ਸਾਡਾ ਹੁੰਦਾ ਸੀ ਅਸਾਈਨਮੈਂਟਸ ਦੇਣ ਦਾ ਜੀ। ਤੋ ਉਹ ਮੈਂ ਅਸਾਈਨਮੈਂਟਸ ਇੱਦਾਂ ਕਹਿੰਦਾ ਸੀ ਵੀ ਉਹ ਬਹੁਤ ਵੱਖਰੀਆਂ ਜੀਆਂ ਹੋਣ। ਸੋ ਮੈਂ ਮਿਸਾਲ ਤੌਰ ਤੇ ਮੈਂ ਜਾਣੀ ਇੱਕ ਅਸਾਈਨਮੈਂਟ ਮੈਂ 7-8 ਅਸਾਈਨਮੈਂਟ ਇੱਦਾਂ ਦੀਆਂ ਸੀ ਜਿਹੜੀਆਂ ਮੈਨੂੰ ਲੱਗਦਾ ਸੀ ਕਿ ਮੈਂ ਉਹ ਬੱਚਿਆਂ ਨੇ ਬਹੁਤ ਲਿਖੀਆਂ ਵੀ ਅੱਛੀ ਤਰ੍ਹਾਂ। ਜਿਵੇਂ ਇੱਕ ਅਸਾਈਨਮੈਂਟ ਸੀ ਕਿ ਸਾਡੀ ਜ਼ਿੰਦਗੀ ਵਿੱਚ ਰੰਗਾਂ ਦਾ ਮਹੱਤਵ। ਜੀ। ਸੋ ਉਹਦੇ ਮੈਨੂੰ ਦੋ ਤਰ੍ਹਾਂ ਦੇ ਅਨੁਭਵ ਹੋਏ ਕਿ ਮੈਂ ਹੋਮ ਸਾਇੰਸ ਕਾਲਜ ਵੀ ਪੜ੍ਹਾਉਂਦਾ ਸੀਗਾ ਤੇ ਮੈਂ ਐਗਰੀਕਲਚਰ ਕਾਲਜ ਵੀ, ਮੁੰਡਿਆਂ ਨੂੰ ਸੀਗਾ ਤੇ ਦੂਸਰੇ ਪਾਸੇ ਕੁੜੀਆਂ ਸੀਗੀਆਂ। ਜੀ। ਤੇ ਜਿਹੜੀਆਂ ਕੁੜੀਆਂ ਅਸਾਈਨਮੈਂਟ ਕਰਕੇ ਲੈ ਕੇ ਆਈਆਂ ਇਸ ਜਾਨੀ ਅਸਾਈਨਮੈਂਟ ਦੀ, ਉਹ ਜਾਨੀ ਇਦਾਂ ਸੀਗਾ ਕਿ ਮੇਰਾ ਉਹਨਾਂ ਨੂੰ ਮੋੜਨ ਨੂੰ ਜੀ ਨਾ ਕਰੇ ਵੀ ਮੈਂ ਨੰਬਰ ਲਾ ਕੇ ਉਹਨਾਂ ਨੂੰ ਮੋੜ ਦਿਆਂ। ਅੱਛਾ। ਕਿ ਉਹਨਾਂ ਨੇ ਕਈਆਂ ਨੇ ਤਾਂ ਜਿਹੜਾ ਪੂਰੇ ਰੰਗਾਂ ਦੀਆਂ ਟਾਕੀਆਂ ਕੱਟ ਕੇ ਜਿੱਦਾਂ ਗੋਲ ਕਿਸਨੇ ਵਰਕਿਆਂ ਤੇ ਵੀ ਆਹ ਰੰਗ ਆ, ਪੂਰੀ ਰੰਗਾਂ ਦੀਆਂ ਟਾਕੀਆਂ ਦਾ ਪੂਰਾ ਭਰਿਆ ਹੋਇਆ। ਬਾਕੀ ਚਲੋ ਰੰਗਾਂ ਦਾ ਮਨੋਵਿਗਿਆਨ ਕਿ ਕਿਸ ਉਮਰ 'ਚ ਕਿਹੜੇ ਰੰਗ ਚੰਗੇ ਲੱਗਦੇ ਆ, ਜੇ ਘਰ ਛੋਟਾ ਹੋਵੇ ਤਾਂ ਹਲਕਾ ਰੰਗ ਕਰੋ, ਮੌਕਿਆਂ ਦਾ ਓਕੇਜਨ ਦਾ ਰੰਗਾਂ ਨਾਲ ਕੀਤਾ ਲੱਗਿਆ। ਸੋ ਬਹੁਤ ਸ਼ਾਨਦਾਰ ਉਹਨਾਂ ਨੇ ਬਣਾਉਣੀਆਂ। ਔਰ ਜਿਹੜੇ ਮੁੰਡੇ ਸੀ ਮੇਰੇ, ਉਹਨਾਂ ਨੇ ਕਈ ਵਾਰੀ ਉਹਨੇ ਕਹਿਣਾ ਕਿ ਜਦੋਂ ਸਰ ਨਹੀਂ ਬੈਠੇ ਹੋਣਗੇ ਨਾ ਉਦੋਂ ਅਸੀਂ ਅਸਾਈਨਮੈਂਟ ਦੇਣ ਜਾਵਾਂਗੇ। ਉਹਨਾਂ ਨੇ ਮੇਰੇ ਸ਼ੀਸ਼ੇ ਥੱਲੇ ਇੱਦਾਂ ਵਰਕੇ ਜੇ ਆਪਣੇ ਰੱਖ ਜਾਣੇ। ਸੋ ਇੱਕ ਤਾਂ ਮੈਨੂੰ ਸਿਰਫ ਉਸ ਵੇਲੇ ਇੱਕ ਐਟੀਟਿਊਡ ਜਾਂ ਮੈਂ ਜੋ ਵੀ ਕਿ ਮੁੰਡੇ ਕਿੰਨੇ ਵਿਗੜ ਗਏ ਆ ਜਾਂ ਕਿਸ ਤਰ੍ਹਾਂ ਐਜੂਕੇਸ਼ਨ ਨੂੰ ਲੈ ਰਿਹਾ ਦੂਜੇ ਪਾਸੇ, ਜਾਨੀ ਇਹ ਸੀਗਾ। ਦੂਜਾ ਸੀ ਕਿ ਵੀ ਜਿਹੜੀ ਅਸੀਂ ਜਾਨੀ ਉਹ ਵੈਸੇ ਕਾਲਜ ਆਫ ਐਗਰੀਕਲਚਰ ਹੋਮ ਸਾਇੰਸ ਦਾ ਉਹਦਾ ਤਾਲਕ ਜਾਂ ਮੈਂ ਇੱਕ ਵਾਰੀ ਅਸਾਈਨਮੈਂਟ ਮੇਰੇ ਕੁਐਸਚਨ ਇੱਕ ਮਿਲਦਾ ਕਿ ਚੰਦਰਮਾ ਦਾ ਵਿਗਿਆਨ ਤੇ ਮਿਥ ਵਿੱਚ ਸਥਾਨ, ਕਿ ਜਿਵੇਂ ਚੰਦ ਦੀ ਗੱਲ ਮੈਂ ਪਹਿਲਾਂ ਵੀ ਕੀਤੀ, ਚੰਦਰਮਾ ਕਿ ਉਹ ਸੋ ਉਹ ਅਸਾਈਨਮੈਂਟ ਬੱਚਿਆਂ ਨੇ, ਕਿਉਂਕਿ ਸਾਇੰਸ ਦੇ ਬੱਚੇ ਵੀ ਸੀਗੇ, ਉਹ ਨਾਲ ਦੀ ਨਾਲ ਉਹ ਚਲੋ ਉਹਨੂੰ ਮਿਥ 'ਚ ਚੰਦਰਮਾ ਦਾ ਕਿੱਦਾਂ, ਜਾਂ ਇੱਦਾਂ ਕਿ ਤੁਸੀਂ ਮੇਰੇ ਪਿੰਡ ਦੇ ਦਿਲਚਸਪ ਬੰਦੇ ਕਿ ਜੋ ਤਾਂ ਜੋ ਉਹ ਜ਼ਿੰਦਗੀ ਨੂੰ ਦੇਖ ਸਕਣ ਔਰ ਦੇਖ ਕੇ ਅਸਾਈਨਮੈਂਟ। ਤੇ ਫਿਰ ਇਹ ਕਰਦੇ ਸੀਗੇ ਕਿ ਜਿਹਨੇ ਅਸਾਈਨਮੈਂਟ ਕੀਤੀ ਆ ਉਹ ਐਕਸਪਰਟ ਹੈ, ਇੱਕ ਸਟੂਡੈਂਟ ਹੋਊਗਾ ਜਿਹੜਾ ਉਹਦੀ ਇੰਟਰਵਿਊ ਕਰੂਗਾ, ਉਹਨੂੰ ਸਵਾਲ ਪੁੱਛੂਗਾ ਵੀ ਜਿਹਦੇ ਜਵਾਬ ਦੇਊਗਾ ਉਹ ਮੂੰਹ ਜ਼ਬਾਨੀ, ਔਰ ਜਿਹੜੀ ਕਲਾਸ ਆ ਫਿਰ ਉਹਨੂੰ ਸਵਾਲ ਪੁੱਛੂਗੀ, ਭਾਵੇਂ ਰੰਗਾਂ ਬਾਰੇ ਪੁੱਛੇ ਜਾਂ ਜ਼ਿੰਦਗੀ ਬਾਰੇ ਪੁੱਛੇ। ਸੋ ਉਹ ਇੱਕ ਪਾਰਟ ਮੈਨੂੰ ਅੱਛਾ ਲੱਗਦਾ ਸੀ ਕਿ ਉਹ ਮੈਨੂੰ ਇੰਟਰਸਟਿੰਗ ਵੀ, ਤੇ ਮੇਰੇ ਬੱਚੇ ਵੀ ਬਹੁਤ ਉਸ ਚੀਜ਼ ਨੂੰ ਇੰਜੋਏ ਕਰਦੇ ਸੀਗੇ। ਸੋ ਇੱਕ ਤੇ ਸੀ ਕਿ ਜਿਹੜੀ ਟੀਚਿੰਗ ਦੇ ਵਿੱਚ ਜਿਹੜੀ ਸਮਝ ਇਸ ਤਰ੍ਹਾਂ ਦੀ ਬੱਚਿਆਂ ਨੂੰ ਇਹੋ ਜਿਹੇ ਕੰਮ ਦੇਣੇ ਜਿਸ 'ਚ ਉਹ ਇੱਦਾਂ ਇਨਵੋਲਵ ਹੋਣ, ਬਹੁਤ ਕੁਝ ਜ਼ਿਆਦਾ ਸਿੱਖਣ। ਤੋਂ ਬੇਸ਼ੱਕ ਉੱਥੇ ਕੋਈ ਬਹੁਤਾ ਸਾਡੇ ਲਈ ਬਹੁਤਾ ਸਿਖਾਉਣ ਵਾਲਾ ਇੱਦਾਂ ਨਹੀਂ ਹੈਗਾ ਸੀਗਾ, ਪਰ ਇਸ ਪੱਧਰ 'ਤੇ ਸੀਗਾ ਕਿ ਜਿੱਥੇ ਅਸੀਂ ਅਸਾਈਨਮੈਂਟ ਉਹਨੂੰ ਆਪਣੇ ਕੰਮ ਦੀ ਦੇ ਸਕਦੇ ਹਾਂ। ਸੋ ਦੂਜਾ ਸੀਗਾ ਕਿ ਮੈਂ ਜਦੋਂ 1 ਸਾਲ ਮੈਂ ਪਹਿਲਾਂ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਪੜ੍ਹਾਇਆ, ਤੇ ਉੱਥੇ ਮੈਂ ਬਹੁਤ ਮਿਹਨਤ ਨਾਲ
ਪੜ੍ਹਾਉਣਾ ਬੱਚਿਆਂ ਨੂੰ, ਨੋਟਸ ਲਿਖਾਉਣੇ ਵੀ, ਤੇ ਉਹਨਾਂ ਨੇ ਕਾਪੀਆਂ ਤੇ ਲਿਖਣੇ। ਪਰ ਜਦੋਂ ਮੈਂ ਫਾਈਨਲ ਐਗਜ਼ਾਮ ਤੇ ਮੇਰੀ ਡਿਊਟੀ ਲੱਗੀ ਤੇ ਮੈਂ ਦੇਖਿਆ ਕਿ ਬੱਚਿਆਂ ਨੇ ਪਰਚੀਆਂ ਜਾਣੀ ਉਹ ਚੁੱਕੀਆਂ ਹੋਈਆਂ, ਔਰ ਪਰਚੀਆਂ ਵੀ ਮੇਰੇ ਨੋਟਸ ਦੀਆਂ ਨਹੀਂ ਹੈਗੀਆਂ, ਪਰਚੀਆਂ ਵੀ ਗਾਈਡ ਦੀਆਂ ਨਾ। ਮੈਂ ਕਿਹਾ ਵੀ ਇਹ ਗੱਲ ਤਾਂ, ਮੈਂ ਕਿਹਾ ਵੀ ਪਰਚੀਆਂ ਦਾ ਕੀ ਮਤਲਬ ਹੋਇਆ, ਦੂਜਾ ਤੁਸੀਂ ਮੇਰੇ ਨਹੀਂ ਲੈ ਕੇ ਆਏ ਨੋਟ। ਉਹ ਕਹਿੰਦੇ ਸਾਰੇ ਇਹ ਛੋਟੇ ਸੀਗੇ ਜਰਾ, ਇਹ ਸਾਨੂੰ ਸੰਭਾਲਣੇ ਸੌਖੇ ਸੀਗੇ ਗਾਈਡ ਵਾਲੇ। ਜਾਣੀ ਉਹ ਮੇਰੀ ਬਹੁਤ ਨਿਰਾਸ਼ਾ ਵਾਲੀ ਜਾਣੀ ਦਿਨ ਸੀਗੇ ਉਹ, ਵੀ ਸ਼ਾਇਦ ਉਹਨਾਂ ਦੇ ਮਨ 'ਚ ਕੁਝ ਰਹਿ ਗਿਆ ਹੋਵੇ ਮੈਂ ਜੋ ਪੜ੍ਹਾਇਆ, ਪਰ ਉਹ ਇਮਤਿਹਾਨ 'ਚ ਮੇਰਾ ਪੜ੍ਹਾਇਆ ਉਹਨਾਂ ਦੇ ਕੋਈ ਕੰਮ ਨਹੀਂ ਆਇਆ। ਸੋ ਉਹ ਮੇਰਾ ਕਾਲਜ ਦਾ ਐਕਸਪੀਰੀਅੰਸ ਸੀਗਾ। ਸੋ PAU 'ਚ ਇਸ ਕੇ PAU ਦੇ ਐਕਸਪੀਰੀਅੰਸ ਵਿੱਚ ਮੈਨੂੰ ਇਹ ਸੀ ਕਿ ਇੱਕ ਤਾਂ ਅਸੀਂ ਪੰਜਾਬ ਨਾਲ, ਜਿੱਦਾਂ ਪੰਜਾਬ ਦੀ ਲਾਈਫ ਨਾਲ ਵੱਧ ਜੁੜਨ ਦਾ ਮੌਕਾ ਮੈਨੂੰ ਮਿਲਿਆ। ਇਹ ਤਾਂ ਭਾਵੇਂ ਚਲੋ ਮੇਲੇ ਹੋਣੇ ਆ ਹਰ ਸਾਲ, ਕਿਸਾਨ ਆਉਣੇ ਆ ਜਾਂ ਜੋ ਕਿਸਾਨਾਂ ਦਾ ਹੋ ਰਿਹਾ, ਸੋ ਜੋ ਇੱਕ ਤਰ੍ਹਾਂ ਦੀ ਪੰਜਾਬ ਨਾਲ ਇਨਵੋਲਵਮੈਂਟ ਸੀ, ਪੰਜਾਬ ਦੇ ਪਿੰਡਾਂ ਨਾਲ, ਉਹ ਇਨਵੋਲਵਮੈਂਟ ਉਸ ਟੀਚਿੰਗ ਦੌਰਾਨ ਮੇਰੀ ਰਹੀ ਹੈ ਜ਼ਿਆਦਾ। ਸੋ ਬਾਕੀ ਮੈਂ ਜਾਣੀ 3-4 ਕਵਿਤਾਵਾਂ ਮੇਰੀਆਂ ਟੀਚਿੰਗ ਨਾਲ ਹੀ, ਪਿਆਰਾ ਤੁਹਾਨੂੰ ਪਤਾ ਹੀ ਹੈ, ਪਿਆਰਾ ਮੈਂ ਲਿਖੀ। ਸੋ ਬਾਅਦ 'ਚ ਜਿਹੜੀ ਇੱਕ ਮੇਰੀ ਸੀ ਕਦੀ ਨਹੀਂ ਸੋਚਿਆ ਸੀ, ਉਹ ਵੀ ਤਾਂ ਸੀ ਕਿ ਉਦੋਂ ਜਦੋਂ ਮੋਗੇ ਦੀ ਬਹੁਤ ਐਜੀਟੇਸ਼ਨ ਵੱਡੀ, ਮੈਂ ਕਿਹਾ ਸਾਡਾ ਟਾਈਮ ਸੀਗਾ ਕਿ ਅਸੀਂ 2 ਲਹਿਰਾਂ ਦੇਖੀਆਂ ਉਹਦੀਆਂ ਜਿਹੜੀਆਂ ਹਿੰਸਕ ਰੂਪ ਲੈ ਗਿਆ। ਫਿਰ ਸਾਡੇ ਹੀ ਜਾਣੀ ਉਹ ਸੀਗੀ ਕਿ ਉਹ 'ਚ ਵੀ ਇੱਕ ਉਸ ਗਿਲਟ ਵਰਗਾ ਹੀ ਆ ਕਿ ਜਦੋਂ ਪੜ੍ਹਨ ਗਿਆ ਦੀ ਛਾਤੀ ਤੇ ਡੂੰਘੇ ਬੀਜੇ ਜਾਂਦੇ ਹਨ ਗਿਆਨ ਦੇ ਸ਼ਰੇ, ਸਿਖਾਇਆ ਜਾਂਦਾ ਹੈ ਐਸਾ ਸਬਕ ਜੋ ਘਰ ਜਾ ਕੇ ਮਾਂ ਨੂੰ ਸਿਖਾ ਵੀ ਨਾ ਸਕਣ। ਤੇ ਮੇਰਾ ਜੀ ਕਰਦਾ ਹੈ ਮੈਂ ਜੰਗਲ ਵਿੱਚ ਛੁਪੇ ਗੁਰੀਲੇ ਨੂੰ ਕਹਾਂ ਕਿ ਇਹ ਲੈ ਮੇਰੀਆਂ ਕਵਿਤਾਵਾਂ ਬਾਲ ਕੇ ਅੱਗ ਸੇਕ ਲੈ। ਸੋ ਉਹ ਜਿਹੜਾ ਉਹ ਵੀ ਮੇਰਾ ਅਨੁਭਵ ਸੀ, ਉਹ ਸਟੂਡੈਂਟਸ ਦੀ ਇੱਕ ਤਰ੍ਹਾਂ ਮੇਰੇ ਨੇੜੇ ਅੱਗ ਸਟੂਡੈਂਟਸ ਕਰਕੇ ਹੀ ਆਈ, ਕਿ ਉਹ ਮੇਰੇ ਵਿਦਿਆਰਥੀਆਂ ਵਰਗੇ ਸੀ ਜਾਂ ਵਿਦਿਆਰਥੀਆਂ ਜੋ ਸੀ, ਤੇ ਉਹਨਾਂ ਦੀ ਨੇੜਤਾ ਕਰਕੇ ਮੈਂ ਉਸ ਚੀਜ਼ ਨੂੰ ਜ਼ਿਆਦਾ ਸ਼ਾਇਦ ਮੈਂ ਉਹਦਾ ਮਹਿਸੂਸ ਨਾ ਕਰਦਾ ਕਿ ਉਹ ਜੋ ਕੁਛ ਹੋ ਰਿਹਾ। ਸੋ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ, ਉਹ ਬਹੁਤ ਸਹੀ ਕਿਹਾ ਕਿ ਵੀ ਟੀਚਰ ਕਵੀ ਜਾਂ ਕਵੀ ਤੇ ਟੀਚਰ ਦੋਨੋਂ ਹੋ ਕੇ ਉਹ ਤੁਹਾਡੇ ਇੱਕ ਬੜੇ ਇਮਤਿਹਾਨ ਦੀਆਂ ਘੜੀਆਂ ਵਾਰ-ਵਾਰ। ਪਾਠ ਸਾਹਿਬ, ਜਦੋਂ ਤੁਹਾਡੀ ਕਵਿਤਾ ਨੂੰ ਵੀ ਪੜ੍ਹਦੇ ਆ ਨਾ, ਤਾਂ ਮੈਂ ਕਿਉਂਕਿ ਮੈਂ ਕਵਿਤਾ ਦੀ ਵਿਦਿਆਰਥਣ ਆ, ਤੇ ਉਸ ਲਿਹਾਜ਼ ਨਾਲ ਮੈਂ ਜਦੋਂ ਕਵਿਤਾ ਨੂੰ ਪੜ੍ਹਦੀ ਹਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਇਹ ਉਹ ਸ਼ਾਇਰੀ ਹੈ ਜਿਹਦੇ 'ਚ ਦੂਸਰੇ ਬੰਦੇ ਦੇ ਹੋਣ ਲਈ ਸਪੇਸ ਪਈ ਹੈ, ਜਿਹਦੇ 'ਚ ਕਿਸੇ ਦੂਸਰੇ ਆਈਡੀਆ ਲਈ ਵੀ, ਜਿਹਦੇ 'ਚ ਸੰਵਾਦ ਦੀ ਸੰਭਾਵਨਾ ਪਈ ਹੈ। ਮਤਲਬ ਉਸ ਕਿਸਮ ਦੀ ਫਤਵੇਬਾਜ਼ੀ ਨਹੀਂ ਹੈ ਇਸ ਪੋਇਟਰੀ ਦੇ ਵਿੱਚ। ਤਾਂ ਮੈਨੂੰ ਜੇ ਕੋਈ ਪੂਰੇ ਦਾ ਪੂਰਾ ਕੋਈ ਪੋਇਟ ਸੰਵਾਦ ਲਈ ਜ਼ਮੀਨ ਰੱਖ ਕੇ ਤੁਰਦਾ, ਕਿਸੇ ਦੂਜੇ ਦੇ ਹੁੰਗਾਰੇ ਲਈ, ਕਿਸੇ ਡਾਈਸੈਂਟ ਲਈ, ਤਾਂ ਉਹ ਮੈਨੂੰ ਉਸ ਕਿਸਮ ਦੀ ਪੋਇਟਰੀ ਤੁਹਾਡੀ ਲੱਗਦੀ ਹੁੰਦੀ ਹੈ। ਤੇ ਮੈਨੂੰ ਲੱਗਦਾ ਜਿਹੜੀ ਤੁਸੀਂ ਸ਼ੁਰੂ 'ਚ ਟੀਚਰ ਤੇ ਸਟੂਡੈਂਟ ਦੇ ਜਾਂ ਕਲਾਸਰੂਮ ਦੇ ਬਾਰੇ ਵੀ ਗੱਲ ਕੀਤੀ ਹੈ ਕਿ ਸੰਵਾਦ ਜਿਹੜਾ ਹੋਣਾ ਚਾਹੀਦਾ, ਇੱਕ ਪਾਸਿਓਂ ਦਬਕਾ ਤੇ ਇੱਕ ਪਾਸਿਓਂ ਮਤਲਬ ਸਹਿਮ ਹੈ ਜਿਹੜਾ, ਉਹ ਨਹੀਂ ਹੋਣਾ ਚਾਹੀਦਾ। ਤਾਂ ਉਸ ਪੋਇਟ ਨੂੰ ਜਿਹੜਾ ਸਾਡੀ ਇਸ ਵੇਲੇ ਸੰਵਾਦ ਵਾਲੀ ਪੋਇਟਰੀ ਸਿਰਜ ਰਿਹਾ, ਜਿਹਦੀ ਪੋਇਟਰੀ ਦੇ ਵਿੱਚ ਸੰਵਾਦ ਦੀ ਇਸ ਕਿਸਮ ਦੀ ਸੰਭਾਵਨਾ ਹੈ। ਅਸੀਂ ਕਿਉਂਕਿ ਟਾਈਮ 1 ਘੰਟੇ ਤੋਂ ਉੱਪਰ ਲੈ ਚੁੱਕੇ ਹਾਂ। ਮੈਂ ਲਾਸਟ ਸਵਾਲ ਹਾਂਜੀ, ਅਸੀਂ ਲਗਭਗ 1.25 ਘੰਟਾ ਲੈ ਚੁੱਕੇ ਹਾਂ। ਲਾਸਟ ਸਵਾਲ ਮੈਂ ਇਹ ਕਰਨਾ ਚਾਹੁੰਦੀ ਸੀ ਕਿ ਜੇਕਰ ਅਸੀਂ ਤੁਹਾਨੂੰ ਇਹ ਕਹੀਏ ਕਿ ਤੁਸੀਂ ਆਪਣੇ ਸਮਕਾਲੀ ਜਿਹੜੇ ਜਾਂ ਤੁਹਾਡੇ ਤੋਂ ਛੋਟੇ ਸਾਡੇ ਵਰਗੇ ਅਧਿਆਪਕ ਨੇ, ਅਧਿਆਪਕਾਂ ਲਈ, ਕਵੀਆਂ ਲਈ, ਵਿਦਿਆਰਥੀਆਂ ਲਈ, ਮਾਪਿਆਂ ਲਈ ਪਾਠ ਸਾਹਿਬ ਕੀ ਕਹਿਣਾ ਚਾਹਣਗੇ? ਕਿਉਂਕਿ ਅਸੀਂ ਸਾਰੇ ਤੁਹਾਨੂੰ ਆਪਣਾ ਗੁਰੂ, ਆਪਣਾ ਟੀਚਰ ਮੰਨਦੇ ਹਾਂ, ਤਾਂ ਤੁਸੀਂ ਜ਼ਰੂਰ ਕੁਛ ਇਸ ਤਰ੍ਹਾਂ ਦਾ ਸਾਡੇ ਨਾਲ ਸਾਂਝਾ ਕਰੋ। ਸੋ ਇੱਕ ਤਾਂ ਜਿਹੜਾ ਜਦੋਂ ਕਵਿਤਾ 'ਚ ਇੱਕ ਵਾਰ ਕਿਹਾ ਸੀਗਾ ਵੀ ਜਿਸ ਧਰਤੀ ਦੇ ਸ਼ਾਇਰ
ਛੋਟੇ ਜੀ। ਰਹਿ ਜਾਂਦੇ ਆ ਨਾ। ਹਾਂਜੀ। ਸੋ ਸ਼ਾਇਰਾਂ ਨੂੰ ਤਾਂ ਵੱਡੇ ਹੋਣ ਦੀ ਵੱਡੇ ਬਣਨਾ ਚਾਹੀਦਾ, ਪਹਿਲੀ ਗੱਲ ਤੇ ਆ। ਸ਼ਾਇਰਾਂ ਨੂੰ ਆਪਣੇ ਸਣੇ ਮੈਂ ਸਾਰਿਆਂ ਨੂੰ ਇਹੋ ਕਹਿਣਾ ਕਿ ਵੱਡੇ ਵੱਡੇ ਬਣੋ। ਜੀ। ਤੇ ਬਾਕੀ ਹੈ ਕਿ ਕੀ ਮੈਂ ਕਹਿਣਾ, ਉਹ ਹਰ ਪਲ ਕੁਝ ਕਹਿ ਰਹੇ ਹਾਂ, ਵੈਸੇ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮੈਂ ਇੱਕ ਦਿਨ, ਜਿਵੇਂ ਤੂੰ ਕਿਹਾ ਨਾ, ਮੈਂ ਇੱਕ ਦਿਨ ਸੋਚ ਰਿਹਾ ਸੀ ਕਿ ਜੇ ਬੰਦੇ ਨੇ ਕੁਝ ਕਹਿ ਕੇ ਜਾਣਾ ਹੋਵੇ ਦੁਨੀਆ ਤੋਂ, ਕਿ ਮੈਂ ਕੀ ਕਹਿ ਕੇ ਜਾਣਾ, ਤੇ ਮੈਂ ਸੋਚਿਆ ਵੀ ਕਿੱਦਾਂ, ਕੀ ਕਿਹਾ ਜਾ ਸਕਦਾ, ਮੈਂ ਕੀ ਕਹਿ ਸਕਦਾ, ਹਨਾ। ਤੂੰ ਮੈਂ ਬਣਾਇਆ ਨਹੀਂ ਹਲੇ ਕਿ ਸੋ ਭਾਸ਼ਣ ਦਾ ਵੀ ਨਹੀਂ ਬਣਾਇਆ ਸੀ ਕਿ ਮੈਨੂੰ ਇਸ ਭਾਸ਼ਣ ਦੇ ਐਂਡ 'ਚ ਮੈਂ ਕੀ ਕੀ ਕਹਿਣਾ। ਪਰ ਮੈਂ ਇੱਦਾਂ ਇਹੀ ਸੋਚਦਾ, ਮੇਰੇ ਮਨ 'ਚ ਇਹੀ ਸਭ ਤੋਂ ਵੱਡੀ ਗੱਲ ਮੈਨੂੰ ਇਹੀ ਆਉਂਦੀ ਹੁੰਦੀ ਆ ਕਿ ਜਿਸ ਤਰ੍ਹਾਂ ਜਾਣੀ ਹੋਇਆ ਇਸ ਦੌਰਾਨ ਇਹ ਹੋਇਆ ਕਿ ਬਹੁਤ, ਜੋ ਤੂੰ ਕਵਿਤਾ ਵਾਲੀ ਗੱਲ ਵੀ ਕੀਤੀ, ਮੇਰਾ ਜਿਹੜਾ ਜਾਣੀ ਮੇਰੀ ਪਹਿਲੀ ਕਿਤਾਬ ਦਾ ਪਹਿਲੀ ਗਜ਼ਲ ਦਾ ਪਹਿਲਾ ਹੀ ਸ਼ੇਰ ਇਹ ਸੀਗਾ ਕਿ ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤੱਕ ਨਾ ਖਲਿਆਰ, ਮੈਲੇ ਮਨ ਵਾਲੇ ਮੁਜਰਮ ਨੂੰ ਇਸ ਮੌਤ ਤੇ ਨਾ ਮਾਰ। ਕਿ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਉਹ ਅਸੀਂ ਇੱਕ ਆਦਰਸ਼ ਵਿੱਚ ਆਪਣਾ ਚਿਹਰਾ ਦੇਖਦੇ ਹੁੰਦੇ ਹਾਂ, ਵੀ ਉਹ ਸ਼ੀਸ਼ਾ ਹੈਗਾ, ਉਹ ਇੱਕ ਆਦਰਸ਼ ਹੈ, ਮੈਂ ਉਹਦੇ 'ਚ ਆਪਣੇ ਨੂੰ ਦੇਖ ਰਿਹਾ, ਤੇ ਮੈਂ ਕਹਿੰਦਾ ਕਿ ਮੈਨੂੰ ਜ਼ਿਆਦਾ ਚਿਰ ਨਹੀਂ ਮੈਂ ਦੇਖ ਸਕਦਾ। ਸੋ ਮੈਨੂੰ ਇੱਕ ਤਰ੍ਹਾਂ ਹੀ ਲੱਗਦਾ, ਮੈਨੂੰ ਉਹ ਬੰਦੇ ਚੰਗੇ ਲੱਗਦੇ ਆ ਜਿਹੜੇ ਕੁਝ ਆਪਣੇ ਬਾਰੇ ਜ਼ਰੂਰ ਸੋਚਣ। ਕਿ ਬਹੁਤ ਕੁਝ ਇੱਦਾਂ ਹੀ ਹੋਇਆ ਕਿ ਅਸੀਂ ਸੁਸਾਇਟੀ ਵਿੱਚ ਨੁਕਸ ਜਾਂ ਦੂਜਿਆਂ 'ਚ ਨੁਕਸ ਲੱਭਣ ਵਿੱਚ ਨਾ ਲੀਨ ਹੈ, ਤੇ ਮੈਂ ਜਾਣੀ ਇਹੀ ਮੇਰੇ ਮਨ 'ਚ ਹੁੰਦਾ ਕਿ ਵੀ ਕੋਈ ਵੀ ਬੰਦਾ ਹੋਵੇ, ਉਹਨੂੰ ਸਭ ਤੋਂ ਪਹਿਲਾਂ ਇਹੀ ਗੱਲ ਹੈ ਕਿ ਉਹ ਆਪਣੇ ਆਪ ਨੂੰ ਜ਼ਰੂਰ ਪਰਖੇ, ਕਿ ਉੱਥੋਂ ਹੀ ਸ਼ਾਇਦ ਦੁਨੀਆ ਨੂੰ ਬਦਲਣਾ ਅਸੀਂ ਸ਼ੁਰੂ ਕਰ ਸਕਦੇ ਹਾਂ। ਕਿ ਇਹ ਇੱਕ ਸਟੈਪ, ਪਹਿਲਾ ਪੋਜ਼ਿਟਿਵ ਸਟੈਪ ਹੋ ਸਕਦਾ ਜਿਹੜਾ ਅਸੀਂ ਕਰ ਸਕਦੇ ਹਾਂ, ਜਿਹੜਾ ਅਸੀਂ ਧਰਮ ਵੀ ਕਹਿੰਦੇ ਹਾਂ ਜਾਂ ਪਾਠ ਕਰਨਾ ਵੀ ਕਹਿੰਦੇ ਹਾਂ। ਅਸਲ 'ਚ ਉਹ ਉਜਲਾ ਸ਼ੀਸ਼ਾ ਦੇਖਣ ਵਾਲੀ ਗੱਲ ਹੀ ਹੁੰਦੀ ਹੈ, ਤੁਸੀਂ ਉਜਲਾ ਸ਼ੀਸ਼ਾ ਦੇਖਣਾ। ਸੋ ਮੈਨੂੰ ਇੱਦਾਂ ਲੱਗਦਾ ਕਿ ਜਿਹੜੀ ਇਸ ਵੇਲੇ ਇੱਕ ਇਸ ਗੱਲ ਦੀ ਵੀ ਬਹੁਤ ਜ਼ਰੂਰੀ ਹੈ। ਦੂਜਾ ਇਹ ਹੈ ਕਿ ਜਿੱਦਾਂ ਹੁਣ ਜੋ ਸਾਡੇ ਸਮਾਜ 'ਚ ਹੋ ਰਿਹਾ, ਬਹੁਤਾ ਇੱਦਾਂ ਹੋ ਰਿਹਾ ਕਿ ਲੋਕ ਕੀ ਕਹਿਣਗੇ, ਹਨਾ, ਜਾਂ ਜਿਵੇਂ ਵਿਆਹ ਵੀ ਲੋਕ ਕਰਦੇ ਆ, ਇੰਨੇ ਖਰਚ ਕਰਦੇ ਆ, ਤਾਂ ਉਹ ਇਹੀ ਹੈ ਕਿ ਜਿਵੇਂ ਕਰੇਜ ਦੀ ਘਾਟ ਆ ਕਿ ਮੈਂ ਜੇ ਸਹੀ ਹਾਂ ਤਾਂ ਮੈਂ ਇਕੱਲਾ ਵੀ ਰਹਿ ਸਕਦਾ, ਕਿ ਜੇ ਮੈਂ ਸਹੀ ਕੰਮ ਕਰਦਾ ਤਾਂ ਜਦੋਂ ਸਾਡੇ ਪਿੰਡ ਵਿਆਹ ਹੋਇਆ, ਮੇਰੀ ਸਿਸਟਰ ਦਾ ਵਿਆਹ ਹੋਇਆ, ਤਾਂ ਪਹਿਲੀ ਵਾਰੀ ਦਿਨ ਬਰਾਤ ਮੋੜੀ ਸੀਗੀ, ਕਿ ਉਦਣ ਹੀ ਬਰਾਤ ਮੋੜ ਦਿੱਤੀ। ਉਹ ਤੋਂ ਪਹਿਲਾਂ ਕਿਸੇ ਬੰਦੇ ਨੇ ਇੱਦਾਂ ਨਹੀਂ ਕੀਤਾ ਸੀਗਾ। ਤੇ ਉਹ ਮਤਲਬ ਮੇਰੇ ਪਿਤਾ ਜੀ ਨੂੰ ਬੜਾ ਕੁਝ ਸੁਣਨਾ ਪਿਆ ਕਿ ਇਹ ਤੁਸੀਂ ਕੀ ਕੀਤਾ। ਲੇਕਿਨ ਕੁਛ ਚਿਰ ਬਾਅਦ ਸਾਰੇ ਵਿਆਹ ਉਦੋਂ ਹੀ ਹੋਣ ਲੱਗ ਪਏ, ਸਾਰੇ 7 ਦਿਨ ਬਰਾਤਾਂ ਹੋਣ ਲੱਗ ਪਏ। ਸੋ ਕੁਛ ਇੱਦਾਂ ਵੀ ਹੈ ਕਿ ਪਹਿਲ ਕਰ ਸਕਣਾ ਕੁਛ ਮਾਮਲਿਆਂ 'ਚ, ਜਿਹੜੇ ਸਹੀ ਗੱਲਾਂ 'ਚ ਪਹਿਲ ਕਰ ਸਕਣਾ, ਉਹ ਵੀ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਮੈਂ ਕਿਸੇ ਮਾਮਲੇ 'ਚ ਪਹਿਲ ਕਰ ਸਕਦਾ, ਇੱਕ ਟੀਚਰ ਦੇ ਤੌਰ 'ਤੇ, ਇੱਕ ਵਿਦਿਆਰਥੀ ਦੇ ਤੌਰ 'ਤੇ, ਜਾਂ ਇੱਕ ਮਾਪੇ ਦੇ ਤੌਰ 'ਤੇ। ਸੋ ਇਹ ਵੀ ਜ਼ਰੂਰ ਸਾਨੂੰ ਸੋਚਣਾ ਚਾਹੀਦਾ, ਸਾਡੀ ਸੁਸਾਇਟੀ ਵਿੱਚ ਖਾਸ ਕਰਕੇ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਦਾ ਰੁਝਾਨ ਹੋਣਾ ਚਾਹੀਦਾ। ਬਸ ਇੰਨਾ ਕੀ ਠੀਕ ਹੈ ਭੱਤ ਸਾਹਿਬ, ਤੁਹਾਡਾ ਇੰਨਾ ਹੀ ਸਾਡੇ ਲਈ ਬਹੁਤ ਜ਼ਿਆਦਾ ਹੈ। ਤੇ ਮੈਨੂੰ ਮੈਂ ਬੜੇ ਸੋਹਣੇ ਹਾਲਾਂਕਿ ਭਾਸ਼ਣ, ਮੈਂ ਸੁਰਜੀਤ ਦਾ ਬਹੁਤ ਸੋਹਣਾ ਲੈਕਚਰ ਸੁਣਿਆ, ਫਿਰ ਮੈਂ ਉਹ ਵੀ ਬੜੇ ਅੱਛੇ ਸੀਗੇ, ਸੁਰਿੰਦਰ ਤੇ ਜਿਹੜੇ ਰਤੋਕੇ ਵਾਲੇ ਅਧਿਆਪਕ ਸੀਗੇ। ਠੀਕ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਸਾਡੇ ਲਈ ਇਹ ਤੁਹਾਡਾ ਜਿਹੜਾ
ਬਲੈਸਿੰਗ ਮਿਲਣੀ, ਤੁਹਾਡੀਆਂ ਗੱਲਾਂ ਸੁਣਨ ਨੂੰ ਮਿਲਣਾ, ਔਰ ਉਹ ਵੀ ਇੰਨਾ ਲੰਬਾ ਸਮਾਂ। ਮੈਂ ਤਾਂ ਉਦੋਂ ਦੀ ਆਨੰਦ 'ਚ ਆ, ਮੈਂ ਬਿਲਕੁਲ ਮਤਲਬ ਬਹੁਤ ਇੰਜੋਏ ਕਰ ਰਹੀ ਸੀ ਕਿ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਨ ਦਾ ਮੌਕਾ ਮੈਨੂੰ ਮਿਲ ਰਿਹਾ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਜਿਹੜੇ ਦੋਸਤ ਇੰਨੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਪਾਠ ਸਾਹਿਬ, ਤੁਸੀਂ ਕਮੈਂਟਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ, ਜਾਂ ਤੁਸੀਂ ਕਿਸੇ ਤਰੀਕੇ ਨਾਲ ਜ਼ਰੂਰ ਦੇਖ ਲਿਓ, ਕਿਉਂਕਿ ਬਹੁਤ ਸਾਰੇ ਓਕੇ ਦੋਸਤ ਜੁੜੇ ਹੋਏ ਨੇ, ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕੂੰਗੀ। ਤਾਂ ਮੈਂ ਇੱਕ ਵਾਰ ਫਿਰ ਅੰਤ ਤੇ ਪਾਕ ਸਾਹਿਬ ਦਾ ਵੀ ਧੰਨਵਾਦ ਕਰਦੀ ਹਾਂ, ਜਿਹੜੇ ਦੋਸਤ ਜੁੜੇ ਹੋਏ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਦੋਸਤੋ, ਇੱਕ ਵਾਰ ਫਿਰ ਮੈਂ ਇਹ ਕਹਿਣਾ ਚਾਹੂੰਗੀ ਕਿ ਇਸ ਪੇਜ ਦੀ ਸੁਪਨ ਸਾਜ਼ੀ ਉਹੀ ਸਿੱਖਿਆ ਲਹਿਰ, ਸ਼ਾਇਦ ਅਸੀਂ ਇਕੱਲੇ ਤਾਂ ਨਹੀਂ ਪੈਦਾ ਕਰ ਸਕਦੇ, ਪਰ ਸਿੱਖਿਆ ਦਾ ਸਵਾਲ ਸਾਡੇ ਲਈ ਇੰਪੋਰਟੈਂਟ ਹੈ। ਅਸੀਂ ਇਹਦੇ ਬਾਰੇ ਤਸੱਵਰ ਕੀਤੇ ਬਿਨਾਂ, ਇਹਦੇ ਬਾਰੇ ਸੋਚੇ ਬਿਨਾਂ ਆਪਣੇ ਸਮਾਜ ਦੀ ਘਾੜਤ ਬਾਰੇ ਸ਼ਾਇਦ ਉਵੇਂ ਨਹੀਂ ਸੋਚ ਪਾਵਾਂਗੇ। ਤਾਂ ਜਿਹੜੇ ਦੋਸਤਾਂ ਨੂੰ ਗੱਲਬਾਤ ਪਸੰਦ ਆਈ ਹੈ, ਉਹ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਤੇ ਇਹਨੂੰ ਆਪਣੇ ਸਾਥੀਆਂ ਨਾਲ ਸ਼ੇਅਰ ਵੀ ਕਰੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਪਾਠ ਸਾਹਿਬ, ਹੁਣ ਆਪਾਂ ਬਹੁਤ ਕੁਇਟ ਬਹੁਤ ਕਰ ਸਕਦੇ ਸ਼ੁਕਰੀਆ ਨੀਤੂ ਤੁਹਾਡਾ, ਔਰ ਸਾਰੇ ਸੁਣਨ ਵਾਲਿਆਂ ਦਾ, ਇੰਨੇ ਸਿਆਣੇ ਬੰਦੇ ਦਾ ਸੁਣਨ ਵਾਲਿਆਂ 'ਚ ਬੈਠੇ ਆ, ਤੇ ਬਹੁਤ ਬਹੁਤ ਸ਼ੁਕਰੀਆ। ਰਾਜੀ ਖੁਸ਼ੀ ਜੀ। ਰਹੋ, ਜੁਗ ਜੁਗ ਜੀਓ। ਸ਼ੁਕਰੀਆ ਪਾਠ ਸਾਹਿਬ। ਠੀਕ ਹੈ ਜੀ, ਓਕੇ ਜੀ।